ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਅੱਜ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਕੁਝ ਐਸੀਆਂ ਹਸਤੀਆਂ। ਹਮੇਸ਼ਾ ਨਵੀਆਂ ਹਸਤੀਆਂ ਪੰਜਾਬੀ ਵਿਰਾਸਤ ਦੇ ਮੰਚ ਤੇ ਆਉਂਦੀਆਂ ਨੇ, ਪਰ ਅੱਜ ਦੀ ਜੋ ਹਸਤੀਆਂ ਦਾ ਅਸੀਂ ਆਪ ਜੀ ਦੇ ਨਾਲ ਜ਼ਿਕਰ ਕਰਦੇ ਹਾਂ ਉਹ ਹੱਥਾਂ ਦੇ ਕਲਾਕਾਰ ਨੇ। ਉਹਨਾਂ ਦੇ ਹੱਥਾਂ ਦੇ ਵਿੱਚ ਐਸਾ ਗੁਣ ਭਰਿਆ ਹੋਇਆ ਹੈ ਜੋ ਕਿਸੇ ਵੀ ਲਿਖਾਈ ਨੂੰ ਆਪਣੀ ਅਧਿਕਾਰੀ ਦੇ ਨਾਲ ਮੋਤੀਆਂ ਵਰਗੇ ਅੱਖਰ ਪਰੋ ਕੇ ਉਹਨਾਂ ਨੂੰ ਲਿਖ ਦਿੰਦੇ ਨੇ। ਮੇਰੀ ਮੁਰਾਦ ਤੁਸੀਂ ਸ਼ਾਇਦ ਪਛਾਣੇ ਗਏ ਹੋ ਕਿ ਇਹ ਹੱਥਾਂ ਦੀ ਸੋਹਣੀਆਂ ਲਿਖਾਈਆਂ ਕੌਣ ਕਰਦੇ ਨੇ, ਕੀ ਇਹਨਾਂ ਨੂੰ ਆਖਿਆ ਜਾਂਦਾ ਹੈ? ਹੱਥਾਂ ਦੇ ਕਲਾਕਾਰਾਂ ਨੂੰ, ਜੋ ਕਿ ਸੋਹਣੀ ਲਿਖਾਈ ਲਿਖਦੇ ਨੇ। ਸੋਹਣੀ ਲਿਖਾਈ ਦੇ ਨਾਲ ਨਾਲ ਕੈਲੀਗ੍ਰਾਫੀ ਕਰਦੇ ਨੇ। ਕੁਛ ਵੀ ਆਪਾਂ ਇਹਨਾਂ ਨੂੰ ਦੇ ਦਈਏ, ਆਪਣਾ ਨਾਮ ਦੇ ਦਿਓ ਜਾਂ ਕੁਛ ਵੀ ਤੁਹਾਨੂੰ ਲਿਖਾਣਾ ਹੋਵੇਗਾ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦਰਵਾਜ਼ੇ ਦੇ ਬਾਹਰ ਸੋਹਣੇ ਅੱਖਰਾਂ ਵਿੱਚ ਤੁਹਾਡਾ, ਮੋਤੀਆਂ ਦੇ ਅੱਖਰਾਂ ਵਿੱਚ ਤੁਹਾਡਾ ਨਾਮ ਪਰੋਇਆ ਹੋਵੇ, ਤੇ ਬਾਹਰ ਦੇ ਜਿਹੜੇ ਆਉਂਦੇ ਜਾਂਦੇ ਰਾਹੀ ਨੇ ਉਹ ਦੇਖਣ ਤੇ ਵਾਹ ਕਰਕੇ ਜਾਣ ਕੇ ਵਾਹ ਇਹ ਘਰ ਦੇ ਅੱਖਰ ਕਿੰਨੇ ਸੋਹਣੇ ਲਿਖੇ ਹੋਏ ਨੇ, ਤਾਂ ਤੁਹਾਨੂੰ ਕਿਹੜੀਆਂ ਸ਼ਖਸੀਅਤਾਂ ਦੇ ਨਾਲ ਆਪਣਾ ਰਾਬਤਾ ਕਾਇਮ ਕਰਨਾ ਪਏਗਾ। ਸੋ ਮੈਂ ਗੱਲ ਕਰਾਂਗੀ ਕਿ ਸਾਡੇ ਸਤਿਕਾਰਯੋਗ ਜੋ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ, ਜੋ ਕਿ ਗੌਰਮੈਂਟ ਸਕੂਲ ਦੇ ਟੀਚਰ ਵੀ ਹੈਗੇ ਨੇ ਤੇ ਨਾਲ ਸੋਹਣੀ ਲਿਖਾਈ ਦੇ ਮਾਹਰ ਕੈਲੀਗ੍ਰਾਫਰ ਵੀ ਹਨ। ਉਹਨਾਂ ਦੇ ਨਾਲ ਅਸੀਂ ਆਪ ਜੀ ਨੂੰ ਰੂਬਰੂ ਕਰਨ ਜਾ ਰਹੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਜਿਨ੍ਹਾਂ ਨੂੰ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਏਗੀ ਤੇ ਇਹਨਾਂ ਦੇ ਵਿਚਾਰ ਸੁਣ ਕੇ, ਇਹਨਾਂ ਦੇ ਅੰਦਰ ਜੋ ਗੁਣ ਸਤਿਗੁਰ ਨੇ ਭਰਿਆ ਹੋਇਆ ਹੈ, ਜੋ ਇਹਨਾਂ ਨੇ ਸਿੱਖਿਆ, ਕਿੰਨੇ ਸਾਲਾਂ ਦੀ ਪ੍ਰੇਰਨਾ ਇਹਨਾਂ ਦੀ ਹੈਗੀ, ਕਿੰਨੇ ਸਾਲਾਂ ਤੋਂ ਇਹ ਸਿਖਲਾਈ ਲੈ ਰਹੇ ਨੇ ਤੇ ਅੱਜ ਇਸ ਮੁਕਾਮ ਤੱਕ ਇਹ ਪਹੁੰਚੇ ਨੇ ਤੇ ਜੋ ਇਸ ਸਮੇਂ ਸੇਵਾਵਾਂ ਨਿਭਾ ਰਹੇ ਨੇ। ਆਪਾਂ ਇਹਨਾਂ ਦੇ ਨਾਲ ਗੁਰਫਤਿਹ ਬੁਲਾਉਂਦੇ ਹਾਂ ਤੇ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਤੇ ਇਹਨਾਂ ਦੀ ਜਿਹੜੀ ਅੱਜ ਸਮੁੱਚੀ ਟੀਮ ਵੀ ਇਹਨਾਂ ਦੇ ਨਾਲ ਆਈ ਹੈ। ਭਾਵ ਟੀਮ ਤੋਂ ਮੈਂ ਟੀਮ ਤਾਂ ਇੱਕ ਛੋਟਾ ਜਿਹਾ ਅੱਖਰ ਹੈ, ਕਹਿੰਦਾ ਕਿ ਇਹਨਾਂ ਦੀ ਜਿਹੜੀ ਫੌਜ ਹੈ, ਜਿਹੜੀ ਕਿ ਇਹਨਾਂ ਦੇ ਅਨਮੋਲ ਹੀਰੇ ਨੇ, ਉਹ ਵੀ ਅੱਜ ਇਹਨਾਂ ਦੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਨੇ। ਆਪਾਂ ਇਹਨਾਂ ਦਾ ਵੀ ਆਪ ਜੀ ਦੇ ਨਾਲ ਤਾਰੁਫ ਕਰਾਵਾਂਗੇ। ਸਭ ਤੋਂ ਪਹਿਲਾਂ ਆਪਾਂ ਭਾਈ ਗੁਰਪ੍ਰੀਤ ਸਿੰਘ, ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਇਸ ਮੰਚ ਤੇ ਜੀ ਆਇਆਂ ਆਖਦੇ ਹਾਂ ਤੇ ਗੁਰਫਤਿਹ ਪ੍ਰਵਾਨ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪੰਜਾਬੀ ਵਿਰਾਸਤ ਦੇ ਚੈਨਲ ਤੇ ਜੋ ਆਪ ਜੀ ਨੇ ਇਸ ਪੰਜਾਬੀ ਸੁਲੇਖ ਸਭਾ ਦੇ ਵਿੱਚ ਆਪ ਇਸ ਦੇ ਮੋਢੀ ਹੋ, ਸੁੰਦਰ ਲਿਖਾਈ ਕਰਦੇ ਹੋ ਤੇ ਸਾਰਿਆਂ ਨੂੰ ਆਪ ਜੀ ਨੇ ਇਸ ਮਾਲਾ ਦੇ ਵਿੱਚ ਪਰੋਇਆ ਹੋਇਆ ਹੈ, ਨਾਲ ਨਾਲ ਲੈ ਕੇ ਸਭ ਨੂੰ ਚੱਲਦੇ ਹੋ। ਸੋ ਇਸ ਵਾਸਤੇ ਆਪ ਜੀ ਨੂੰ ਬਹੁਤ ਵਧਾਈ ਹੋਵੇ ਪੰਜਾਬੀ ਵਿਰਾਸਤ ਚੈਨਲ ਵੱਲੋਂ ਵੀ। ਤੇ ਕਿਉਂਕਿ ਆਪ ਜਿਹੜੀ ਅੱਖਰਕਾਰੀ ਕਰਦੇ ਹੋ, ਇਸ ਸਮੇਂ ਆਪ ਜੀ ਨੇ ਪੂਰੇ ਪੰਜਾਬ ਦੇ ਵਿੱਚ, ਪੰਜਾਬ ਦੇ ਹਰ ਜ਼ਿਲ੍ਹੇ ਵਿੱਚ, ਸੂਬਿਆਂ ਵਿੱਚ ਆਪਣੀ ਪੰਜਾਬੀ ਲਿਖਾਈ ਦੇ ਸੋਹਣੇ ਪਰਚੇ ਤਾਂ ਇੱਕ ਮਾਂ ਬੋਲੀ ਪੁੱਤ, ਸੱਚਾ ਪੁੱਤ ਹੋਣ ਦਾ ਜੋ ਮਾਣ ਹਾਸਲ ਕੀਤਾ ਹੈ, ਉਸ ਵੱਲੋਂ ਪੰਜਾਬੀ ਵਿਰਾਸਤ ਦੀ ਟੀਮ ਤੇ ਪ੍ਰੈਸ ਚੈਨਲ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸੋ ਕਿਉਂਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ। ਸੋ ਆਪ ਜੀ ਦੀ ਟੀਮ ਨੂੰ ਦੇਖ ਕੇ ਇੰਝ ਲੱਗਦਾ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੇਗੀ। ਸੋ ਆਸ ਕਰਾਂਗੇ ਆਪਣੇ ਦਰਸ਼ਕਾਂ ਨੂੰ ਵੀ ਉਹ ਵੀ ਇਹ ਪ੍ਰੋਗਰਾਮ ਜ਼ਰੂਰ ਖਾਸ ਦੇਖਣ। ਸੋ ਮੈਂ ਨਾਲ ਦੀ ਨਾਲ ਇਸ ਸਮੁੱਚੀ ਟੀਮ ਦਾ ਵੀ ਇੱਕ ਵਾਰੀ ਆਪ ਜੀ ਨੂੰ ਇਹਨਾਂ ਨੂੰ ਵੀ ਰੂਬਰੂ ਕਰ ਦੇਵਾਂ। ਸਾਡੇ ਕੋਲ ਸਰਦਾਰ ਗੁਰਪ੍ਰੀਤ ਸਿੰਘ ਜੀ ਅੱਜ ਇਸ ਮੰਚ ਤੇ ਆਏ ਹਨ, ਜੋ ਕਿ ਪੰਜਾਬੀ ਸੁਲੇਖ ਸਭਾ ਦੇ ਮੋਢੀ ਹਨ ਅਤੇ ਸੁੰਦਰ ਲਿਖਾਈ ਦੇ ਮਾਹਰ ਹਨ। ਸਿਰਫ ਸੁੰਦਰ ਲਿਖਾਈ ਦੇ ਮਾਹਰ ਨਹੀਂ ਹੈ, ਪਰ ਮੈਂ ਜਿੰਨੀ ਇਹਨਾਂ ਦੇ ਬਾਰੇ ਜਾਣਕਾਰੀ ਲਈ ਹੈ ਉਹਦੇ ਬਾਰੇ ਵੀ ਤੁਹਾਨੂੰ ਥੋੜਾ ਜਿਹਾ ਦੱਸਦੀ ਜਾਵਾਂ ਕਿ ਇਹ ਪੋਜ਼ਿਟਿਵ ਬਹੁਤ ਰਹਿੰਦੇ ਨੇ। ਨੈਗੇਟਿਵ ਸੋਚ ਨੂੰ ਪਰਾਂ ਨੂੰ ਛੱਡ ਕੇ ਤੇ ਪੋਜ਼ਿਟਿਵ ਸੋਚ ਨੂੰ ਪਹੁੰਚ ਜਾਂਦੇ ਨੇ, ਕਿਉਂਕਿ ਪੋਜ਼ਿਟਿਵਿਟੀ ਜ਼ਿੰਦਗੀ ਵਿੱਚ ਹਮੇਸ਼ਾ ਉਸ ਬੁਲੰਦੀ ਤੱਕ ਲੈ ਕੇ ਜਾਂਦੀ ਹੈ ਜਿੱਦਾਂ ਅਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ। ਤੇ ਨੈਗੇਟਿਵ ਜਿੰਨੀ ਤੁਹਾਡੇ ਕੋਲ ਚੜ੍ਹਦੀ ਕਲਾ ਹੁੰਦੀ, ਇੱਕ ਨੈਗੇਟਿਵ ਸੋਚ ਦੇ ਨਾਲ ਆਪਾਂ ਬਿਲਕੁਲ ਥੱਲੇ ਢਹਿੰਦੀ ਕਲਾ ਵੱਲ ਚਲੇ ਜਾਂਦੇ ਹਾਂ। ਆਪ ਕਿਹਨੂੰ ਜਿਹੜੀ ਪੰਜਾਬੀ ਚ ਕਹਿੰਦੇ ਨੇ ਸਕਾਰਾਤਮਕ ਸੋਚ ਤੇ ਨਕਾਰਾਤਮਕ ਸੋਚ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਰਦਾਰਨੀ ਮਨਜੀਤ ਕੌਰ ਜੀ, ਵਿਰਾਸਤ ਮੰਚ USA ਤੇ ਇਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਆਪਣੇ ਇਸ ਚੈਨਲ ਦੇ ਰਾਹੀਂ ਹੋਰ ਪੰਜਾਬੀਆਂ ਦੇ ਸਨਮੁਖ ਜਾਂ USA ਦੇ ਵਿੱਚ ਜਿਹੜੇ ਪੰਜਾਬੀ ਵਸਦੇ ਪਏ ਆ ਉਹਨਾਂ ਦੇ ਸਨਮੁਖ ਹੋਣ ਦਾ ਜਿਹੜਾ ਮੌਕਾ ਦਿੱਤਾ ਹੈ। ਤੇ ਸ਼ੁਰੂ ਦੇ ਵਿੱਚ ਇਹ ਟਾਰਗੇਟ, ਕਿਉਂਕਿ ਮੈਂ ਅਕਸਰ ਜਦੋਂ ਵੀ ਅਸੀਂ ਕਿਤੇ ਪ੍ਰੋਗਰਾਮ ਤੇ ਪਹੁੰਚਦੇ ਹਾਂ ਤਾਂ ਇਹ ਦੱਸਦੇ ਹਾਂ ਵੀ ਇਹ ਪ੍ਰੋਜੈਕਟ ਕਿਸ ਤਰ੍ਹਾਂ ਚੱਲਿਆ। ਬਚਪਨ ਦੇ ਵਿੱਚ ਕਾਫੀ ਤੜਫ ਹੈਗੀ ਸੀ ਲਿਖਾਈ ਵਧੀਆ ਹੋਵੇ, ਪਰ ਟੀਚਰਾਂ ਵੱਲੋਂ ਕੋਈ ਐਪਰੀਸ਼ੀਏਸ਼ਨ ਨਹੀਂ ਮਿਲਦੀ ਸੀਗੀ।
ਜਿਹਦੇ ਕਰਕੇ ਮੇਰਾ ਸੁਪਨਾ ਜਿਹੜਾ ਉਹ ਸੁਪਨਾ ਹੀ ਰਹਿ ਗਿਆ ਸੀਗਾ। ਮੈਂ ਟੀਚਰ ਵੀ ਲੱਗ ਗਿਆ ਤੇ ਉਦੋਂ ਵੀ ਮੇਰੇ ਮਨ ਦੇ ਵਿੱਚ ਬੜਾ ਹੁੰਦਾ ਸੀਗਾ ਵੀ ਲਿਖਾਈ ਵਧੀਆ ਹੋਣੀ ਚਾਹੀਦੀ ਹੈ। ਤੋਂ ਸਰਦਾਰ ਨਿਰਮਲ ਸਿੰਘ ਜੀ ਸਾਡੇ ਹੈਡ ਬਣ ਕੇ ਜਦੋਂ ਮੇਰੇ ਜੀਵਨ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੇ ਮੈਨੂੰ ਕੁਝ ਟਿਪਸ ਦੱਸੇ ਸੁੰਦਰ ਲਿਖਾਈ ਸੰਬੰਧੀ। ਉਹ ਟਿਪਸ ਮੈਨੂੰ ਲਗਭਗ 1 ਘੰਟੇ ਦੇ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤੇ ਔਰ ਮੈਂ ਲਿਖ ਕੇ ਦੇਖਿਆ ਤੇ ਮੈਂ ਬੜਾ ਹੈਰਾਨ ਹੋਇਆ ਵੀ ਸੁੰਦਰ ਵੀ ਲਿਖਿਆ ਜਾ ਸਕਦਾ, ਕਿਉਂਕਿ ਉਦੋਂ ਪਹਿਲਾਂ ਮੇਰੇ ਲਈ ਸੁਪਨਾ ਹੀ ਸੀ ਵੀ ਸੁੰਦਰ ਲਿਖਿਆ ਜਾ ਸਕਦਾ, ਜਾਂ ਉਹ ਬੱਚੇ ਪਤਾ ਨਹੀਂ ਕਿਸ ਤਰ੍ਹਾਂ ਦੇ ਜਾਦੂਗਰ ਹੁੰਦੇ ਆ ਜਿਹੜੇ ਸੁੰਦਰ ਲਿਖਦੇ ਆ। ਤਾਂ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਲੀਅਰ ਕੀਤੀ, ਮੈਂ ਲਿਖਾਈ ਇੰਪਰੂਵ 1 ਘੰਟੇ ਦੇ ਵਿੱਚ ਚੇਂਜ ਹੋ ਗਈ ਲਿਖਾਈ, ਤਾਂ ਫਿਰ ਮੈਂ ਆਪਣੇ ਬੱਚਿਆਂ ਦੇ ਉੱਤੇ ਇਸ ਜਿਹੜੀਆਂ ਇਹ ਰੂਲਸ ਐਂਡ ਰੈਗੂਲੇਸ਼ਨ ਨੂੰ ਲਾਗੂ ਕਰਕੇ ਦੇਖਿਆ ਔਰ 10-15 ਦਿਨਾਂ ਦੇ ਵਿੱਚ ਬਹੁਤ ਹੈਰਾਨੀਜਨਕ ਨਤੀਜੇ ਆ ਜਿਹੜੇ ਉਹ ਮੈਨੂੰ ਮਿਲੇ। ਤਾਂ ਉੱਥੋਂ ਮੋਟੀਵੇਟ ਹੋ ਕੇ, ਕਿਉਂਕਿ ਮੈਂ ਨਾ ਕਿਤੇ ਸੁਣਿਆ ਹੋਇਆ ਸੀਗਾ ਵੀ ਜਿਸ ਚੀਜ਼ ਦੀ ਤੁਹਾਨੂੰ ਥੋੜ੍ਹ ਰੱਖੀ ਜਾਂਦੀ ਆ ਪ੍ਰਮਾਤਮਾ ਵੱਲੋਂ, ਉਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਉਸ ਚੀਜ਼ ਦਾ ਸੋਰਸ ਬਣਾਉਣਾ ਹੁੰਦਾ ਜਾਂ ਮੀਡੀਆ ਬਣਾਉਣਾ ਹੁੰਦਾ। ਔਰ ਇਹ ਗੱਲ ਮੇਰੇ ਮਨ ਦੇ ਵਿੱਚ ਘਰ ਕਰ ਗਈ। ਮੈਂ ਇਸ ਉੱਤੇ ਫੋਕਸ ਕਰਕੇ ਕੰਮ ਕਰਨਾ ਸ਼ੁਰੂ ਕਰਤਾ, ਵਰਕ ਕਰਨਾ ਸ਼ੁਰੂ ਕਰ ਦਿੱਤਾ। ਔਰ ਜਿਸ ਤਰ੍ਹਾਂ ਕਹਿੰਦੇ ਆ, ਜਦੋਂ ਤੁਹਾਡਾ ਇਰਾਦਾ ਨੇਕ ਹੋਵੇ ਤੇ ਤੁਸੀਂ ਜਿਹੜੇ ਨਿਰੰਤਰ ਕੋਸ਼ਿਸ਼ ਕਰਦੇ ਆ ਤਾਂ ਸਾਰੀ ਕਾਇਨਾਤ ਦਾ ਜਰਰਾ ਜਰਰਾ ਜਿਹੜਾ ਤੁਹਾਡੇ ਨਾਲ ਹੋ ਤੁਰਦਾ। ਉਸੇ ਤਰ੍ਹਾਂ ਹੀ ਮੇਰੇ ਨਾਲ ਵੀ ਹੋਇਆ। ਔਰ ਇਹ ਪੰਜਾਬ ਦੇ ਵਿੱਚ ਇਹ ਜਿਹੜੇ ਮਿੱਤਰ ਤੁਹਾਡੇ ਨਾਲ ਬੈਠੇ ਹੋਏ ਆ, ਇਹ ਮੈਂ ਇਹ ਸੋਚਦਾ ਵੀ ਇਹ ਪੰਜਾਬ ਚੋਂ ਕੱਲੇ ਹੀਰੇ ਆ ਜਿਹੜੇ ਪਰਮਾਤਮਾ ਨੇ ਜਾਂ ਉਹ ਪੋਜ਼ਿਟਿਵਿਟੀ ਦੀ ਵਾਈਬ੍ਰੇਸ਼ਨ ਨੇ ਮੇਰੇ ਸੰਪਰਕ ਦੇ ਵਿੱਚ ਲੈ ਆਂਦੇ ਔਰ ਅਸੀਂ ਰਲ ਮਿਲ ਕੇ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਗਏ। ਔਰ ਸਿੱਖਿਆ ਵਿਭਾਗ ਨੇ ਵੀ ਸਾਡੇ ਨਾਲ ਪੂਰਾ ਸਹਿਯੋਗ ਕੀਤਾ ਔਰ ਲਗਭਗ ਜਿਹੜੀਆਂ 10.5 ਲੱਖ ਵਰਕ ਬੁੱਕਸ ਹੈ ਜਿਹੜੀਆਂ ਉਹ ਪੰਜਾਬ ਭਰ ਦੇ ਅਧਿਆਪਕਾਂ ਦੇ ਬੱਚਿਆਂ ਦੇ ਲਈ ਛਾਪੀਆਂ ਗਈਆਂ ਔਰ 50,000 ਟੀਚਰਾਂ ਦੇ ਉੱਤੇ ਜਿਹੜਾ ਸਾਡਾ ਸੁੰਦਰ ਲਿਖਾਈ ਦਾ ਪ੍ਰੋਜੈਕਟ ਦਾ ਪ੍ਰੋਗਰਾਮ ਸੀਗਾ, ਜਿਹੜਾ ਉਹ ਪਿੱਛੇ ਜੇ 3-4 ਮਹੀਨੇ ਹੋਏ ਆ, ਸਾਰੇ ਪੰਜਾਬ ਦੇ ਵਿੱਚ ਜਿਹੜਾ ਸਿੱਖਿਆ ਵਿਭਾਗ ਵੱਲੋਂ ਆਰਗੇਨਾਈਜ਼ ਕੀਤਾ ਗਿਆ ਔਰ ਸਾਰੇ ਪੰਜਾਬ ਦੇ ਵਿੱਚ ਇਸ ਜਿਹੜਾ ਸੁੰਦਰ ਲਿਖਾਈ ਪ੍ਰੋਜੈਕਟ ਉਹ ਚੱਲ ਪਿਆ। ਹੁਣ ਲਗਭਗ ਪੰਜਾਬ ਦੇ ਨਾਲ ਲੱਗਦੀਆਂ 7-8 ਸਟੇਟਾਂ ਦੇ ਵਿੱਚ ਵੀ ਸਾਡੇ ਨਾਲ ਅਧਿਆਪਕ ਜੁੜੇ ਹੋਏ ਹੈਗੇ ਆ ਜੀ। ਔਰ US ਦੇ ਵਿੱਚ ਇੱਕ ਵਿਰਸਾ ਸੰਭਾਲ ਸੰਸਥਾ ਹੈਗੀ ਆ ਜੋ ਅੱਜ ਤੋਂ 1.5 ਸਾਲ ਪਹਿਲਾਂ ਸਾਡੇ ਸੰਪਰਕ ਦੇ ਵਿੱਚ ਆਈ ਸੀ ਉਹ ਸੰਸਥਾ। ਔਰ ਉਹਨਾਂ ਨੇ ਵੀ ਇਹ ਵਰਕ ਬੁੱਕਸ ਆ ਜਿਹੜੀਆਂ ਬਣਾ ਕੇ ਉੱਥੇ ਵੰਡੀਆਂ ਸੀ। ਉਹ ਦੱਸਦੇ ਸੀ ਸੰਡੇ ਦੀ ਸੰਡੇ ਕਲਾਸਿਸ ਉਹਨਾਂ ਦੀਆਂ ਲੱਗਦੀਆਂ ਔਰ ਉੱਥੇ ਬਕਾਇਦਾ ਜਿਹੜੇ ਇਹ ਟਿਪਸ ਉਹਨਾਂ ਦੇ ਸਾਂਝੇ ਕੀਤੇ ਜਾਂਦੇ ਸੀ ਵੀਡੀਓਜ਼ ਦੇ ਦੁਆਰਾ। ਤੇ ਸੋ ਮੈਂ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹੈਗਾ ਜੀ। ਉਹਨੇ ਇੱਕ ਮੈਂ ਸਮਝਦਾ ਵੀ ਬਹੁਤ ਵਧੀਆ ਪ੍ਰੋਜੈਕਟ ਹੈਗਾ ਸੁੰਦਰ ਲਿਖਾਈ ਦਾ, ਜਿਹੜਾ ਕਿ ਕਿਤੇ ਨਾ ਕਿਤੇ ਵਿਸਰ ਚੁੱਕਿਆ ਹੋਇਆ ਸੀਗਾ ਜਾਂ ਬਹੁਤ ਸਾਰੇ ਅਧਿਆਪਕਾਂ ਕੋਲੇ ਸੀਗਾ, ਇਹ ਟਿਪਸ ਹੈਗੇ ਸੀਗੇ ਪਰ ਉਹ ਜਿਹੜੇ ਡਿਸਕਲੋਜ਼ ਨਹੀਂ ਸੀ ਕੀਤੇ ਹੋਏ, ਸਿਰਫ ਉਹਨਾਂ ਤੱਕ ਹੀ ਸੀਮਤ ਸੀ ਜਾਂ ਉਹਨਾਂ ਦੇ ਵਿਦਿਆਰਥੀਆਂ ਤੱਕ ਸੀਮਤ ਰਹਿੰਦੇ ਸੀਗੇ। ਤੋਂ ਪਰਮਾਤਮਾ ਨੇ ਇਸ ਪ੍ਰੋਜੈਕਟ ਨੂੰ ਸਰਵਵਿਆਪੀ ਕਰਨ ਦੇ ਲਈ ਜਿਹੜਾ ਹੈਗਾ ਮੈਨੂੰ ਤੇ ਮੇਰੇ ਇਹ ਜਿਹੜੇ ਟੀਮ ਦੇ ਮੈਂਬਰ ਹੈਗੇ ਆ ਜਾਂ ਮੇਰੇ ਅਧਿਆਪਕ ਸਾਥੀ ਆ, ਮੇਰੇ ਪਿਆਰੇ ਮਿੱਤਰ ਹੈਗੇ ਆ, ਰਲ ਕੇ ਸਾਨੂੰ ਨਿਮਿਤ ਬਣਾ ਲਿਆ ਇਸ ਚੀਜ਼ ਨੂੰ ਸਪਰੈਡ ਕਰਨ ਦੇ ਲਈ। ਔਰ ਸਾਡੀ ਇਹ ਦਿਲੀ ਖੁਆਇਸ਼ ਹੈਗੀ ਆ, ਕੋਈ ਵੀ ਟੀਚਰ ਜਾਂ ਕੋਈ ਕਿਸੇ ਵੀ ਫੀਲਡ ਦਾ ਪੰਜਾਬੀ ਹੋ ਜਾਵੇ ਜਾਂ ਕੋਈ ਵੀ ਟੀਚਰ ਜਾਂ ਕਿਸੇ ਫੀਲਡ ਦਾ ਵਿਅਕਤੀ ਹੋਵੇ, ਜਦੋਂ ਵੀ ਉਹ ਸਾਡੇ ਸੰਪਰਕ ਦੇ ਵਿੱਚ ਆਉਂਦਾ ਔਰ ਮੈਂ ਤੇ ਮੇਰੀ ਸਮੁੱਚੀ ਟੀਮ ਕਿਸੇ ਨਾਲ ਵੀ ਜਦੋਂ ਸੰਪਰਕ ਕਰਦਾ ਤੇ ਅਸੀਂ ਲਗਭਗ ਪੱਬਾਂ ਭਾਰ ਹੋ ਜਾਂਦੇ ਆ। ਧੰਨਵਾਦ ਕਰਦੇ ਆ ਪਰਮਾਤਮਾ ਦਾ ਵੀ ਪਰਮਾਤਮਾ ਤੇਰਾ ਸ਼ੁਕਰ ਹੈ ਵੀ ਅਸੀਂ ਕਿਸੇ ਦੇ ਜਿਹੜਾ ਹੈਗਾ ਕੰਮ ਆਉਣੇ ਪਏ ਆ ਜਾਂ ਇਸ ਪੰਜਾਬੀ ਲਿਖਤ ਦੇ ਰਾਹੀਂ ਅਸੀਂ ਕੁਛ ਨਾ ਕੁਛ ਹੈ ਜਿਹੜਾ ਉਹਨੂੰ ਦੱਸਣ ਦੇ ਯੋਗ ਪਰਮਾਤਮਾ ਨੇ ਸਾਨੂੰ ਕੀਤਾ ਤੇ ਅਸੀਂ ਆਪਣੀ ਜਿਹੜੀਆਂ ਸੇਵਾਵਾਂ ਦੇ ਰਹੇ ਹਾਂ। ਤੇ ਸੋ ਇਸੇ ਤਰ੍ਹਾਂ ਦਾ ਮਿਸ਼ਨ ਹੈ ਜਿਹੜਾ ਉਹ ਲੈ ਕੇ ਚੱਲੇ ਸੀਗੇ ਔਰ ਉਹ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੋਈ ਹੈ। ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ, ਬਹੁਤ ਸਾਰੇ ਅਧਿਆਪਕ ਆ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਹੈਗੇ ਆ ਜੀ। ਔਰ ਬਹੁਤ ਜਿਸ ਤਰ੍ਹਾਂ ਤੁਸੀਂ ਆ ਲਿਖਤਾਂ ਦੇਖੀਆਂ ਹੈਗੀਆਂ, ਇਸੇ ਤਰ੍ਹਾਂ ਹੀ ਜਾਦੂਈ ਕਲਾਕਾਰੀ ਕਰਦੇ ਪਏ ਆ ਸਾਰੇ ਅਧਿਆਪਕ ਸਾਹਿਬਾਨ ਜਿਹੜੇ। ਤੇ ਮੈਂ ਪੁੱਛਣਾ ਚਾਹਾਂਗੀ ਜਿਹੜੀ ਇਹ ਕਲਾਕਾਰੀ ਤੁਸੀਂ ਸਿਰਫ ਅਧਿਆਪਕਾਂ ਨੂੰ ਉੱਥੇ ਟ੍ਰੇਨਿੰਗ ਦੇ ਕੇ ਕਰਵਾ ਰਹੇ ਹੋ ਜਾਂ ਤੁਸੀਂ ਜ਼ੂਮ ਦੇ ਥਰੂ ਬੱਚਿਆਂ ਨੂੰ ਸਿਖਾਉਣ ਦਾ ਯਤਨ ਵੀ ਕੁਝ ਕੀਤਾ ਇੰਟਰਨੈਸ਼ਨਲ ਤੌਰ ਤੇ ਪੱਧਰ ਤੇ, ਜਿਵੇਂ ਕਿ ਹੁਣ ਇਸ ਸਮੇਂ ਤੇ ਭਾਵੇਂ ਇੰਡੀਆ ਭਾਰਤ ਜੀ ਅਸੀਂ ਦੇਖ ਲਈਏ ਪੂਰੇ ਵਰਲਡ ਤੇ ਲੋਕਡਾਊਨ ਲੱਗਾ ਹੋਇਆ, ਕਿ ਇਹਦੇ ਬਾਰੇ ਵੀ ਆਪ ਜੀ ਨੇ ਕਦੀ ਸੋਚਿਆ ਹੈਗਾ ਕਿ ਜ਼ੂਮ ਤੇ ਕਿਸੇ ਨੂੰ ਕਲਾਸਿਸ ਦੇ ਕੇ ਕੈਲੀਗ੍ਰਾਫੀ ਤੇ ਪੰਜਾਬੀ ਮਾਂ ਬੋਲੀ ਦੀ ਸੋਹਣੀ ਲਿਖਾਈ ਉਹਨਾਂ ਨੂੰ ਸਿੱਖਿਆ ਅੱਗੇ ਵੰਡਣੀ ਹੈ? ਜਾਂ
ਹਾਂਜੀ ਬਿਲਕੁਲ ਜੀ, ਇਹ ਸੋਚ ਕੇ ਅਸੀਂ ਵੀਡੀਓਜ਼ ਹੈ ਜਿਹੜੀਆਂ ਇਸ ਸੁੰਦਰ ਲਿਖਾਈ ਦੇ ਉੱਤੇ ਵੀਡੀਓਜ਼ ਤਿਆਰ ਕੀਤੀਆਂ ਸੀਗੀਆਂ। ਵੀਡੀਓਜ਼ ਤਿਆਰ ਕਰਕੇ ਉਹ YouTube ਦੇ ਉੱਤੇ ਅਸੀਂ ਅਪਲੋਡ ਕਰ ਦਿੱਤੀਆਂ। ਉਹਦੇ ਕਰਕੇ ਵਰਲਡ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਪੰਜਾਬੀ ਲੋਕ ਸਾਡੇ ਨਾਲ ਜੁੜੇ ਹੋਏ ਹੈਗੇ ਆ, ਔਰ ਪੰਜਾਬ ਦੇ ਵਿੱਚ ਵੀ ਸਾਡੀ ਸਾਰੀ ਟੀਮ ਹੈ ਜਿਹੜੀ ਉਹ ਮੈਪ ਦੇ ਉੱਤੇ ਅਸੀਂ ਪੰਜਾਬੀ ਰਾਈਟਿੰਗ ਦਾ ਕੈਂਪ 5 ਦਿਨਾਂ ਦਾ ਕੈਂਪ ਆਰਗੇਨਾਈਜ਼ ਕਰਦੇ ਹੁੰਦੇ ਆ। ਉਹ 5 ਦਿਨਾਂ ਦੇ ਵਿੱਚ ਸਾਡੀ ਜਿਹੜੀ ਟੀਮ ਹੈਗੀ ਆ, ਪੰਜਾਬ ਭਰ ਦੇ ਅਧਿਆਪਕ ਸਾਹਿਬਾਨ ਹੈਗੇ ਆ, ਜੇ ਸਾਡੇ ਕੋਲੇ 300 400 ਵਿਦਿਆਰਥੀ ਵੀ ਉਹਦੇ ਵਿੱਚ ਭਾਵੇਂ ਬੱਚੇ ਹੋ ਜਾਣ ਜਾਂ ਕੋਈ ਵੀ ਸਿਆਣੇ ਆਦਮੀ ਵੀ ਹੋ ਸਕਦੇ ਆ, ਵੱਧ ਉਮਰ ਦੇ ਲੋਕ ਵੀ ਹੋ ਸਕਦੇ ਆ, ਤਾਂ ਉਹਨਾਂ ਸਾਡੇ ਜਿਹੜੇ 300-400 ਟੀਚਰਾਂ ਦੀ ਟੀਮ ਆ ਜਾਂ ਰਾਈਟਿੰਗ ਐਕਸਪਰਟ ਹੈਗੇ ਆ, ਉਹਨਾਂ ਨੂੰ ਅਸੀਂ ਨਾਲ ਲੈ ਲੈਂਦੇ ਆ। ਉਹਨਾਂ ਨੂੰ ਨਾਲ ਲੈ ਕੇ ਅਸੀਂ ਜਿਹੜੇ ਵੀ ਸਾਡੇ ਕੋਲੇ ਸਿੱਖਣ ਦੇ ਲਈ ਆਉਂਦੇ ਆ ਵਿਦਿਆਰਥੀ ਆ ਜਾਣ ਜਾਂ ਕੋਈ ਵੀ ਆਉਂਦੇ, ਤਾਂ ਉਹ ਅਸੀਂ ਡਿਵਾਈਡ ਕਰ ਦਿੰਦੇ ਉਹਨਾਂ ਨੂੰ। ਔਰ 5 ਡੇਜ਼ ਅਸੀਂ ਜਦੋਂ ਕਲਾਸਾਂ ਲਗਾਉਂਦੇ ਆ, ਔਰ 5ਵੇਂ ਦਿਨ ਜਾ ਕੇ ਜ਼ਮੀਨ ਆਸਮਾਨ ਦਾ ਫਰਕ ਹੈ ਜਿਹੜਾ ਉਹਨਾਂ ਦੀ ਲਿਖਤ ਦੇ ਵਿੱਚ ਪੈ ਜਾਂਦਾ ਆ। ਇੱਕ ਵਾਰੀ ਅਸੀਂ ਉਹਨਾਂ ਨੂੰ ਟਰੈਕ ਦੇ ਉੱਤੇ ਚੜਾ ਦਿੰਦੇ ਆ। ਬਾਕੀ ਜਿਹੜਾ ਕੰਮ ਹੁੰਦਾ ਆ ਉਹ ਅਭਿਆਸ ਦਾ ਕੰਮ ਹੁੰਦਾ ਆ, ਤਾਂ ਅਭਿਆਸ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਅਸੀਂ ਇਹ ਨਹੀਂ ਕਰਦੇ ਵੀ ਅਸੀਂ 5 ਦਿਨ ਦਾ ਕੈਂਪ ਲਾ ਲਿਆ ਤੇ ਅਸੀਂ ਤੁਹਾਡੇ ਨਾਲੋਂ ਲਿੰਕ ਕੱਟ ਆਫ ਹੋ ਗਿਆ, ਇਸ ਤਰ੍ਹਾਂ ਨਹੀਂ ਹੈਗਾ। ਭਵਿੱਖ ਦੇ ਵਿੱਚ ਵੀ ਜਦੋਂ ਮਰਜ਼ੀ ਸਾਡੀ ਟੀਮ ਦੇ ਕਿਸੇ ਵੀ ਮੈਂਬਰ ਦੇ ਕੋਲ ਉਹ ਫੋਨ ਨੰਬਰ ਸਾਡੇ ਦਿੱਤੇ ਹੁੰਦੇ ਆ, ਉਹਦੇ ਵਿੱਚ ਉਹਦੇ ਲਿਖਾਈ ਲਿਖ ਕੇ ਉਹ ਆਪਣੀ WhatsApp ਦੇ ਉੱਤੇ ਭੇਜਦੇ ਆ ਜਦੋਂ, ਔਰ ਅਸੀਂ ਉਹਨਾਂ ਨੂੰ ਪ੍ਰੋਪਰ ਜਿਹੜੇ ਹੈਗੇ ਆ ਗਾਈਡਲਾਈਨ ਦਿੰਦੇ ਹੋਏ ਗਾਈਡ ਕਰ ਦਿੰਦੇ ਆ। ਤੇ ਇਸ ਤਰ੍ਹਾਂ ਜਿਹੜਾ ਅਸੀਂ ਆਪਣਾ ਪ੍ਰੋਜੈਕਟ ਹੈ ਇਹ ਚਲਾਉਂਦੇ ਹਾਂ। ਤੇ ਜੇਕਰ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓਗੇ ਤਾਂ ਅਸੀਂ ਤੁਹਾਡੇ ਵੀ ਜਿਹੜੇ ਬੱਚੇ ਹੈਗੇ ਆ ਉਹ ਵੀ ਅਸੀਂ ਜ਼ੂਮ ਐਪ ਦੇ ਉੱਤੇ ਕੈਂਪ ਆਰਗੇਨਾਈਜ਼ ਕਰ ਸਕਦੇ ਹਾਂ। ਬਿਲਕੁਲ ਜ਼ਰੂਰ ਜੀ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। ਅਸੀਂ ਕੱਲ ਵੈਸੇ ਗੱਲ ਕੀਤੀ ਸੀ ਜ਼ੂਮ ਦੇ ਉੱਤੇ, ਕੱਲ ਸਵੇਰ ਨੂੰ ਜਦੋਂ ਨਿਤਨੇਮ ਤੋਂ ਬਾਅਦ ਸੰਗਤ ਦੇ ਵਿੱਚ, ਤਾਂ ਉੱਥੇ ਕਾਫੀ 4-5 ਬੱਚਿਆਂ ਨੇ ਮਤਲਬ ਹੁੰਗਾਰਾ ਭਰਿਆ ਕਿ ਅਸੀਂ ਕੈਲੀਗ੍ਰਾਫੀ ਤੇ ਸੋਹਣੀ ਲਿਖਾਈ ਲਿਖਣਾ ਚਾਹੁੰਦੇ ਆ ਤੇ ਇਹਦੇ ਬਾਰੇ ਪਤਾ ਕਰੋ, ਇਹਦੀ ਫੀਸ ਕੀ ਹੋਵੇਗੀ, ਕਿਵੇਂ ਹੋਵੇਗੀ, ਕਿਵੇਂ ਸਾਨੂੰ ਮਿਲੇਗਾ ਸਾਰਾ ਕੁਝ। ਤਾਂ ਇਹ ਇੱਕ ਕਾਫੀ ਚੰਗਾ ਪੋਜ਼ਿਟਿਵ ਮੈਸੇਜ ਹੈਗਾ ਜੋ ਲੋਕਾਂ ਵਿੱਚ ਦੇਖ ਕੇ, ਕਿਉਂਕਿ ਅਸੀਂ ਫੋਟੋਆਂ ਜ਼ੂਮ ਦੇ ਉੱਤੇ ਦਿਖਾ ਦਿੱਤੀਆਂ ਸੀ ਤਾਂ ਉਹ ਜਦੋਂ ਵੇਖਣ ਲੱਗੇ ਕਹਿੰਦੇ ਵਾਓ ਦਿਸ ਇਜ਼ ਅਮੇਜ਼ਿੰਗ, ਵੀ ਵਾਂਟ ਟੂ ਲਰਨ ਐਸ ਵੈਲ ਆਲਸੋ। ਸੋ ਇਹਦੇ ਬਾਰੇ ਅਸੀਂ ਤੁਹਾਨੂੰ ਹੋਰ ਪੁੱਛਾਂਗੇ। ਮੈਂ ਤੁਹਾਨੂੰ ਇੱਕ ਸਵਾਲ ਹੋਰ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੇ ਤੁਹਾਡੇ ਨਾਲ ਸਾਰੇ ਜਣੇ ਆਪਣੇ ਵੀਰ ਜੁੜ ਚੁੱਕੇ ਨੇ, ਇਹ ਤਾਂ ਇੱਕੋ ਸ਼ਹਿਰ ਤੋਂ ਬਿਲੋਂਗ ਨਹੀਂ ਕਰਦੇ ਨੇ। ਹਾਂਜੀ, ਇਹ ਵੱਖਰੇ ਸ਼ਹਿਰਾਂ ਤੋਂ ਤੁਸੀਂ ਇਹਨਾਂ ਹੀਰਿਆਂ ਨੂੰ ਕਿਵੇਂ ਪੂਰੇ ਪੰਜਾਬ ਦੇ ਵਿੱਚੋਂ ਲੱਭ ਕੇ ਤੇ ਆਪਣੇ ਨਾਲ ਇੱਕ ਇਹਨਾਂ ਦੀ ਮਾਲਾ ਪਰੋਈ ਹੈ? ਹਾਂਜੀ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਗੱਲ ਕਰ ਚੁੱਕਾ ਹੋਇਆ ਵੀ ਮੈਂ ਸਪਿਰਚੁਅਲ ਮਾਰਗ ਦੇ ਉੱਤੇ ਚੱਲਿਆ ਹੋਇਆ ਸੀਗਾ, ਗੁਰਬਾਣੀ ਨਾਲ ਬਹੁਤ ਪਿਆਰ ਹੈਗਾ ਮੇਰਾ। ਤਾਂ ਉੱਥੋਂ ਜੋ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੋਈ ਹੈਗੀ ਹੈ ਵੀ ਤੁਸੀਂ ਵੰਡੋ, ਉਹਨੇ ਇੱਕ ਸਾਨੂੰ ਸਿਧਾਂਤ ਦਿੱਤਾ ਹੋਇਆ ਵੀ ਦੂਜਾ ਕੋਈ ਹੈ ਹੀ ਨਹੀਂ। ਗੁਰਬਾਣੀ ਕਹਿੰਦੇ ਸਭੇ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਨਾ। ਤਾਂ ਜਦੋਂ ਇਹ ਗੱਲ ਦੇਖਣ ਲੱਗ ਪਈ, ਜਿਸ ਪਰਮਾਤਮਾ ਨੂੰ ਲੱਭਦੇ ਪਏ ਸੀ ਉਹ ਬੱਚਿਆਂ ਦੇ ਵਿੱਚ ਦੇਖਣ ਲੱਗ ਪਿਆ, ਫਿਰ ਮਨ ਦੇ ਵਿੱਚ ਇਹ ਆਈਡੀਆ ਹੋ ਗਿਆ ਵੀ ਇਸ ਪ੍ਰੋਜੈਕਟ ਨੂੰ ਸਾਰੇ, ਇੱਕ ਵੀ ਬੱਚਾ ਜਿਹੜਾ ਉਹ ਗੁਰਪ੍ਰੀਤ ਸਿੰਘ ਵਰਗਾ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਬਚਪਨ ਦੇ ਵਿੱਚ ਇੰਨਾ ਤਰਸਿਆ ਸੁੰਦਰ ਲਿਖਾਈ ਨੂੰ, ਪਰ ਕਿਤੇ ਨਾ ਕਿਤੇ ਇਹੋ ਜਿਹੇ ਅਧਿਆਪਕ ਸੰਪਰਕ ਦੇ ਵਿੱਚ ਨਹੀਂ ਆਏ ਜਿਹੜੇ ਮੈਨੂੰ ਇਸ ਸੁੰਦਰ ਲਿਖਾਈ ਦੇ ਬਾਰੇ ਜਾਣਕਾਰੀ ਦਿੰਦੇ ਜਾਂ ਟਿਪਸ ਦਿੰਦੇ। ਸੋ ਇਸ ਟਾਰਗੇਟ ਨੂੰ ਮੁੱਖ ਰੱਖਦੇ ਹੋਏ ਕੋਸ਼ਿਸ਼ ਆਰੰਭਣੀ 2012 ਦੇ ਵਿੱਚ ਸ਼ੁਰੂ ਕਰ ਦਿੱਤੀ ਸੀ, ਵਰਕਬੁੱਕ ਵਗੈਰਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀ। 2016 ਦੇ ਵਿੱਚ ਵੀਡੀਓ ਬਣਾ ਕੇ ਸਿੱਖਿਆ ਸਕੱਤਰ ਸਾਡੇ ਬਹੁਤ ਵਧੀਆ ਆਫੀਸਰ ਹੈਗੇ ਆ ਸ਼੍ਰੀ ਕ੍ਰਿਸ਼ਨ ਕੁਮਾਰ ਜੀ, ਉਹਨਾਂ ਕੋਲੇ ਲੈ ਕੇ ਮੈਂ ਵੀਡੀਓਜ਼ ਲੈ ਕੇ ਪਹੁੰਚਿਆ ਤਾਂ ਉਹਨਾਂ ਨੇ ਉਹ ਵੀਡੀਓਜ਼ ਦਾ ਜਿਹੜੀਆਂ ਐਜੂਸੈਟ ਦੇ ਉੱਤੇ ਪੰਜਾਬ ਭਰ ਦੇ ਅਧਿਆਪਕਾਂ ਨੂੰ ਡਿਸਪਲੇ ਕਰ ਦਿੱਤੀਆਂ, ਜਿੱਥੇ ਮੇਰਾ ਨੰਬਰ ਵੀ ਡਿਸਪਲੇ ਕੀਤਾ ਹੋਇਆ ਸੀ। ਤਾਂ ਉਹਦੇ ਨਾਲ ਫਿਰ ਲਗਭਗ ਪੰਜਾਬ ਭਰ ਤੋਂ ਟੀਚਰ ਮੇਰੇ ਸੰਪਰਕ ਦੇ ਵਿੱਚ ਆਉਣ ਲੱਗ ਪਏ। ਤਾਂ ਜਿਸ ਤਰ੍ਹਾਂ ਕਹਿੰਦੇ ਆ ਵੀ ਜਿਸ ਤਰ੍ਹਾਂ ਦੀ ਸਾਡੀ ਟੀਚਰ ਤਾਂ ਹਜ਼ਾਰਾਂ ਹੀ ਸੰਪਰਕ ਦੇ ਵਿੱਚ ਆਏ, ਪਰ ਇਹ ਜਿਹੜੇ ਹੀਰੇ ਇਕੱਠੇ ਹੋਏ ਆ ਇਹ ਲਗਭਗ ਮੇਰੀ ਫ੍ਰੀਕੁਐਂਸੀ ਦੇ ਉੱਤੇ ਸੀ, ਬਹੁਤ ਪੋਜ਼ਿਟਿਵ ਸੀ, ਬਹੁਤ ਹੀ ਸਕਾਰਾਤਮਕ ਸੀ, ਔਰ ਇਸੇ ਵਿਚਾਰ ਦੇ ਧਾਰਨੀ ਸੀਗੇ ਹੈਲਪ ਅਦਰ ਬਿਕੋਜ਼ ਦੇਅਰ ਦੂਜੇ ਲੋਕਾਂ ਦੀ ਮਦਦ ਕਰੋ ਕਿਉਂਕਿ ਦੂਜਾ ਕੋਈ ਹੈ ਹੀ ਨਹੀਂ। ਜਿਸ ਤਰ੍ਹਾਂ ਕਿ ਗੱਲ ਮੈਂ ਪਹਿਲਾਂ ਕਰ ਚੁੱਕਾ ਵੀ ਸਭੇ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਨਾ। ਤਾਂ ਇਹਨਾਂ ਦਾ ਵੀ ਇਹੀ ਆਈਡੀਆ ਹੈਗਾ ਆ, ਜਦੋਂ ਵੀ ਕੋਈ ਵੀ ਟੀਚਰ ਜਾਂ ਕੋਈ ਬੱਚਾ ਇਹਨਾਂ ਦੇ ਨਾਲ ਸੰਪਰਕ ਕਰਦਾ ਆ ਜਾਂ ਮੇਰੇ ਨਾਲ ਸੰਪਰਕ ਕਰਦਾ, ਜੋ ਇੱਕ ਚੀਜ਼ ਪੁੱਛਦਾ ਤਾਂ ਇਹ ਸਾਰੇ ਦੇ ਸਾਰੇ ਉਹਨੂੰ 10 ਚੀਜ਼ਾਂ ਦੱਸਣ ਦੇ ਲਈ ਤਿਆਰ ਹੁੰਦੇ ਆ। ਸਾਰਾ A to Z ਕਲੀਅਰ ਜਿਹੜਾ ਉਹਨੂੰ ਕਰ ਦਿੱਤਾ ਜਾਂਦਾ ਫੰਡਾ ਸੁੰਦਰ ਲਿਖਾਈ ਦੇ ਸੰਬੰਧ ਦੇ ਵਿੱਚ। ਤੇ ਸੋ ਇਸ ਤਰ੍ਹਾਂ ਕਰਕੇ ਇਹ ਜਿਹੜੇ ਸੇਮ ਫ੍ਰੀਕੁਐਂਸੀ ਤੇ ਹੋਣ ਕਰਕੇ ਜੁੜ ਗਏ। ਹੁਣ ਵੀ ਸਾਡੀ
ਕਾਫੀ ਦਿਲੀ ਸਾਂਝ ਹੈਗੀ ਹੈ। ਜਦੋਂ ਸਾਡੀ ਗੱਲਬਾਤ ਹੁੰਦੀ ਹੈ ਤਾਂ ਲਗਭਗ ਅੱਧਾ ਪੌਣਾ ਘੰਟਾ ਵੀ ਸਾਡੀ ਆਪਸ ਦੇ ਵਿੱਚ ਗੱਲਬਾਤ ਚੱਲਦੀ ਰਹਿੰਦੀ ਹੈ। ਪਰ ਸੁੰਦਰ ਲਿਖਾਈ ਦੇ ਵਿਸ਼ੇ ਤੇ ਜਾਂ ਪੋਜ਼ਿਟਿਵਿਟੀ ਦੇ ਵਿਸ਼ੇ ਤੇ ਸਾਡੀ ਜਿਹੜੀ ਉਹ ਗੱਲਬਾਤ ਚੱਲਦੀ ਰਹਿੰਦੀ ਹੈ, ਜਾਂ ਭਵਿੱਖ ਦੇ ਵਿੱਚ ਸਾਡੀ ਅਸੀਂ ਕੀ ਪਲਾਨਿੰਗ ਕਰਨੀ ਹੈ, ਕਿਸ ਤਰ੍ਹਾਂ ਹੋਰ ਕੈਲੀਗ੍ਰਾਫੀ ਨੂੰ ਜਾਂ ਸੁੰਦਰ ਲਿਖਾਈ ਨੂੰ ਸਪਰੈਡ ਕਰਨਾ, ਉਹਦੇ ਬਾਰੇ ਸਾਡੀ ਜਿਹੜੀ ਵਾਰਤਾਲਾਪ ਚੱਲਦੀ ਰਹਿੰਦੀ ਹੈ। ਜੀ ਇੱਕ ਹੋਰ ਸਵਾਲ ਤੁਹਾਡੇ ਨਾਲ ਪੁੱਛਣਾ ਚਾਹਾਂਗੀ ਕਿ ਸੁੰਦਰ ਲਿਖਾਈ ਦੇ ਬਾਬਤ ਦੇ ਨਾਲ ਤੁਹਾਡੀ ਟੀਮ ਵੱਲੋਂ ਹੋਰ ਕਿਹੜੇ ਉਪਰਾਲੇ ਭਵਿੱਖ ਦੇ ਵਿੱਚ ਕੀਤੇ ਜਾਣਗੇ ਜਾਂ ਕਰਨ ਦਾ ਯਤਨ ਕਰੋਗੇ ਤੁਸੀਂ? ਹਾਂਜੀ, ਭਵਿੱਖ ਦੇ ਵਿੱਚ ਸਾਡੀ ਇਹ ਸੋਚ ਹੈਗੀ ਹੈ ਜੀ ਵੀ ਪੋਜ਼ਿਟਿਵਿਟੀ ਨੂੰ ਸੁੰਦਰ ਲਿਖਾਈ ਦੇ ਨਾਲ ਸਪਰੈਡ ਕੀਤਾ ਜਾਵੇ। ਪੋਜ਼ਿਟਿਵਿਟੀ ਕੀ ਐਕਚੁਅਲੀ ਇਫੈਕਟ ਕੀ ਹੈਗਾ ਵੀ ਸੁੰਦਰ ਲਿਖਾਈ ਪੋਜ਼ਿਟਿਵਿਟੀ ਨਾਲ ਬੜਾ ਡੂੰਘਾ ਸੰਬੰਧ ਹੈ। ਮੈਂ ਅਕਸਰ ਗੱਲ ਕਰਦਾ ਹੁੰਦਾ ਵੀ 20 ਪੈਸੇ ਸੁੰਦਰ ਜਿਹੜੇ ਰੁਪਈਏ ਦੇ ਵਿੱਚੋਂ 20 ਪੈਸੇ ਸੁੰਦਰ ਲਿਖਾਈ ਦੇ ਨੁਕਤੇ ਕੰਮ ਕਰਦੇ ਆ, 80% ਸਾਡੀ ਸੋਚ ਹੈ ਜਿਹੜੀ ਉਹ ਇਹਦੇ ਉੱਤੇ ਕੰਮ ਕਰਦੀ ਹੈ। ਜੇਕਰ ਅਸੀਂ ਸਕਾਰਾਤਮਕ ਹੋ ਕੇ ਪ੍ਰੈਕਟਿਸ ਕਰਦੇ ਹਾਂ ਤਾਂ ਸਾਨੂੰ ਇਹਦੇ ਨਤੀਜੇ ਮਿਲ ਜਾਂਦੇ ਆ। ਜੇਕਰ ਸਾਡੀ ਸੋਚ ਨਹੀਂ ਬਦਲਦੀ ਇਹਦੇ ਬਾਰੇ ਤਾਂ ਫਿਰ ਸੁੰਦਰ ਲਿਖਾਈ ਦੀ ਅਸੀਂ ਜਿੰਨੀ ਦੇਰ ਮਰਜ਼ੀ ਪ੍ਰੈਕਟਿਸ ਕਰੀ ਚੱਲੀਏ, ਲਿਖਾਈ ਦੇ ਉੱਤੇ ਸਾਡੀ ਪਕੜ ਹੈ ਜਿਹੜੀ ਉਹ ਨਹੀਂ ਬਣੂਗੀ। ਇਹਦੇ ਪਿੱਛੇ ਵੀ ਅਸੀਂ ਅਕਸਰ ਜਿਹੜਾ ਵੀ ਸਾਡੇ ਕੋਲੇ ਲਿਖਾਈ ਸਿੱਖਣ ਦੇ ਲਈ ਆਉਂਦਾ ਉਹਨੂੰ ਅਸੀਂ ਦੱਸ ਦਿੰਦੇ ਹਾਂ ਵੀ ਅਸੀਂ ਜਸਟ ਪ੍ਰੈਕਟਿਸ ਕਰਨੀ ਹੈ ਤਾਂ ਸਾਰਿਆਂ ਦੇ ਵਿੱਚ ਪਰਮਾਤਮਾ ਬੈਠਾ ਹੋਇਆ। ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ ਤਾਂ ਸਾਡੀ ਜਿਹੜੀ ਕਮਾਂਡ ਚਲੀ ਜਾਂਦੀ ਹੈ ਉਸ ਪਰਮਾਤਮਾ ਨੂੰ, ਜਾਂ ਸਾਡੀ ਅਰਦਾਸ ਹੋ ਜਾਂਦੀ ਹੈ ਵੀ ਮੈਂ ਇਸ ਕੰਮ ਦੇ ਵਿੱਚ ਨਿਪੁੰਨ ਹੋਣਾ ਚਾਹੁੰਦਾ ਹਾਂ। ਤਾਂ ਜਦੋਂ ਅਸੀਂ ਲਗਾਤਾਰ ਐਫਰਟ ਕਰਦੇ ਹਾਂ ਤੇ ਫਿਰ ਉਹ ਪਰਮਾਤਮਾ ਵੀ ਸਾਡੀ ਮਦਦ ਕਰਦਾ ਹੈ ਤਾਂ ਸਾਡੇ ਹੱਥਾਂ ਦੇ ਵਿੱਚ ਜਿਹੜਾ ਉਹ ਜਾਦੂ ਉਤਰਨਾ ਸ਼ੁਰੂ ਹੋ ਜਾਂਦਾ ਲਗਾਤਾਰ ਅਭਿਆਸ ਕਰਨ ਦੇ ਨਾਲ। ਹੁਣ ਜੇ ਤੁਸੀਂ ਜਿਹੜੀਆਂ ਲਿਖਾਈਆਂ ਤੁਹਾਡੇ ਕੋਲੇ ਪਹੁੰਚੀਆਂ, ਤੁਸੀਂ ਕੋਸ਼ਿਸ਼ ਕਰਕੇ ਦੇਖ ਲਓ ਕਿਸੇ ਵੀ ਕਿਸੇ ਇੱਕ ਟੀਚਰ ਦੀ ਲਿਖਾਈ ਜੇ ਸੱਸਾ ਹੀ ਪਾਉਣਾ ਨਾ ਤੇ ਉਹ ਸੱਸੇ ਦੀ ਇੱਕ ਵੀ ਲਾਈਨ ਬਣਾਓਗੇ ਤਾਂ ਤੁਹਾਡੀ ਉਹ ਇੱਕ ਲਾਈਨ ਵੀ ਉਹਦੇ ਨਾਲ ਰਲਦੀ ਨਹੀਂ ਹੋਊਗੀ। ਉਹਦੇ ਪਿੱਛੇ ਕਾਰਨ ਕੀ ਹੈਗਾ ਵੀ ਉਹ ਟੀਚਰ ਅਭਿਆਸ ਕਰਦਾ, ਪੋਜ਼ਿਟਿਵ ਰਹਿ ਕੇ ਅਭਿਆਸ ਕਰਦਾ ਤਾਂ ਫਿਰ ਉਹ ਪਰਮਾਤਮਾ ਜਿਹੜਾ ਆਪ ਉਹਦੇ ਹੱਥਾਂ ਦੇ ਵਿੱਚ ਉਤਰ ਆਉਂਦਾ ਔਰ ਉਹ ਜਿਹੜੀ ਉਹ ਕਲਾ ਜਿਹੜੀ ਨਿੱਤਰ ਕੇ ਸਾਹਮਣੇ ਆ ਜਾਂਦੀ ਹੈ। ਇਹਦੇ ਪਿੱਛੇ ਮੇਨ ਸਾਰਾ ਕੁਛ ਹੀ ਪੋਜ਼ਿਟਿਵਿਟੀ ਦਾ ਸਿਧਾਂਤ ਕੰਮ ਕਰਦਾ ਪਿਆ। ਔਰ ਅਸੀਂ ਅੱਗੇ ਇਹ ਟੀਚਾ ਲੈ ਕੇ ਚੱਲੇ ਆ, ਇੱਕ ਨਵੀਂ ਵਰਕਬੁੱਕ ਹੈ ਜਿਹੜੀ ਉਹ ਤਿਆਰ ਕਰ ਰਹੇ ਹਾਂ ਜਿਹਦੇ ਵਿੱਚ ਸੁੰਦਰ ਲਿਖਾਈ ਪਲੱਸ ਕੈਲੀਗ੍ਰਾਫੀ ਦੇ ਜਿਹੜੇ ਨੁਕਤੇ ਡਿਟੇਲ ਦੇ ਵਿੱਚ ਤੇ ਪਲੱਸ ਉਹਦੇ ਨਾਲ ਅਸੀਂ ਕੁਝ ਸਕਾਰਾਤਮਕ ਪੈਰੇ ਤੇ ਵਾਕ ਇਸ ਤਰ੍ਹਾਂ ਦੇ ਪਾਵਾਂਗੇ ਜਿਹਦੇ ਨਾਲ ਦੀ ਨਾਲ ਅਭਿਆਸ ਦੇ ਨਾਲ ਉਹ ਪੋਜ਼ਿਟਿਵਿਟੀ ਹੈ ਜਿਹੜੀ ਸਿੱਖਣ ਵਾਲੇ ਦੇ ਮਨ ਦੇ ਵਿੱਚ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਫੀਡ ਹੋ ਜਾਵੇ ਔਰ ਉਹ ਪੋਜ਼ਿਟਿਵਿਟੀ ਦੇ ਨਾਲ ਹੀ ਜਿਹੜੇ ਹੈਗੇ ਆ ਸਕਾਰਾਤਮਕ ਨਤੀਜੇ ਉਹਨੂੰ ਮਿਲਣ ਲੱਗ ਪੈਣਗੇ। ਠੀਕ ਹੈ ਜੀ, ਧੰਨਵਾਦ ਜੀ। ਬਹੁਤ ਸੋਹਣੇ ਵਿਚਾਰ ਦਿੱਤੇ ਨੇ ਕਿ ਪੋਜ਼ਿਟਿਵ ਅੰਦਰ ਦੇ ਨਾਲ ਫਿਰ ਗੁਰੂ ਵੀ ਧਾਰਨ ਕਰਨਾ ਪਏਗਾ। ਸੋ ਗੁਰੂ ਵੀ ਗਿਆਨ ਨਾ ਹੋਈ, ਗੁਰੂ ਹੋਏਗਾ ਤਾਂ ਫਿਰ ਗੁਰੂ ਦੇ ਨਾਲ ਹੀ ਇਸ ਅੰਦਰ ਲਿਖਾਈ ਸਾਰੀ ਅਸੀਂ ਉਸ ਫਲਸਫੇ ਤੱਕ ਪਹੁੰਚ ਸਕਾਂਗੇ ਕਿ ਜਿੱਥੇ ਸਾਡੇ ਹੱਥਾਂ ਵਿੱਚ ਉਹ ਗੁਣ ਹਾਸਲ ਹੋ ਜਾਵੇ ਤਾਂ ਆਪਾਂ ਇਹਨੂੰ ਸੋਹਣੇ ਹਮੇਸ਼ਾ ਜਿਹੜੀ ਪੰਜਾਬੀ ਮਾਂ ਬੋਲੀ ਹੋਏ, ਮੈਂ ਬੋਲੀਆਂ ਦਾ ਕਿਸੇ ਦਾ ਵੀ ਕੁਛ ਨਹੀਂ ਕਹਿੰਦੇ, ਬੋਲੀਆਂ ਤਾਂ ਸਾਰੀਆਂ ਹੀ ਆਪਣੇ ਆਪ ਵਿੱਚ ਇੱਕ ਮਾਣ ਪ੍ਰਾਪਤ ਕਰਦੀਆਂ ਨੇ, ਭਾਵੇਂ ਹਿੰਦੀ ਦੀ ਬੋਲੀ ਹੋਵੇ, ਅੰਗਰੇਜ਼ੀ ਹੋਵੇ, ਉਰਦੂ, ਫਾਰਸੀ ਹੋਵੇ, ਅਰਬਿਕ ਹੋਵੇ, ਬੋਲੀਆਂ ਤਾਂ ਸਾਰੀਆਂ ਹੀ ਆਪਣੇ ਆਪ ਵਿੱਚ ਹੀ ਉਹਨਾਂ ਦਾ ਇੱਕ ਮਾਣ ਹੁੰਦਾ, ਉਹਨਾਂ ਦੀ ਬੋਲੀ ਦਾ ਇੱਕ ਵਿਲੱਖਣਤਾ ਹੁੰਦੀ ਹੈ। ਪਰ ਜਿਹੜੀ ਤੇ ਹਰ ਇੱਕ ਨੂੰ ਇਹੀ ਚਾਹੀਦਾ ਕਿ ਆਪਣੀ ਜਿਹੜੀ ਬੋਲੀ ਹੈ ਉਹਨੂੰ ਹੋਰ ਮਾਣ ਦੇਣ ਵਾਸਤੇ ਸੋਹਣੇ ਅੱਖਰਾਂ ਦੇ ਵਿੱਚ ਉਹਨੂੰ ਪਰੋ ਕੇ ਤੇ ਲਿਖਣ ਤਾਂ ਕਿ ਉਹ ਹਮੇਸ਼ਾ ਦੇ ਉੱਪਰ ਗਰਵ ਕਰ ਸਕਣ। ਤੇ ਉਹਦੇ ਵਾਸਤੇ ਸਾਨੂੰ ਸੋਚ ਵਧੀਆ ਚਾਹੀਦੀ ਹੈਗੀ ਹੈ, ਕਿਉਂਕਿ ਜਿਹੜੀ ਚੜ੍ਹਦੀ ਕਲਾ ਦੀ ਸੋਚ ਹੈ ਉਹ ਹਰ ਇੱਕ ਦੇ ਵਿੱਚ ਸਭ ਮੇ ਰਾਮ ਸਭ ਮੇ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੇ ਚਾਨਣ ਹੋਏ ਦੀ ਉਹ ਚੀਜ਼ ਨੂੰ ਦੇਖਦੀ ਹੈ। ਉਹਨੂੰ ਦੇਖ ਕੇ ਤਾਂ ਫਿਰ ਆਪਾਂ ਹਰ ਇੱਕ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਵਿਚਾਰ ਵੀ ਸਕਦੇ ਹਾਂ, ਸਿੱਖ ਵੀ ਸਕਦੇ ਹਾਂ। ਸੋ ਉਹਦੇ ਵਾਸਤੇ ਫਿਰ ਕਵਾਂਗੀ ਕਿ ਗੁਰੂ ਧਾਰਨ ਕਰਨਾ ਪਏਗਾ। ਤੇ ਜਿਵੇਂ ਭਾਈ ਗੁਰਪ੍ਰੀਤ ਸਿੰਘ ਜੀ ਨੇ ਆਖਿਆ ਕਿ ਉਹ ਅੰਦਰ ਜੇ ਪੋਜ਼ਿਟਿਵਿਟੀ ਰਹੇਗੀ ਤੇ ਉਹ ਉੱਥੋਂ ਤੇ ਅੰਦਰ ਦਾ ਜਿਹੜਾ ਮਨੋਬਲ ਹੈ ਸਾਨੂੰ ਉਹ ਫਿਰ ਸਾਨੂੰ ਮਜਬੂਰ ਕਰੇਗਾ ਉਸ ਚੀਜ਼ ਨੂੰ ਹਾਸਲ ਕਰਨ ਵਾਸਤੇ। ਜਿਵੇਂ ਗਾਲਬ ਸਾਹਿਬ ਦਾ ਇੱਕ ਪੁਰਾਣਾ ਸ਼ੇਰ ਵੀ ਹੁੰਦਾ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਆ ਕੇ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਆਪਣਾ ਮਤਲਬ ਆਪਣਾ ਜਿਹੜਾ ਜ਼ਿੰਦਗੀ ਦਾ ਮੇਨ ਫੋਕਸ ਹੁੰਦਾ, ਗੋਲ ਹੁੰਦਾ, ਉੱਥੇ ਲਗਾ ਕੇ ਤੈਨੂੰ ਕੀ ਚਾਹੀਦਾ ਹੈਗਾ, ਜਿਹੜੀ ਚੀਜ਼ ਦੀ ਤੈਨੂੰ ਅੰਦਰੋਂ ਭੁੱਖ ਹੋਏਗੀ ਯੂਨੀਵਰਸ ਤੈਨੂੰ ਜ਼ਰੂਰ ਦੇਏਗੀ, ਕਿਉਂਕਿ ਯੂਨੀਵਰਸ ਬੇਅੰਤ ਆ, ਵੱਡੀ ਹੈ। ਜੋ ਮੰਗਾਂਗੇ ਸੋ ਪਾਵਾਂਗੇ, ਸੋ ਜੋ ਖੋਜਾਂਗੇ ਸੋ ਪਾਵਾਂਗੇ।
ਸੋ ਇਸ ਦੇ ਨਾਲ ਮੈਂ ਧੰਨਵਾਦ ਕਰਦੀ ਹਾਂ ਭਾਈ ਗੁਰਪ੍ਰੀਤ ਸਿੰਘ ਜੀ ਦਾ। ਤੁਸੀਂ ਹੋਰ ਕੁਝ ਦੱਸਣਾ ਚਾਹੋਗੇ ਤੇ ਇਹ ਲਿਖਾਈ ਲਿਖੀ ਕਿਵੇਂ ਜਾ ਸਕਦੀ, ਕੁਝ ਇੱਕ ਅੱਧਾ ਨੁਕਤਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ, ਫਿਰ ਅਸੀਂ ਅੱਗੇ ਵਧਦੇ ਆਪਣੇ ਹੋਰ ਬੁਲਾਰਿਆਂ ਪਾਸ। ਹਾਂਜੀ, ਇਹਦੇ ਲਈ ਅਸੀਂ ਇੱਕ ਵਰਕਬੁੱਕ ਹੈ ਜਿਹੜੀ ਉਹ ਤਿਆਰ ਕੀਤੀ ਹੋਈ ਹੈ ਜੀ, PDF ਫਾਈਲ ਤਿਆਰ ਕੀਤੀ ਹੋਈ ਹੈ। ਉਹਦੇ ਵਿੱਚ ਟਿਪਸ ਆ ਜਿਹੜੇ ਉਹ ਦੱਸੇ, ਸਟੈਪ ਬਾਏ ਸਟੈਪ ਅੱਖਰਾਂ ਦੀ ਸੈਟਿੰਗ ਹੈ ਜਿਹੜੀ ਉਹ ਬਣਾਈ ਹੋਈ ਹੈ। ਤਾਂ ਮੈਂ ਦੱਸਦਾ ਹੁੰਦਾ ਵੀ ਗਿਣਤੀ ਵੈਸੇ ਦੇਖਣ ਵਾਲੇ ਨੂੰ ਲੱਗਦਾ ਵੀ ਇਹ ਪਤਾ ਨਹੀਂ ਕਿਸ ਤਰ੍ਹਾਂ ਜਾਦੂਈ ਲਿਖਾਈ ਆ ਕੀਤੀ ਜਾ ਰਹੀ ਹੈ। ਤੇ ਇਹਨੂੰ ਗਰੁੱਪਿੰਗ 'ਚ ਵੰਡਿਆ ਹੋਇਆ, 35 ਅੱਖਰਾਂ ਨੂੰ 9 ਗਰੁੱਪਾਂ ਦੇ ਵਿੱਚ ਵੰਡ ਲਿਆ ਗਿਆ ਜੀ। ਹਰ ਗਰੁੱਪ ਦੇ ਵਿੱਚ ਕਿਸੇ ਗਰੁੱਪ ਦੇ ਵਿੱਚ 4 ਅੱਖਰ ਹੈ, ਕਿਸੇ ਦੇ ਵਿੱਚ 6 ਅੱਖਰ ਹੈਗੇ ਆ। ਤਾਂ ਜਿਸ ਤਰ੍ਹਾਂ ਪਹਿਲੇ ਸੈੱਟ ਦੇ ਵਿੱਚ ਅਸੀਂ ਪੱਪਾ, ਖੱਖਾ, ਧੱਦਾ, ਯਈਆ ਇਸ ਤਰ੍ਹਾਂ ਦਾ ਸੈੱਟ ਬਣਾਇਆ ਹੋਇਆ। ਜੇਕਰ ਅਸੀਂ ਇੱਕ ਅੱਖਰ ਬੱਚਾ ਸਿੱਖ ਜਾਂਦਾ ਜਾਂ ਸਿਖਿਆਰਥੀ ਸਿੱਖ ਜਾਂਦਾ, ਜੇ ਪੱਪਾ ਸਿੱਖ ਗਿਆ ਤਾਂ ਖੱਖੇ ਦੀ ਬਣਤਰ ਵੀ ਸੇਮ ਹੈ, ਧੱਦੇ ਦੀ ਬਣਤਰ ਵੀ ਲਗਭਗ ਸੇਮ ਉਹਦੇ ਨਾਲ ਰਲਦੀ ਮਿਲਦੀ ਹੈ। ਮਤਲਬ ਇੱਕ ਅੱਖਰ ਦੇ ਨਾਲ ਉਹ 6 ਅੱਖਰਾਂ ਤੇ ਕਮਾਂਡ ਆ ਉਹਦੀ ਹੋ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਦੱਸਦੇ ਹਾਂ ਵੀ ਜੇਕਰ ਤੁਸੀਂ 9 ਅੱਖਰ ਸਿੱਖ ਗਏ ਪਲੱਸ ਲਗਾ ਮਾਤਰਾ ਸਿੱਖ ਗਏ ਤਾਂ ਤੁਸੀਂ ਲਿਖਾਈ ਦੇ ਕਮਾਂਡਰ ਬਣ ਜਾਓਗੇ। ਔਰ ਜਿਵੇਂ ਜਿਵੇਂ ਅਭਿਆਸ ਕਰਦੇ ਜਾਓਗੇ ਫਿਰ ਉਵੇਂ ਉਵੇਂ ਤੁਹਾਡਾ ਜਿਹੜਾ ਉਹ ਨਿਖਾਰ ਆਉਂਦਾ ਜਾਊਗਾ। ਜਿਸ ਤਰ੍ਹਾਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕਰਦੇ ਪਏ ਸੀ ਵੀ ਅਸੀਂ ਸਾਰੀਆਂ ਚੀਜ਼ਾਂ ਨਹੀਂ ਸਿੱਖ ਸਕਦੇ, ਅਸੀਂ ਉਹ ਚੀਜ਼ ਸਿੱਖਾਂਗੇ ਜਿਹਦੇ ਤੇ ਅਸੀਂ ਫੋਕਸ ਕਰਾਂਗੇ ਜੀ। ਬਿਲਕੁਲ। ਸੋ ਕੁਦਰਤ ਨੇ ਸਾਨੂੰ ਇਹ ਗੁਣ ਦਿੱਤਾ ਹੋਇਆ, ਜਾਂ ਅਸੀਂ ਜਿਹੜੀ ਚੀਜ਼ ਦੇ ਉੱਤੇ ਫੋਕਸ ਕਰਦੇ ਹਾਂ ਉਹ ਸਾਰੀ ਕਾਇਨਾਤ ਸਾਡੇ ਵੱਲ ਨੂੰ ਹੋ ਜਾਂਦੀ ਹੈ। ਜੇ ਅਸੀਂ 5-6 ਫੋਕਸ ਰੱਖ ਕੇ ਚੱਲਾਂਗੇ, ਆ ਵੀ ਕਰ ਲਈਏ ਉਹ ਵੀ ਕਰ ਲਈਏ, ਤਾਂ ਫਿਰ ਅਸੀਂ ਇੱਕ ਵੀ ਨਿਸ਼ਾਨਾ ਜਿਹੜਾ ਉਹ ਨਹੀਂ ਲਗਾ ਸਕਾਂਗੇ। ਹਾਂ, ਇਹਦੇ ਲਈ ਟਾਈਮ ਜ਼ਰੂਰ ਦੇਣਾ ਪਊਗਾ, ਫੋਕਸ ਕਰਨਾ ਪਊਗਾ ਸਾਨੂੰ ਇਹਦੇ ਉੱਤੇ। ਉਹਦੇ ਤੇ ਬੜੇ ਸਾਰਥਕ ਨਤੀਜੇ ਆ, ਉਹ ਬੜੇ ਸਿਸਟੇਮੈਟਿਕ ਢੰਗ ਦੇ ਨਾਲ ਸਾਡੇ ਨੋਟਸ ਬਣਾਏ ਹੋਏ ਹੈਗੇ ਆ, ਵੀਡੀਓਜ਼ ਵੀ ਬਣਾਈਆਂ ਹੋਈਆਂ ਹੈਗੀਆਂ ਆ, ਸਾਰਾ ਕੁਝ ਮਟੀਰੀਅਲ ਤਿਆਰ ਹੈਗਾ ਹੈ। ਪਲੱਸ ਸਾਡੇ ਗਰੁੱਪ ਦੇ ਮੈਂਬਰ ਹੈਗੇ ਬੜੇ ਡੈਡੀਕੇਟਡ ਹੈਗੇ ਆ, ਦਿਲੀ ਤੌਰ ਦੇ ਉੱਤੇ ਬੜਾ ਧੰਨਵਾਦ ਕਰਦੇ ਆ। ਐਕਚੁਅਲੀ ਸਾਡੀ ਸਾਰੀ ਟੀਮ ਹੀ, ਇਹ ਸਾਡਾ ਲਿਖਾਈ ਦਾ ਪ੍ਰੋਜੈਕਟ ਨਹੀਂ, ਸਾਡਾ ਅਸਲ ਦੇ ਵਿੱਚ ਪਰਮਾਤਮਾ ਪ੍ਰਤੀ ਗ੍ਰੈਟੀਟਿਊਡ ਦਾ ਪ੍ਰੋਜੈਕਟ ਹੈ ਜਿਹੜਾ ਚੱਲਦਾ ਪਿਆ। ਅਸੀਂ ਬੜੇ ਧੰਨਵਾਦੀ ਹੁੰਨੇ ਆ ਜਦੋਂ ਸਾਨੂੰ ਕਿਸੇ ਵੀ ਦੀ ਇਹ ਸੇਵਾ ਕਰਨ ਦਾ ਮੌਕਾ ਮਿਲਦਾ, ਜਾਂ ਅਸੀਂ ਸੋਚਦੇ ਹਾਂ ਖਾਲੀ ਪੰਜਾਬੀ ਲਿਖਾਈ ਦੇ ਵਿੱਚ ਨਹੀਂ, ਜੀਵਨ ਦੇ ਵਿੱਚ ਵੀ ਅਸੀਂ ਇਹਨਾਂ ਗੁਣਾਂ ਨੂੰ ਧਾਰਨ ਕੀਤਾ ਹੋਇਆ। ਜੇਕਰ ਅਸੀਂ ਕਿਸੇ ਦੀ ਹੈਲਪ ਭਾਵੇਂ ਪੈਸੇ ਨਾਲ ਹੈਲਪ ਕਰ ਦਈਏ ਜਾਂ ਆਪਣੇ ਗੁਣਾਂ ਦੇ ਨਾਲ, ਜੋ ਕੁਝ ਵੀ ਸਾਡੇ ਕੋਲੇ ਬੈਸਟ ਹੈਗਾ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਦੂਜਿਆਂ ਦੀ ਹੈਲਪ ਕਰੀਏ, ਕਿਉਂਕਿ ਸਾਨੂੰ ਇਹ ਸੀਕ੍ਰੇਟ ਪਤਾ ਦੂਜਾ ਕੋਈ ਹੈ ਹੀ ਨਹੀਂਗਾ, ਉਹਦਾ ਹੀ ਰੂਪ ਹੈਗੇ ਆ ਸਾਰੇ ਦੇ ਸਾਰੇ। ਬਿਲਕੁਲ ਬਿਲਕੁਲ, ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ 3 ਗੋਲਡਨ ਰੂਲਸ ਨੇ ਕਿ ਨਾਮ ਜਪੋ ਤੇ ਵੰਡ ਛਕੋ, ਉਸ ਨੂੰ ਲੈ ਕੇ ਤੁਸੀਂ ਸ਼ੇਅਰਿੰਗ ਕਰਦੇ ਪਏ ਹੋ ਕਿ ਇਕੱਲਾ ਫੂਡ ਦਾ ਲੰਗਰ ਪ੍ਰਸ਼ਾਦੇ ਨਾਲ ਸ਼ੇਅਰਿੰਗ ਨਹੀਂ ਹੁੰਦੀ, ਪਰ ਗੁਣਾਂ ਦੀ ਵੀ ਸਾਂਝ ਹੋ ਕੇ ਆਪਾਂ ਵੰਡ ਛਕ ਸਕਦੇ ਹਾਂ। ਸੋ ਧੰਨਵਾਦ ਤੁਹਾਡਾ ਬਹੁਤ ਬਹੁਤ। ਮੈਂ ਚਲਾਂਗੀ ਆਪਣੇ ਸਰਦਾਰ ਸਤਿੰਦਰਪਾਲ ਸਿੰਘ ਜੀ ਉਹਨਾਂ ਕੋਲ, ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਉਹ ਆਪਣੇ ਬਾਰੇ ਥੋੜਾ ਦੱਸਣ। ਮੈਂ ਮਾਫੀ ਚਾਹੁੰਦੀ ਹਾਂ ਕਿ ਮੈਂ ਉਹਨਾਂ ਦਾ ਨਾਮ ਪਹਿਲੇ ਅਨਾਉਂਸ ਨਹੀਂ ਕਰ ਸਕੀ, ਸੌਰੀ ਫॉर दैट। ਐਂਡ ਕਿਰਪਾ ਕਰਕੇ ਤੁਸੀਂ ਆਪਣੇ ਬਾਰੇ ਥੋੜਾ ਦੱਸਣ ਨਾ ਕਰੋ ਕਿ ਤੁਸੀਂ ਸੁੰਦਰ ਲਿਖਾਈ ਤੇ ਜਿਹੜਾ ਤੁਸੀਂ ਆਪਣੇ ਪੋਸਟਾਂ ਵਿੱਚ ਗ੍ਰੇਸ ਗੋਡ ਸੁੰਦਰ ਲਿਖਾਈ ਦੇ ਨਾਲ ਨਾਲ ਜਿਹੜਾ ਤੁਸੀਂ ਕਰਦੇ ਹੋ ਆਪਣਾ ਡਿਜ਼ਾਈਨ ਦੇ ਵਿੱਚ ਮੋਤੀ ਪਰੋ ਦਿੰਦੇ ਹੋ, ਉਹਨਾਂ ਦੇ ਬਾਰੇ ਥੋੜਾ ਆਪ ਜੀ ਦੱਸਣਾ ਕਰੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਮ, ਮੇਰਾ ਨਾਮ ਜੀ ਸੁਰਿੰਦਰਪਾਲ ਸਿੰਘ ਤੇ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਬਿਲੋਂਗ ਕਰਦਾ। ਤੇ ਦੇਖੋ ਜੀ, ਸੁੰਦਰ ਲਿਖਾਈ ਦੇ ਸਿਲਸਿਲੇ ਦੇ ਵਿੱਚ ਮੇਰੀ ਮੇਲ ਭਾਜੀ ਗੁਰਪ੍ਰੀਤ ਸਿੰਘ ਜੀ ਨਾਲ ਮਾਰਚ 2020 ਦੇ ਵਿੱਚ ਹੋਇਆ ਜੀ। ਤੇ ਉਸ ਤੋਂ ਬਾਅਦ ਇਹਨਾਂ ਦੇ ਵਿਚਾਰ ਸੁਣ ਕੇ ਪਹਿਲੇ ਦਿਨ ਹੀ ਇਸ ਤਰ੍ਹਾਂ ਲੱਗਾ ਕਿ ਮੈਂ ਬਹੁਤ ਹੀ ਉੱਚੀ ਰੂਹ ਨਾਲ ਗੱਲ ਕਰ ਰਿਹਾ। ਇਹਨਾਂ ਨੇ ਮੈਨੂੰ ਸੁੰਦਰ ਲਿਖਾਈ ਸਿਖਾਉਣੀ ਸ਼ੁਰੂ ਕੀਤੀ ਤੇ ਇਹਨਾਂ ਨੇ ਇੱਕੋ ਚੀਜ਼ ਦੱਸੀ ਕਿ ਬੇਟਾ ਲਗਾਤਾਰ ਅਭਿਆਸ ਕਰਨਾ, ਅਭਿਆਸ ਕਰਨ ਦੇ ਨਾਲ ਤੁਸੀਂ ਕੋਈ ਵੀ ਮੈਦਾਨ ਫਤਿਹ ਕਰ ਸਕਦੇ ਹੋ। ਐਕਚੁਅਲੀ ਮੈਂ ਪਿਛਲੇ 2 ਸਾਲਾਂ ਤੋਂ ਸਰੀਰਕ ਅਤੇ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਸੀ ਤੇ ਇਹਨਾਂ ਨੇ ਮੈਨੂੰ ਲਿਖਾਈ ਦੇ ਨਾਲ ਨਾਲ ਪੋਜ਼ਿਟਿਵਿਟੀ, ਸਕਾਰਾਤਮਕ ਸੋਚ, ਜੀਵਨ ਜਿਉਣ ਦੀ ਜਾਚ ਸਿਖਾਈ। ਤੇ ਲਗਾਤਾਰ ਅਭਿਆਸ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਕਿ ਵੀਰ ਜੀ ਮੈਂ ਅੱਗੇ ਵਧਣਾ ਚਾਹੁੰਦਾ, ਤੁਸੀਂ ਮੈਨੂੰ ਹੋਰ ਦੱਸੋ ਕਿ ਮੈਂ ਕੀ ਕਰਾਂ। ਇਹ ਕਹਿੰਦੇ ਬੇਟਾ ਕਿ ਕੈਲੀਗ੍ਰਾਫੀ ਵੀ ਇੱਕ ਸੁੰਦਰ ਲਿਖਾਈ ਤੋਂ ਬਾਅਦ ਇੱਕ ਰਸਤਾ ਹੈ, ਤੁਸੀਂ ਉਸ ਤੇ ਕੋਸ਼ਿਸ਼ ਕਰ ਸਕਦੇ ਹੋ। ਤੇ ਦੇਖੋ ਜੀ, ਮੈਂ ਫਿਰ ਕੈਲੀਗ੍ਰਾਫੀ ਤੇ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਤੇ ਕੈਲੀਗ੍ਰਾਫੀ ਤੇ ਕੋਸ਼ਿਸ਼ ਕਰਦੇ ਕਰਦੇ ਪ੍ਰਮਾਤਮਾ ਨੇ ਕਿਰਪਾ ਕੀਤੀ। ਲਗਾਤਾਰ ਜੀ 7-7, 8-8 ਘੰਟੇ ਲਗਾਤਾਰ ਅਭਿਆਸ ਕੀਤਾ, ਕਿਉਂਕਿ ਲੋਕਡਾਊਨ ਦਾ ਸਮਾਂ ਸੀ ਤੇ ਲੋਕਡਾਊਨ ਦੇ ਸਮੇਂ ਦੇ ਵਿੱਚ
ਜਾਇਆ ਕਿਤੇ ਨਹੀਂ ਜਾਂਦਾ ਸੀ। ਤੇ ਜੀ ਬਾਕੀਆਂ ਵਾਸਤੇ ਲੋਕਡਾਊਨ ਨੇ ਨੁਕਸਾਨ ਕੀਤਾ, ਪਰ ਸਾਨੂੰ ਲੋਕਡਾਊਨ ਨੇ ਵਰਦਾਨ ਦਿੱਤਾ, ਜੀ ਜਿਹਦੇ ਕਰਕੇ ਅਸੀਂ ਕੈਲੀਗ੍ਰਾਫੀ ਤੇ ਸੁੰਦਰ ਲਿਖਾਈ ਸਿੱਖ ਸਕੇ। ਉਸ ਤੋਂ ਬਾਅਦ ਮੈਂ ਫਿਰ ਇੱਕ ਕੁਐਸਚਨ ਕੀਤਾ, ਕਿਉਂਕਿ ਇਹ ਚ ਮੈਂ ਚਾਹੁੰਦਾ ਸੀ ਕਿ ਕੈਲੀਗ੍ਰਾਫੀ ਨੂੰ ਹੋਰ ਸੁੰਦਰ ਬਣਾਇਆ ਜਾਵੇ। ਜੀ ਮੈਂ ਆਪਣੇ ਉਸਤਾਦ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਹੁਣ ਦੱਸੋ ਕਿ ਮੈਂ ਇਸ ਤੋਂ ਵੱਧ ਕੇ ਹੋਰ ਕੀ ਕਰਾਂ। ਉਹ ਕਹਿੰਦੇ ਕਿ ਆਰਟ ਵਰਕ ਆ, ਤੁਸੀਂ ਆਰਟ ਨਾਲ ਵੀ ਕੈਲੀਗ੍ਰਾਫੀ ਸੋਹਣੀ ਬਣਾ ਸਕਦੇ ਹੋ। ਤੇ ਮੈਂ ਕਿਹਾ ਜੀ ਮੈਨੂੰ ਦੱਸੋ ਰਸਤਾ। ਕਹਿੰਦੇ ਫਿਰ ਸਰਦਾਰ ਕਵਰਦੀਪ ਸਿੰਘ ਜੀ ਨੇ ਕਪੂਰਥਲੇ ਤੋਂ, ਉਹ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਸਕਦੇ ਨੇ। ਫਿਰ ਜੀ ਮੈਂ ਆਪਣੇ ਵੱਡੇ ਵੀਰ ਸਰਦਾਰ ਕਵਰਦੀਪ ਸਿੰਘ ਜੀ ਨਾਲ ਕੰਟੈਕਟ ਕੀਤਾ, ਇਹਨਾਂ ਨੇ ਮੈਨੂੰ ਆਰਟ ਬਾਰੇ ਜਾਣਕਾਰੀ ਦਿੱਤੀ। ਤੇ ਲਗਾਤਾਰ ਅਭਿਆਸ ਦੇ ਨਾਲ ਤੇ ਇੱਕ ਮਨ ਹੋ ਕੇ, ਇੱਕ ਤਨ ਹੋ ਕੇ ਮਿਹਨਤ ਕੀਤੀ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਜੀ। ਤੇ ਫਿਰ ਇਹ ਕਲਾ ਸਾਡੇ ਹੱਥ 'ਚ ਆਈ। ਤੋ ਬਹੁਤ ਸੁੰਦਰ ਜੀ। ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਾਂਗੀ, ਕੈਲੀਗ੍ਰਾਫੀ ਤੇ ਸੁੰਦਰ ਲਿਖਾਈ 'ਚ ਅੰਤਰ ਕੀ ਹੈ, ਫਰਕ ਕੀ ਹੈ? ਹਾਂਜੀ ਮੈਮ, ਸੁੰਦਰ ਲਿਖਾਈ ਤੇ ਕੈਲੀਗ੍ਰਾਫੀ 'ਚ ਜੇ ਅੰਤਰ ਕੀਤਾ ਜਾਵੇ ਤਾਂ ਦੇਖੋ, ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ, ਜੀ ਆਪਾਂ ਸਕੂਲ ਦੇ ਬੱਚਿਆਂ ਨੂੰ ਕਹਿੰਦੇ ਆ ਕਿ ਬੱਚਿਓ ਪ੍ਰੋਪਰ ਯੂਨੀਫਾਰਮ ਦੇ ਵਿੱਚ ਆਉਣਾ। ਜੀ ਤੇ ਬੱਚੇ ਕੀ ਕਰਦੇ ਨੇ, ਇੱਕ ਨਿਯਮਾਂ ਦੇ ਅਕੋਰਡਿੰਗ ਪ੍ਰੋਪਰ ਯੂਨੀਫਾਰਮ ਪਾ ਕੇ ਆਉਂਦੇ ਨੇ, ਉਸਦੇ ਨਾਲ ਟਾਈ ਬੈਲਟ ਬੈਚ ਵੀ ਲਾ ਕੇ ਆਉਂਦੇ ਨੇ। ਉਹ ਜਿਹੜੀ ਪ੍ਰੋਪਰ ਨਿਯਮਾਂ ਦੇ ਵਿੱਚ ਕੰਮ ਕੀਤਾ ਜਾਂਦਾ ਟੈਕਨੀਕਲ ਤੌਰ ਤੇ, ਉਸ ਨੂੰ ਆਪਾਂ ਸੁੰਦਰ ਲਿਖਾਈ ਕਹਿ ਦਿੰਦੇ ਹਾਂ। ਇਸ ਜੀ ਤੋਂ ਇਲਾਵਾ ਅਸੀਂ ਕਹਿੰਦੇ ਆ ਕਿ ਇੱਕ ਫੰਕਸ਼ਨ ਕਰਦੇ ਆ, ਆਪਾਂ ਬੱਚਿਆਂ ਨੂੰ ਆਜ਼ਾਦ ਕਰ ਦਿੰਦੇ ਕਿ ਬੱਚਿਓ ਬਹੁਤ ਸੋਹਣੇ ਕੱਪੜੇ ਪਾ ਕੇ ਆਉਣੇ, ਬਹੁਤ ਵਧੀਆ। ਕੋਈ ਬੱਚਾ ਕੋਟ ਪੈਂਟ ਪਾ ਕੇ ਆਉਂਦਾ ਹੈ, ਕੋਈ ਬੇਟੀ ਵਧੀਆ ਤੋਂ ਵਧੀਆ ਸੂਟ ਪਾ ਕੇ ਆਉਂਦੀ ਆ, ਕੋਈ ਬੱਚਾ ਮੁੰਦਰੀ ਪਾ ਆਉਂਦਾ, ਜਾਂ ਕੋਈ ਬੇਟੀ ਹਾਰ ਪਾ ਆਉਂਦੀ, ਕੁਛ ਪਾ ਆਉਂਦੇ, ਆਪਣੇ ਆਪ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਵਟ ਕਰਕੇ ਪੇਸ਼ ਕਰਦੇ ਆ। ਤੇ ਜੀ ਉਹ ਕੈਲੀਗ੍ਰਾਫੀ ਦਾ ਰੂਪ ਧਾਰਨ ਕਰ ਜਾਂਦੀ ਹੈ। ਜਦੋਂ ਅਸੀਂ ਸੁੰਦਰ ਲਿਖਾਈ ਨੂੰ ਆਪਣੇ ਦਿਮਾਗ ਦੀ ਉਪਜ ਦੇ ਨਾਲ, ਆਪਣੇ ਮਨ ਦੀ ਸਹਿਜਤਾ ਦੇ ਨਾਲ, ਜੀ ਆਪਣੇ ਹੱਥਾਂ ਦੇ ਨਾਲ ਜਦੋਂ ਲਿਖਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਪ੍ਰਮਾਤਮਾ ਜਦੋਂ ਕਿਰਪਾ ਕਰਦਾ ਹੈ ਤਾਂ ਉਹ ਕੈਲੀਗ੍ਰਾਫੀ ਦਾ ਰੂਪ ਧਾਰਨ ਕਰਦੀ ਹੈ। ਜੀ ਥੈਂਕ ਯੂ ਜੀ, ਤੁਹਾਡੇ ਬਹੁਤ ਸੁੰਦਰ ਵਿਚਾਰ ਸਨ। ਸੋ ਤੇ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ, ਕਿਉਂਕਿ ਤੁਸੀਂ ਇੰਨੀ ਵਧੀਆ ਟੀਮ ਦੇ ਨਾਲ ਸਾਨੂੰ ਉਹਨਾਂ ਦੇ ਨਾਲ ਮਿਲਵਾਇਆ ਹੈਗਾ, ਜਿੱਥੋਂ ਸਾਡੇ ਦਰਸ਼ਕ ਕਾਫੀ ਲਾਭ ਉਠਾ ਸਕਦੇ ਨੇ, ਸਿੱਖ ਸਕਦੇ ਨੇ। ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਲਾਈਨ ਵਿੱਚ ਆਏ ਹੋਏ ਨੂੰ? ਹਾਂਜੀ ਮੈਮ, ਮਾਰਚ 2020 ਤੋਂ ਜੀ ਮੈਂ ਸਟਾਰਟ ਕੀਤਾ ਸੀ। ਅੱਛਾ, ਤੇ ਜਦੋਂ 1 ਸਾਲ ਦਾ ਮੇਰਾ, ਹੋਇਆ ਸੀਗਾ। ਹਾਂਜੀ 1 ਸਾਲ ਦਾ ਸਫ਼ਰ ਹੈ ਜੀ। 1 ਸਾਲ ਕੁਛ ਮਹੀਨੇ ਹੋਏ ਆ। ਜੀ ਹਾਂਜੀ, ਮਈ ਦਾ ਮੰਥ ਚੱਲ ਰਿਹਾ ਜੀ, 2 ਮਹੀਨੇ ਉੱਪਰ ਆ। ਤੇ ਸੁੰਦਰ ਲਿਖਾਈ ਤੋਂ ਬਾਅਦ ਫਿਰ ਸਟੈਪ ਬਾਈ ਸਟੈਪ ਮਿਹਨਤ ਕਰਦੇ ਹਾਂ, ਕੈਲੀਗ੍ਰਾਫੀ ਅਭਿਆਸ ਤੇ ਆਰਟ ਵਰਕ ਦੇ ਵਿੱਚ ਕੋਸ਼ਿਸ਼ ਕੀਤੀ, ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਜੀ। ਤੇ ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਪੋਸੀਬਲ ਆ। ਮੇਰੇ ਹੱਥ ਵੱਸ ਨਹੀਂ ਹੈਗਾ ਕਿ ਮੈਂ ਕੁਝ ਲਿਖ ਸਕਾਂ ਜਾਂ ਮੈਂ ਕੁਝ ਕਰ ਸਕਾਂ। ਉਹ ਮਿਹਰ ਕਰਦੇ ਨੇ ਤੇ ਗੁਰਬਾਣੀ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੀਦੀ ਆ। ਉਹ ਮਿਹਰ ਕਰਦੇ ਨੇ ਤੇ ਅੱਖਰ ਲਿਖਾ ਦਿੰਦੇ ਨੇ, ਉਹ ਮਿਹਰ ਕਰਦੇ ਨੇ ਤੇ ਸਭ ਕੁਝ ਪੜ੍ਹਾ ਦਿੰਦੇ ਨੇ। ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਾ, ਤੇ ਮੇਰੇ ਰੱਬ ਰੂਪੀ ਉਸਤਾਦ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ। ਬਸ ਫਿਰ ਗੱਲ ਉੱਥੇ ਆ ਜਾਂਦੀ ਕਿ ਗੁਰਮਤਿ ਗਿਆਨ ਨਾ ਹੋਈ, ਉਸਤਾਦ ਧਾਰਨ ਕਰਨਾ ਪੈਂਦਾ। ਸੋ ਬਿਲਕੁਲ ਜੀ, ਅੱਛੀ ਗੱਲ ਹੈ। ਤੇ ਇਹੋ ਜਿਹੀ ਜਦੋਂ ਉਸਤਾਦ ਵੀ ਬਹੁਤ ਵਧੀਆ ਹੋਣ ਤਾਂ ਸਟੂਡੈਂਟ ਨੇ ਵਾਕਈ ਚਾਰ ਚੰਦ ਲਗਾਏ ਦੇਣੇ ਨੇ। ਤੇ ਇੱਕ ਪਾਸੇ ਦੁਨਿਆਵੀ ਉਸਤਾਦ ਰੱਬ ਵਰਗਾ ਹੁੰਦਾ, ਤੇ ਦੂਜੇ ਪਾਸੇ ਅਕਾਲ ਪੁਰਖ ਯੂਨੀਵਰਸ। ਬਿਲਕੁਲ ਜੀ, ਬਾਕੀ ਲੋਕਡਾਊਨ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੈਗਾ, ਭਾਵੇਂ ਯੂਰਪ ਕੰਟਰੀ 'ਚ ਦੇਖ ਲਿਆ ਜਾਵੇ, ਭਾਵੇਂ ਇੰਡੀਆ ਦੀ ਕੰਟਰੀ 'ਚ ਦੇਖਿਆ ਜਾਵੇ। ਪਰ ਜਦੋਂ ਅਸੀਂ ਪੋਜ਼ੀਟਿਵ ਰਹਿੰਦੇ ਹਾਂ ਤਾਂ ਪੋਜ਼ੀਟਿਵ ਵਿੱਚੋਂ ਅਸੀਂ ਕਾਫੀ ਕੁਝ ਹਾਸਲ ਕਰ ਲੈਂਦੇ ਹਾਂ। ਨੈਗੇਟਿਵ ਨੂੰ ਹਰਾ ਕੇ ਤੇ ਜ਼ਿੰਦਗੀ ਦੀ ਜਿੱਤ ਪ੍ਰਾਪਤ ਕਰ ਲੈਂਦੇ, ਜ਼ਿੰਦਗੀ ਦੇ ਗੁਣਾਂ ਨੂੰ ਧਾਰਨ ਕਰਦੇ ਆ। ਸੋ ਧੰਨਵਾਦ ਤੁਹਾਡਾ। ਮੈਂ ਹੁਣ ਚੱਲਾਂ ਆਪਣੇ ਅਗਲੇ ਪਾਰਟਿਸਪੈਂਟ ਜਿਹੜੇ ਸਾਡੇ ਹੈਗੇ ਨੇ, ਸਰਦਾਰ ਕਵਰਦੀਪ ਸਿੰਘ, ਸੁੰਦਰ ਲਿਖਾਈ ਅਤੇ ਕੈਲੀਗ੍ਰਾਫੀ ਦੇ ਮਾਹਰ, ਜੋ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਦੇ ਅੱਖਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਲਿਖਣਾ ਜਾਣਦੇ ਨੇ। ਤੇ ਮੈਂ ਨਾਲੇ ਕਿ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਇਹ ਸ਼ੌਂਕ ਕਦੋਂ ਤੋਂ ਤੁਹਾਡੇ ਅੰਦਰ ਜਜ਼ਬਾ ਪੈਦਾ ਹੋਇਆ ਇਹ ਕਰਨ ਦਾ, ਜਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਪਾਸੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਬਚਪਨ ਤੋਂ ਹੀ ਪੰਜਾਬੀ, ਕਿਉਂਕਿ ਪੱਟੀ ਲਿਖਦੇ ਸੀ ਸਕੂਲ ਟਾਈਮ ਦੇ ਵਿੱਚ, ਤੇ ਪੱਟੀ ਕਲਮ ਦੇ ਨਾਲ ਵਾਸਤਾ ਸੀਗਾ।
ਜੀ ਤੇ ਜਿਹੜੇ ਟੀਚਰਸ ਸੀਗੇ ਮੇਰੇ ਪ੍ਰਾਇਮਰੀ ਲੈਵਲ ਤੇ, ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਉਹਦਾ ਰਿਜ਼ਲਟ ਸੀਗਾ ਕਿ ਮੈਂ ਬਹੁਤ ਅੱਛਾ ਲਿਖਦਾ ਸੀ। ਬਟ ਟੈਕਨੀਕਲੀ ਕੋਈ ਗਿਆਨ ਨਹੀਂ ਸੀਗਾ ਕਿ ਕੋਈ ਅੱਖਰ ਕਿਸ ਤਰ੍ਹਾਂ ਸਹੀ, ਮਤਲਬ ਕੋਈ ਮੈਨੂੰ ਪੁੱਛੇ ਕਿ ਸਹੀ ਅੱਖਰ ਕਿਸ ਤਰ੍ਹਾਂ ਪਾਉਣਾ ਹੈਗਾ, ਤੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਸੀਗਾ। ਹਾਂ, ਡਿਊਰਿੰਗ ਟੀਚਿੰਗ ਪ੍ਰੋਫੈਸ਼ਨ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੇ ਮੈਨੂੰ ਦੱਸਿਆ ਕਿ ਆਪਾਂ ਸਹੀ ਅੱਖਰਾਂ ਨੂੰ ਕਿਸ ਤਰ੍ਹਾਂ ਲਿਖਣਾ ਹੈਗਾ, ਉਹਨਾਂ ਦੀ ਬਣਾਵਟ ਕਿਸ ਤਰ੍ਹਾਂ ਹੈ, ਟੈਕਨੀਕਲੀ ਕਿਸ ਤਰ੍ਹਾਂ ਸਹੀ ਨੇ। ਤੇ ਉਸ ਤੋਂ ਬਾਅਦ ਫਿਰ ਅਗਲਾ ਸਟੈਪ ਕੈਲੀਗ੍ਰਾਫੀ ਦਾ ਆ ਗਿਆ, ਕਿਉਂਕਿ ਮਨ ਦੇ ਵਿੱਚ ਤੜਫ ਸੀ ਕਿ ਨਹੀਂ, ਸੁੰਦਰ ਲਿਖਾਈ ਤੋਂ ਬਾਅਦ ਕੁਝ ਹੋਰ ਕਰਨਾ ਹੈਗਾ। ਜੀ ਇਸ ਕਰਕੇ ਫਿਰ ਹੱਥ ਪੈਰ ਮਾਰੇ ਔਰ ਇਹ ਚੀਜ਼ ਜਿਹੜੀ ਹੈ ਕੈਲੀਗ੍ਰਾਫੀ, ਅੱਖਰਕਾਰੀ ਆ, ਇਹਦੇ ਬਾਰੇ ਸਿੱਖਿਆ। ਔਰ ਉਸ ਤੋਂ ਬਾਅਦ ਫਿਰ ਇੰਗਲਿਸ਼ ਦੇ ਵਿੱਚ ਸਿੱਖਿਆ ਔਰ ਹਿੰਦੀ ਦੇ ਵਿੱਚ ਸਿੱਖਿਆ। ਮਤਲਬ ਇਹ ਚੀਜ਼ਾਂ ਸਾਰੀਆਂ ਰਲਾ ਮਿਲਾ ਕੇ ਸੇਵਾ ਕਰ ਰਹੇ ਹਾਂ ਜੀ ਅਸੀਂ ਆਪਣੇ ਟੀਚਿੰਗ ਲਾਈਨ ਦੇ ਵਿੱਚ, ਆਪਣੇ ਸਟੂਡੈਂਟਸ ਦੇ। ਔਰ ਜੋ ਵੀ ਇੰਡੀਪੈਂਡੈਂਟਲੀ ਚਾਹੁੰਦਾ ਹੈਗਾ ਕਿ ਮੈਨੂੰ ਦੱਸਿਆ ਜਾਵੇ, ਤੇ ਉਹਨੂੰ ਵੀ ਅਸੀਂ ਮਤਲਬ ਬਿਨਾਂ ਕਿਸੇ ਝਿਜਕ ਤੇ, ਬਿਨਾਂ ਕਿਸੇ ਫਾਰਮੈਲਿਟੀ ਦੇ ਅਸੀਂ ਉਹਨਾਂ ਨੂੰ ਸਿਖਾ ਰਹੇ ਹਾਂ। ਕੀ ਤੁਸੀਂ ਸਕੂਲਾਂ ਵਿੱਚ ਵੀ ਟੀਚ ਕਰਦੇ ਹੋ? ਕਿਹੜੇ ਸਕੂਲ 'ਚ ਮਤਲਬ ਤੁਸੀਂ ਸਟੱਡੀ ਕਰਵਾਉਂਦੇ ਹੋ ਬੱਚਿਆਂ ਨੂੰ? ਪ੍ਰਾਇਮਰੀ ਵਿੰਗ ਦੇ ਵਿੱਚ, ਪ੍ਰਾਇਮਰੀ ਸਕੂਲ ਨੇ ਜੀ। ਔਰ ਜਿਹੜੇ ਸਾਡੇ ਸਕੂਲਾਂ ਦੇ ਬੱਚੇ ਨੇ ਉਹ ਡਿਸਟ੍ਰਿਕਟ ਲੈਵਲ ਦੇ ਉੱਤੇ ਫਸਟ ਆਉਂਦੇ ਨੇ, ਅਲੱਗ-ਅਲੱਗ ਲੈਂਗੁਏਜ ਦੇ ਵਿੱਚ, ਪੰਜਾਬੀ, ਹਿੰਦੀ, ਇੰਗਲਿਸ਼ ਦੇ ਵਿੱਚ। ਮਤਲਬ ਉਹਦਾ ਪ੍ਰਭਾਵ ਆ ਔਰ ਸਾਡੀ ਪ੍ਰੈਜ਼ੈਂਸ ਤੋਂ ਬੱਚੇ ਬਹੁਤ ਕੁਝ ਸਿੱਖਦੇ ਨੇ, ਕਿਉਂਕਿ ਜੇ ਤੁਸੀਂ ਜਿਸ ਤਰ੍ਹਾਂ ਦੇ ਵੀ ਤੁਹਾਡੇ ਗੁਣ ਨੇ ਉਹ ਬੱਚਿਆਂ ਦੇ ਵਿੱਚ ਆਟੋਮੈਟਿਕਲੀ ਆ ਜਾਂਦੇ ਨੇ। ਬੱਚਿਆਂ ਦਾ ਅਕੋਰਡਿੰਗ ਪੰਜਾਬੀ ਕੈਲੀਗ੍ਰਾਫੀ ਨੂੰ ਲੈ ਕੇ ਜਾਂ ਸੋਹਣੀ ਲਿਖਾਈ ਨੂੰ ਲੈ ਕੇ ਉਹਨਾਂ ਦੇ ਜਿਹੜੇ ਸਵਾਲ ਨੇ ਜਾਂ ਉਹਨਾਂ ਦਾ ਇੰਟਰਸਟ ਕਿੰਨਾ ਕੁ ਹੁੰਦਾ ਇਹਦੇ ਵਿੱਚ? ਦੇਖੋ, ਮੈਂ ਮਾਫੀ ਚਾਹੁੰਦੀ ਕਿ ਅੱਜ ਕੱਲ ਮੈਂ ਦੇਖਿਆ ਜਾਵੇ ਕਿ ਜ਼ਿਆਦਾਤਰ ਪੰਜਾਬੀ ਨੂੰ ਪ੍ਰੈਫਰ ਨਹੀਂ ਦਿੰਦੇ ਨੇ, ਨਾ ਪੇਰੈਂਟਸ ਦਿੰਦੇ ਨੇ, ਤੇ ਫਿਰ ਬੱਚਿਆਂ ਨੇ ਤਾਂ ਅੱਗੇ ਕਰਨਾ ਨਹੀਂ ਹੁੰਦਾ। ਤੁਸੀਂ ਬੱਚਿਆਂ ਦੇ ਦਿਮਾਗ ਵਿੱਚ ਇਹੋ ਜਿਹੀ ਸੋਚ ਕਿਵੇਂ ਲੈ ਕੇ ਆਉਂਦੇ ਕਿ ਪੰਜਾਬੀ ਨੂੰ ਸੋਹਣੀ ਲਿਖਾਈ ਵਿੱਚ ਲਿਖਿਆ ਜਾਵੇ, ਤੇ ਉਹ ਅੱਗੇ ਤੁਹਾਨੂੰ ਕਿਵੇਂ ਰਿਸਪੌਂਸ ਦਿੰਦੇ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਐਗਜ਼ਾਮਪਲ ਸੈੱਟ ਕਰਨੀ ਪਏਗੀ ਆਪਣੇ ਲੈਵਲ ਦੇ ਉੱਪਰ। ਜਿਸ ਤਰ੍ਹਾਂ ਤੁਹਾਨੂੰ ਅਸੀਂ ਲਿਖਤਾਂ ਭੇਜੀਆਂ ਨੇ ਔਰ ਤੁਸੀਂ ਅਗਾਂਹ ਆਪਣੇ ਜੋ ਵੀ ਬੱਚੇ ਉਹਨਾਂ ਨੂੰ ਦਿਖਾਈਆਂ ਨੇ ਔਰ ਉਹਨਾਂ ਨੇ ਐਪਰੀਸ਼ੀਏਟ ਕੀਤਾ ਹੈਗਾ। ਬੱਚੇ ਵੀ ਐਪਰੀਸ਼ੀਏਟ ਕਰਦੇ ਨੇ ਜਿਹੜੇ ਸਾਡੇ ਕੋਲ ਪੜ੍ਹਦੇ ਨੇ। ਜਦੋਂ ਉਹਨਾਂ ਨੂੰ ਲੱਗਦਾ ਹੈਗਾ ਕਿ ਸਾਡੇ ਟੀਚਰ ਪੰਜਾਬ ਲੈਵਲ ਤੇ ਜਾਂ ਸਟੇਟ ਲੈਵਲ ਤੇ, ਇੰਡੀਆ ਲੈਵਲ ਦੇ ਉੱਪਰ ਬਹੁਤ ਨਾਮਣਾ ਕੱਟਿਆ ਹੈਗਾ, ਤੇ ਜਦੋਂ ਉਹਨਾਂ ਨੂੰ ਅਸੀਂ ਤਿਆਰ ਕਰਦੇ ਹਾਂ, 2-4 ਬੱਚਿਆਂ ਨੂੰ ਤਿਆਰ ਕਰਦੇ ਹਾਂ, ਤੇ ਜਦੋਂ ਉਹਨਾਂ ਦੀ ਲਿਖਾਈ ਸੁੰਦਰ ਹੁੰਦੀ ਆ, ਐਪਰੀਸ਼ੀਏਸ਼ਨ ਮਿਲਦੀ ਉਹਨਾਂ ਨੂੰ, ਤੇ ਜਿਹੜੇ ਨਾਲ ਦੇ ਬੱਚੇ ਹੁੰਦੇ ਨੇ ਉਹ ਵੀ ਪੂਰੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਵੀ ਸੋਹਣੇ ਤੋਂ ਸੋਹਣਾ ਲਿਖਣ ਦੀ ਕੋਸ਼ਿਸ਼ ਕਰੀਏ। ਇਸ ਕਰਕੇ ਮਤਲਬ ਬੱਚੇ ਆਪਣੇ ਆਪ ਤਿਆਰ ਹੋ ਜਾਂਦੇ ਨੇ। ਬਾਕੀ ਰਹੀ ਗੱਲ ਪੰਜਾਬੀ ਦੀ, ਜਦੋਂ ਅਸੀਂ ਦੇਖੋ ਭਾਸ਼ਾ ਦੇ ਬੰਧਨਾਂ ਤੋਂ ਪਾਸੇ ਹੋ ਕੇ ਪੰਜਾਬੀ ਵੀ ਸਿਖਾਉਂਦੇ ਹਾਂ, ਇੰਗਲਿਸ਼ ਵੀ ਸਿਖਾਉਂਦੇ ਹਾਂ, ਹਿੰਦੀ ਵੀ ਸਿਖਾਉਂਦੇ ਹਾਂ, ਠੀਕ ਹੈ। ਕੱਟੜਤਾ ਕੋਈ ਨਹੀਂ ਹੈਗੀ, ਭਾਸ਼ਾਵਾਂ ਸਾਰੀਆਂ ਸਾਡੀਆਂ ਸਾਂਝੀਆਂ ਨੇ। ਬਟ ਕਿਉਂਕਿ ਇੱਕ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਅਸੀਂ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਤ ਕਰੀਏ, ਉਹਦੀ ਸੇਵਾ ਕਰੀਏ। ਹੋਰ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਸ ਨੂੰ ਵਧੀਆ ਤਰੀਕੇ ਨਾਲ, ਕਿਉਂਕਿ ਸਾਡਾ ਅਸੀਂ ਜੰਮਦਿਆਂ ਤੋਂ ਹੀ ਪੰਜਾਬੀ ਦੇ ਨਾਲ ਵਾਸਤਾ ਹੈਗਾ, ਤੇ ਪੰਜਾਬੀ ਵਾਸਤੇ ਜਿਹੜੇ ਬੱਚੇ ਨੇ ਉਹ ਬਹੁਤ ਜਲਦੀ ਸਿੱਖ ਜਾਂਦੇ ਨੇ ਬਨਿਸਬਤ ਜਿਹੜੀਆਂ ਦੂਸਰੀ ਲੈਂਗੁਏਜ ਹੈਗੀਆਂ। ਠੀਕ ਹੈ, ਧੰਨਵਾਦ ਜੀ ਤੁਹਾਡਾ। ਇਹਦੇ ਨਾਲ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗੀ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਫੀਲਡ ਵਿੱਚ ਆਏ ਹੋਏ ਨੂੰ? ਮਤਲਬ ਕਿ ਬਚਪਨ ਤੋਂ ਤਾਂ ਪੰਜਾਬੀ ਤੁਸੀਂ ਸਿੱਖੀ ਹੋਈ ਸੀ, ਪਰ ਭਾਈ ਗੁਰਪ੍ਰੀਤ ਸਿੰਘ ਜੀ ਨਾਲ ਜੁੜਨ ਦਾ ਕਿੰਨਾ ਸਮਾਂ ਹੋਇਆ ਤੁਹਾਨੂੰ? ਤਕਰੀਬਨ ਮੈਨੂੰ 4 ਸਾਲ ਹੋ ਗਏ ਨੇ ਜੀ ਉਹਨਾਂ ਨਾਲ ਜੁੜਿਆ ਹੈ। ਮੈਂ ਵੀ ਕੰਪੀਟੀਸ਼ਨ ਦੇ ਵਿੱਚ, ਐਕਚੁਅਲੀ ਮੈਨੂੰ ਵੀ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਵਾਸਤੇ ਕਿ ਮੈਂ ਵੀ ਇਹ ਸੋਹਣਾ ਲਿਖਦਾ ਹੈਗਾ, ਮੈਨੂੰ ਐਗਜ਼ਾਮਪਲ ਸੈੱਟ ਕਰਨੀ ਪੈਣੀ ਸੀ। ਸਾਡੇ ਟੀਚਰਸ ਲੈਵਲ ਤੇ ਕੰਪੀਟੀਸ਼ਨ ਸੀ, ਤਾਂ ਉਹਨਾਂ ਦੇ ਵਿੱਚ ਮੈਂ ਸਰ ਦੀ ਹੈਲਪ ਲਈ ਬਹੁਤ ਜ਼ਿਆਦਾ। ਉਹਨਾਂ ਨੇ ਮੈਨੂੰ ਟੈਕਨੀਕਲੀ ਇੰਪਰੂਵ ਕੀਤੇ ਮੇਰੀਆਂ ਜਿਹੜੀਆਂ ਗਲਤੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਜਦੋਂ ਮੈਂ ਆਪਣੇ ਡਿਸਟ੍ਰਿਕਟ ਲੈਵਲ ਤੇ ਫਸਟ ਆਇਆ, ਮੇਰੇ ਨਾਲ ਮੇਰੇ ਬੱਚੇ ਫਸਟ ਆਏ, ਕਿਉਂਕਿ ਜੋ ਮੈਂ ਸਿੱਖਦਾ ਸੀ ਮੈਂ ਬੱਚਿਆਂ ਨੂੰ ਵੀ ਨਾਲੋਂ ਦੀ ਨਾਲ ਸਿਖਾ ਰਿਹਾ ਸੀ। ਕਿਉਂਕਿ ਜਦੋਂ ਆਪਾਂ ਸਿਖਾਵਾਂਗੇ ਤਾਂ ਸਾਡੇ ਸਿੱਖਣ ਦਾ ਲੈਵਲ ਆਪਣੇ ਆਪ ਉੱਪਰ ਉੱਚਾ ਹੋ ਜਾਂਦਾ ਜੀ। ਮਤਲਬ ਸਾਡੇ ਮਨ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਜੋ ਸਿੱਖਿਆ ਹੈਗਾ ਉਹਨੂੰ ਸਿਖਾਉਣਾ ਹੈਗਾ, ਤੇ ਉਹਦੇ ਨਾਲ ਇੰਪਰੂਵਮੈਂਟ ਹੁੰਦੀ ਹੈ, ਤੁਹਾਡੇ ਕਈ ਗੁਣਾ ਇੰਪਰੂਵਮੈਂਟ ਹੁੰਦੀ ਹੈ, ਤੇ ਉਸ ਚੀਜ਼ ਦਾ ਫਾਇਦਾ ਹੋਇਆ ਜੀ ਮੈਨੂੰ। ਠੀਕ ਹੈ ਜੀ। ਤੇ ਫਿਰ ਇਹਦੇ ਵਿੱਚ ਤੁਸੀਂ ਜਦੋਂ ਬੱਚੇ ਸਿੱਖ ਜਾਂਦੇ ਨੇ, ਥੋੜਾ ਬਹੁਤਾ ਉਹਨਾਂ ਨੂੰ ਕਲਾਕਾਰੀ ਆ ਜਾਂਦੀ ਹੈ, ਫਿਰ ਤੁਸੀਂ ਉਹਨਾਂ ਦੇ ਕੰਪੀਟੀਸ਼ਨ ਵੀ ਕਰਵਾਉਂਦੇ ਹੋ?
ਬਿਲਕੁਲ ਜੀ, ਬਿਲਕੁਲ। ਅਸੀਂ ਸਕੂਲ ਲੈਵਲ ਤੇ ਕੰਪੀਟੀਸ਼ਨਸ ਹੁੰਦੇ ਨੇ, ਡਿਸਟ੍ਰਿਕਟ ਲੈਵਲ ਤੇ ਕੰਪੀਟੀਸ਼ਨ ਹੁੰਦੇ ਨੇ, ਔਰ ਸਾਡੀ ਜਿਹੜੀ ਪੰਜਾਬ ਸੁਲੇਖ ਸਭਾ ਹੈ ਇਹ ਵੀ ਅਸੀਂ ਕੰਪੀਟੀਸ਼ਨ ਕਰਾਉਂਦੇ ਹੈਗੇ ਸਟੇਟ ਲੈਵਲ ਦੇ ਉੱਪਰ, ਤਾਂ ਕਿ ਜਿਹੜੇ ਬੱਚੇ ਡਿਜ਼ਰਵ ਕਰਦੇ ਨੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ। ਉਹਨਾਂ ਨੂੰ ਨਵੇਂ ਮਤਲਬ ਕੰਪੀਟੀਸ਼ਨ ਦੇ ਵਿੱਚ ਅਗਰ ਜਦੋਂ ਬੈਠਦੇ ਨੇ ਤੇ ਉਹ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਨਵਾਂ ਸਿੱਖਣ ਨੂੰ ਮਿਲਦਾ ਹੈ, ਜੀ। ਤੇ ਉਹ ਉਸ ਚੀਜ਼ ਨਾਲ ਹੋਰ ਇੰਪਰੂਵਮੈਂਟ ਹੁੰਦੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ। ਸੋ ਅਸੀਂ ਮੈਂ ਬੇਨਤੀ ਕਰਾਂਗੀ ਸ਼੍ਰੀਮਤੀ ਰਜਿੰਦਰਪਾਲ ਕੌਰ ਜੀ ਉਹਨਾਂ ਨੂੰ, ਜੋ ਕਿ ਸੁੰਦਰ ਲਿਖਾਈ ਅਤੇ ਆਰਟ ਦੇ ਕਾਫੀ ਮਾਹਰ ਹਨ, ਤੇ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਉਹ ਦੱਸਣ ਕਿ ਉਹਨਾਂ ਨੇ ਅੱਜ ਤੱਕ ਜਿਹੜੀ ਆਪਣੀ ਸੁੰਦਰ ਲਿਖਾਈ ਅਤੇ ਆਰਟ ਦੇ ਵਿੱਚ ਕਿਹੜੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਦੇ ਬਾਰੇ ਥੋੜਾ ਚਾਨਣਾ ਪਾਉਣ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰਨੀ ਚਰਨਜੀਤ ਕੌਰ ਜੀ ਦਾ ਔਰ ਪੰਜਾਬੀ ਵਿਰਾਸਤ USA ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਅੱਜ ਇਸ ਪਲੇਟਫਾਰਮ ਤੋਂ ਸਾਰੀ ਦੁਨੀਆ ਨਾਲ ਰੂਬਰੂ ਹੋਣ ਦਾ ਬਹੁਤ ਵਧੀਆ ਮੌਕਾ ਦਿੱਤਾ ਹੈ। ਮੈਂ ਚੰਦ ਸਤਰਾਂ ਦੇ ਨਾਲ ਸ਼ੁਰੂ ਕਰਨਾ ਚਾਹਾਂਗੀ। ਮਾਤ ਭਾਸ਼ਾ ਪੰਜਾਬੀ ਦੇ ਮੈਂ ਸਦਕੇ ਜਾਵਾਂ, ਮਾਤ ਭਾਸ਼ਾ ਪੰਜਾਬੀ ਦੇ ਮੈਂ ਸਦਕੇ ਜਾਵਾਂ, ਇਸ ਤੋਂ ਆਪਣੇ ਵਿਚਾਰਾਂ ਨੂੰ ਮੈਂ ਪਰੋਣਾ ਸਿੱਖਿਆ, ਇਸ ਤੋਂ ਮੈਂ ਆਪਣੇ ਵਿਚਾਰਾਂ ਨੂੰ ਪਰੋਣਾ ਸਿੱਖਿਆ। ਇਹਦੀ ਬੁੱਕਲ ਵਿੱਚ ਬਹਿ ਕੇ, ਇਹਦੀ ਬੁੱਕਲ ਵਿੱਚ ਬਹਿ ਕੇ ਹਰ ਅੱਖਰ ਮੈਂ ਪਾਉਣਾ ਸਿੱਖਿਆ, ਮੈਂ ਹਰ ਅੱਖਰ ਪਾਉਣਾ ਸਿੱਖਿਆ। ਤੋ ਜਿਵੇਂ ਕਿ ਅਸੀਂ ਪੰਜਾਬੀ ਹਾਂ ਤੇ ਸਾਨੂੰ ਪੰਜਾਬੀਅਤ ਤੇ ਮਾਣ ਵੀ ਹੈ, ਤੋ ਪੰਜਾਬੀ ਨੂੰ ਸਿਖਾਉਣਾ ਇੱਕ ਬੜੀ ਅੱਛੀ ਕਲਾ ਵੀ ਹੈ। ਹਰ ਭਾਸ਼ਾ ਦਾ ਆਪਣਾ ਆਪਣਾ ਇੱਕ ਯੋਗਦਾਨ ਹੈ ਜਾਂ ਆਪਣਾ ਆਪਣਾ ਇੱਕ ਸਥਾਨ ਹੈ ਸੰਸਾਰ ਵਿੱਚ, ਲੇਕਿਨ ਪੰਜਾਬੀ ਹੋਣ ਦੇ ਨਾਤੇ ਅਸੀਂ ਆਪਣੀ ਪੰਜਾਬੀ ਨੂੰ ਜ਼ਿਆਦਾ ਪ੍ਰੈਫਰ ਕਰਦੇ ਹਾਂ। ਤਾਂ ਮੈਂ ਗਵਰਨਮੈਂਟ ਜੌਬ 'ਚ ਹਾਂ ਤੇ ਇਸ ਦੇ ਦੌਰਾਨ ਜੋ ਬੱਚਿਆਂ ਦੇ ਸਹਿ ਵਿਦਿਅਕ ਮੁਕਾਬਲੇ ਹੁੰਦੇ ਹਨ ਤਾਂ ਉਹਨਾਂ ਵਿੱਚ ਮੈਂ ਬੱਚਿਆਂ ਨੂੰ ਤਿਆਰ ਕਰਦੀ ਹਾਂ। ਤੇ 2019 ਦੇ ਵਿੱਚ ਜਦੋਂ ਮੈਂ ਆਪਣੇ ਬੱਚੇ ਤਿਆਰ ਕਰ ਰਹੀ ਸੀ ਤੇ ਉਸ ਤੋਂ ਪਹਿਲਾਂ ਜਿਹੜੇ ਟੀਚਰਸ ਦੇ ਵੀ ਸਹਿ ਵਿਦਿਅਕ ਮੁਕਾਬਲੇ ਦੇ ਵਿੱਚ ਕੰਪੀਟੀਸ਼ਨਸ ਹੁੰਦੇ ਨੇ ਪੰਜਾਬੀ ਰਾਈਟਿੰਗ ਦੇ, ਉਸ ਵਿੱਚ ਮੈਂ 3 ਵਾਰ ਬਲਾਕ ਲੈਵਲ ਤੇ ਜੇਤੂ ਰਹਿ ਚੁੱਕੀ ਹਾਂ। ਬਟ ਜਦੋਂ ਮੈਂ ਡਿਸਟ੍ਰਿਕਟ ਲੈਵਲ ਤੇ ਜਾਂਦੀ ਸੀ ਤੇ ਉੱਥੇ ਮੈਂ ਕਿਸੇ ਨਾ ਕਿਸੇ ਕਾਰਨ ਕਰਕੇ ਰਹਿ ਜਾਂਦੀ ਸੀ। ਤਾਂ ਇਸ ਦੌਰਾਨ ਮੇਰਾ ਜੋ ਕਨੈਕਸ਼ਨ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਸੋਢੀ ਜੀ ਨਾਲ ਹੋਇਆ। ਇਹਨਾਂ ਦੀਆਂ YouTube ਜੋ ਉੱਤੇ ਸਾਰੀ ਰਾਈਟਿੰਗ ਦੇ ਸਾਰੇ ਟਿਪਸ ਦਿੱਤੇ ਹੋਏ ਸਨ ਔਰ ਉੱਤੇ ਇਹਨਾਂ ਦਾ ਫੋਨ ਨੰਬਰ ਵੀ ਦਿੱਤਾ ਹੋਇਆ ਸੀ। ਤਾਂ ਮੈਂ ਇਹਨਾਂ ਨੂੰ ਫੋਨ ਕੀਤਾ ਔਰ ਇਹਨਾਂ ਨੂੰ ਕੁਝ ਆਪਣੀ ਰਾਈਟਿੰਗ ਦੇ ਸੈਂਪਲ ਵਗੈਰਾ ਦਿੱਤੇ। ਤਾਂ ਇਹਨਾਂ ਨੇ ਕੁਝ ਅੱਖਰਾਂ ਦੇ ਵਿੱਚ ਮੈਨੂੰ ਸੋਧ ਕਰਨ ਵਾਸਤੇ ਕਿਹਾ ਕਿ ਕੁਝ ਕੱਕੇ ਦੀ ਸ਼ੇਪ ਸਹੀ ਨਹੀਂ ਹੈ, ਲਾਈਕ ਦੈਟ। ਤਾਂ ਮੈਂ ਸਾਰਾ ਫੋਕਸ ਉਹਨਾਂ ਅੱਖਰਾਂ ਨੂੰ 2-3 ਦਿਨ ਵਿੱਚ ਸਿੱਖਣ ਤੇ ਕਰ ਲਿਆ ਔਰ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਹੀ ਸਿਖਾਇਆ। ਔਰ ਯਕੀਨ ਮੰਨੋ ਮੈਂ ਬੱਚੇ ਨੂੰ ਸਿਰਫ ਹਫ਼ਤਾ ਕੁ ਸਿਖਾਇਆ ਹੋਣਾ ਹੈ, ਨਾਲ ਹੀ ਕੰਪੀਟੀਸ਼ਨ 'ਚ ਆ ਚੁੱਕੇ ਸੀਗੇ ਡਿਸਟ੍ਰਿਕਟ ਲੈਵਲ ਦੇ। ਔਰ ਮੇਰੀ ਬੱਚੀ 2019 ਵਿੱਚ ਜ਼ਿਲ੍ਹੇ ਵਿੱਚ ਫਸਟ ਨੰਬਰ ਤੇ ਆਈ ਹੈ ਜੀ ਪੰਜਾਬੀ ਰਾਈਟਿੰਗ ਜੈਲ ਪੈਨ ਦੇ ਨਾਲ। 2020 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕਲਮ ਦੇ ਨਾਲ ਰਾਈਟਿੰਗ ਸਿਖਾਈ ਗਈ ਉਸੇ ਬੱਚੀ ਨੂੰ, ਤਾਂ ਉਹ ਦੁਬਾਰਾ ਸੈਕਿੰਡ ਟਾਈਮ ਵੀ ਜ਼ਿਲ੍ਹੇ ਲੈਵਲ ਤੇ ਫਸਟ ਆਈ ਹੈ ਉਹ ਬੱਚੀ। ਔਰ ਇਸੇ ਤਰ੍ਹਾਂ ਜਦੋਂ ਬੱਚਿਆਂ ਨੂੰ ਮੈਂ ਪੰਜਾਬੀ ਦੀ ਰਾਈਟਿੰਗ ਸਿਖਾਉਂਦੀ ਹਾਂ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਹੋਰ ਬਹੁਤ ਸਾਰੇ ਗੁਣ ਪੈਦਾ ਹੋ ਗਏ। ਜਿਸ ਤਰ੍ਹਾਂ ਬੱਚਿਆਂ ਨੇ ਸਲੋਗਨ ਰਾਈਟਿੰਗ ਸਿੱਖਣੀ ਸ਼ੁਰੂ ਕੀਤੀ ਮੇਰੇ ਕੋਲੋਂ, ਡਰਾਇੰਗ ਸਿੱਖਣੀ ਸ਼ੁਰੂ ਕੀਤੀ, ਕਵਿਤਾ ਉਚਾਰਨ। ਮਤਲਬ ਜਦੋਂ ਅਸੀਂ ਇੱਕ ਰਾਈਟਿੰਗ ਦਾ ਕੰਸੈਪਟ ਲੈਂਦੇ ਹਾਂ ਤਾਂ ਜਦੋਂ ਰਾਈਟਿੰਗ ਬੱਚੇ ਸਿੱਖਦੇ ਹਨ ਉਹਨਾਂ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੀ ਸ਼ਮੂਲੀਅਤ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੂੰ ਗਾਉਣਾ ਆਉਣਾ, ਦਿਲ ਕਰਦਾ ਕਿ ਅਸੀਂ ਜੋ ਲਿਖਿਆ ਉਹਨੂੰ ਗਾਈਏ ਜਾਂ ਕੁਝ ਆਪਣਾ ਉਚਾਰਨ ਕਰੀਏ, ਲਿਖੀਏ, ਕੋਈ ਕਵਿਤਾ ਲਿਖੀਏ, ਉਹਨੂੰ ਸੁੰਦਰ ਲਿਖਾਈ ਵਿੱਚ ਲਿਖੀਏ। ਤਾਂ ਇਸ ਤਰ੍ਹਾਂ ਦੇ ਸਾਰੇ ਸ਼ੌਂਕ ਮੇਰੇ ਬੱਚਿਆਂ 'ਚ ਪੈਦਾ ਹੋਏ ਨੇ ਸੁੰਦਰ ਲਿਖਾਈ ਦੇ ਕਾਰਨ। ਸੁੰਦਰ ਲਿਖਾਈ ਦੇ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ? ਕਿਹੜੇ ਪੈਨ ਜਾਂ ਪੇਪਰ ਦੀ ਕੁਝ ਖਾਸ ਹੁੰਦੇ ਜਾਂ ਅਸੀਂ ਆਮ ਖਾਸ ਕੁਝ ਵੀ ਇਸਤੇਮਾਲ ਕਰ ਸਕਦੇ ਹਾਂ? ਵੈਸੇ ਤਾਂ ਮੈਮ ਮੈਂ ਜੋ ਯੂਜ਼ ਕਰਦੀ ਹਾਂ ਮੈਂ ਬਿਲਕੁਲ ਸਿੰਪਲ ਪੇਜਿਸ ਹੁੰਦੇ ਨੇ ਮੇਰੇ ਕੋਲ ਔਰ ਸਿੰਪਲ ਪੈਨ ਜਿਹੜਾ ਮਰਜ਼ੀ ਤੁਸੀਂ ਦੇਖ ਲਓ, ਬਟਰ ਫਲੋ ਦਾ ਲੈ ਲਓ ਚਾਹੇ, ਹੈ ਨਾ। ਤੁਹਾਡੀ ਕੰਸੰਟ੍ਰੇਸ਼ਨ ਪਹਿਲੀ ਗੱਲ ਤੇ ਹੋਣੀ ਚਾਹੀਦੀ ਹੈ ਨਾ। ਕੰਸੰਟ੍ਰੇਸ਼ਨ ਇਜ਼ ਮਸਟ। ਤੁਸੀਂ ਕੰਸੰਟ੍ਰੇਟਡ ਹੋ ਪੂਰਾ ਲਿਖਣ ਤੇ ਯੂ ਕੈਨ ਰਾਈਟ ਵੈਰੀ ਵੈਲ, ਬਹੁਤ ਅੱਛਾ ਤੁਸੀਂ ਲਿਖ ਸਕਦੇ ਹੋ। ਯੂ ਕੈਨ ਐਕਸਪਲੋਰ ਯੋਰਸੈਲਫ ਵੈਰੀ ਵੈਲ ਸਿੰਪਲ ਪੈਨ ਦੇ ਨਾਲ ਵੀ। ਔਰ ਅਗਰ ਤੁਸੀਂ ਅੱਗੇ ਕੈਲੀਗ੍ਰਾਫੀ 'ਚ ਜਾਣਾ ਚਾਹੁੰਦੇ ਹੋ ਤੇ ਫॉर दैट ਡਿਫਰੈਂਟ ਟਾਈਪ ਦੇ ਪੈਨਸ ਵਗੈਰਾ ਸਾਰਾ ਕੁਝ ਹੈ, ਉਹ ਆਉਂਦਾ ਹੈ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਅਸੀਂ ਚਲਦੇ ਹਾਂ ਆਪਣੇ ਅਗਲੇ ਮੁਨੱਜ਼ਾ ਇਰਸ਼ਾਦ ਜੀ ਦੇ ਵੱਲ, ਜੋ ਕਿ ਸੁੰਦਰ ਲਿਖਾਈ ਦੇ ਲਿਖਦੇ ਹਨ, ਆਰਟ ਕਵਿਤਰੀ ਦੇ ਐਂਕਰ ਐਕਸਪਰਟ ਹਨ, ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ। ਸੋ ਜਿਹੜੇ ਬੋਲਾਂ ਦੇ ਵਿੱਚ ਆਪਣੇ ਆਪ ਹੀ ਸ਼ਬਦ ਮੋਤੀਆਂ ਵਰਗੇ ਪਰੋਏ ਜਾਣ ਤੇ ਤਾਰੀਫ ਨੂੰ ਬੋਲਾਂ ਦੇ ਹਾਰ
ਤਾਂ ਕਿ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰ ਦਈਏ। ਸੋ ਆਪਾਂ ਉਹੋ ਜਿਹੀ ਸ਼ਖਸੀਅਤ ਨਾਲ ਮਿਲਦੇ ਹਾਂ, ਗੱਲ ਕਰਦੇ ਹਾਂ ਜੋ ਆਰਟ, ਲਿਖਾਈ, ਉਰਦੂ, ਹਿੰਦੀ, ਪੰਜਾਬੀ ਸਾਰਿਆਂ ਨੂੰ ਕਿਵੇਂ ਮੋਤੀਆਂ ਵਿੱਚ ਪਰੋਂਦੇ ਨੇ। ਆਪ ਜੀ ਆਪਣੇ ਬਾਰੇ ਦੱਸੋ ਥੋੜਾ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਪੂਰੀ ਸਾਡੀ ਟੀਮ ਨੂੰ ਆਪਣੇ ਰੂਬਰੂ ਕਰਨ ਦਾ ਮੌਕਾ ਦਿੱਤਾ, ਆਪਣੇ ਟੀਵੀ ਦੇ ਜ਼ਰੀਏ, ਆਪਣੇ ਚੈਨਲ ਦੇ ਥਰੂ ਸਾਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ। ਜੀ ਮੈਂ ਆਪਣੇ ਬਾਰੇ ਮੈਂ ਇਹੀ ਦੱਸਣਾ ਚਾਹਾਂਗੀ ਕਿ ਪਹਿਲਾਂ ਤਾਂ ਮੈਂ ਇੱਕ ਪ੍ਰਾਇਮਰੀ ਅਧਿਆਪਕ ਹਾਂ, ਮਤਲਬ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਹਾਂ, ਤੇ ਲਿਖਣ ਦਾ ਸ਼ੌਕ ਵੀ ਕਹਿ ਲਓ ਥੋੜੇ ਸਾਲ ਪਹਿਲਾਂ ਹੋਇਆ ਸੀ ਤੇ ਫਿਰ ਕਿਸੇ ਕਾਰਨ ਰਹਿ ਗਿਆ, ਤੇ ਫਿਰ ਜਦੋਂ ਲੋਕਡਾਊਨ ਹੋਇਆ, ਲੋਕਡਾਊਨ ਦੇ ਵਿੱਚ ਜ਼ਿਆਦਾ ਸ਼ੌਕ ਪੈਦਾ ਹੋਇਆ। ਸੁੰਦਰ ਲਿਖਾਈ ਦਾ ਜਿਹੜਾ ਹੋਇਆ ਉਹ ਮੈਨੂੰ ਥੋੜਾ ਜਿਹਾ, ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਪਹਿਲਾਂ ਜੌਬ ਕੀਤੀ, ਉੱਥੇ ਇੱਕ ਟੀਚਰ ਸੀ, ਉਹ ਬਹੁਤ ਸੋਹਣਾ ਲਿਖਦੇ ਹੁੰਦੇ ਸੀ ਤੇ ਮੈਨੂੰ ਉਹਨਾਂ ਨੂੰ ਦੇਖ ਕੇ ਬੜਾ ਹੁੰਦਾ ਸੀ ਕਿ ਮੈਂ ਵੀ ਇਸੇ ਤਰ੍ਹਾਂ ਲਿਖਾਂ। ਮੈਂ ਉਹਨਾਂ ਤੋਂ ਸਿਰਫ ਊੜਾ ਸਿੱਖਿਆ ਤੇ ਫਿਰ ਮੈਂ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਹੀ ਪ੍ਰੈਕਟਿਸ ਕਰਵਾਉਣੀ ਸ਼ੁਰੂ ਕਰ ਦਿੱਤੀ ਉੱਥੇ। ਫਿਰ ਆਪਣੇ ਸਕੂਲ ਦੇ ਵਿੱਚ ਆ ਕੇ ਫਿਰ ਸਿੱਖਿਆ ਵਿਭਾਗ ਨੇ ਕੰਪੀਟੀਸ਼ਨਸ ਕਰਵਾਏ ਟੀਚਰਸ ਦੇ, ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ, ਉਹਦੇ ਵਿੱਚ ਮੈਂ ਫਸਟ ਆਣਾ ਸ਼ੁਰੂ ਕਰ ਦਿੱਤਾ ਬਲਾਕ ਲੈਵਲ ਤੇ। ਫਿਰ ਡਿਸਟ੍ਰਿਕਟ ਲੈਵਲ ਤੇ ਕਮਲਦੀਪ ਸਰ ਨਾਲ ਉਹ ਫਸਟ ਆਏ ਤੇ ਮੈਂ ਸੈਕਿੰਡ ਆਈ। ਫਿਰ ਅਸੀਂ ਸਾਨੂੰ ਇੱਕ ਸਾਡੀ ਵਰਕਸ਼ਾਪ ਲੱਗੀ ਚੰਡੀਗੜ੍ਹ, ਸਿੱਖਿਆ ਵਿਭਾਗ ਨੇ ਸਾਨੂੰ ਸਾਰਿਆਂ ਨੂੰ ਬੁਲਾਇਆ ਜਿਹੜੇ ਫਸਟ ਸੈਕਿੰਡ ਆਏ ਸੀ। 22 ਜਿਹੜੇ ਡਿਸਟ੍ਰਿਕਟ ਸੀ ਉਹਨਾਂ ਦੇ 2-2 ਟੀਚਰ ਸਾਰੇ ਬੁਲਾਏ ਸੀ ਤੇ ਉਹਨਾਂ ਵਿੱਚ ਅਸੀਂ ਵੀ ਦੋਨੋਂ ਅਸੀਂ ਕਪੂਰਥਲਾ ਤੋਂ ਆ। ਤੇ ਉੱਥੇ ਸਾਨੂੰ ਗੁਰਪ੍ਰੀਤ ਸਰ ਵੀ ਮਿਲੇ ਤੇ ਜੋ ਸਾਡੇ 'ਚ ਕਮੀਆਂ ਸੀ ਫਿਰ ਉਹਨਾਂ ਨੇ ਦੂਰ ਕਰ ਦਿੱਤੀਆਂ ਉਹ ਸਾਰੀਆਂ ਕਮੀਆਂ, ਤੇ ਅੱਜ ਤੁਹਾਡੇ ਸਾਹਮਣੇ ਹੈ ਜੋ ਹੈ। ਹਲੇ ਵੀ ਅਸੀਂ ਸਿੱਖ ਰਹੇ ਹਾਂ, ਹਲੇ ਵੀ ਸਾਨੂੰ ਜਿੱਥੋਂ ਵੀ ਸਿੱਖਣ ਦਾ ਮੌਕਾ ਮਿਲਦਾ, ਸਾਨੂੰ ਸਾਰਿਆਂ ਨੂੰ ਹੀ ਇਹ ਰਹਿੰਦਾ ਹੈ ਕਿ ਸਾਨੂੰ ਜਿੱਥੇ ਵੀ ਕੋਈ ਕਮੀ ਇੱਕ ਦੂਸਰੇ 'ਚ ਲੱਗਦੀ ਹੈ ਅਸੀਂ ਉਹ ਕੱਢਦੇ ਵੀ ਹਾਂ। ਖਾਸ ਕਰ ਮੇਰੀਆਂ, ਮੈਂ ਇਹੀ ਕਹਿੰਦੀ ਹੁੰਦੀ ਹਾਂ ਕਿ ਮੇਰੀਆਂ ਬਹੁਤ ਕਮੀਆਂ ਇਹਨਾਂ ਸਭ ਤੋਂ, ਤੇ ਮੈਂ ਇਹ ਸਾਰੇ ਹੀ ਤੁਹਾਨੂੰ ਬੜੇ ਪਿਆਰ ਨਾਲ ਔਰ ਬੜੀ ਪੋਜ਼ਿਟਿਵ ਵੇ ਨਾਲ ਤੁਹਾਨੂੰ ਸਮਝਾਉਂਦੇ ਨੇ ਕਿ ਤੁਸੀਂ ਹੋਰ ਜ਼ਿਆਦਾ ਅੱਛੇ ਤੋਂ ਅੱਛਾ ਕਰਦੇ ਹੋ, ਤੇ ਮੈਂ ਵੀ ਇਸੇ ਤਰ੍ਹਾਂ ਹੀ ਸਿੱਖਿਆ ਹੈ। ਆਪ ਕੀ ਲੈਟ ਡਾਊਨ ਨਹੀਂ ਕਰਦੇ ਨੇ। ਜੀ ਬਿਲਕੁਲ ਬਿਲਕੁਲ। ਤੇ ਬਾਕੀ ਜਿਹੜਾ FM ਸ਼ੁਰੂ ਕੀਤਾ ਰੰਗ FM ਦੇ ਥਰੂ, ਅਸੀਂ ਮੈਂ ਐਜ਼ ਅ ਐਂਕਰ ਵੀ ਕੰਮ ਕਰ ਰਹੀ ਹਾਂ, ਆਨਰੇਰੀ ਤੌਰ ਤੇ ਕਰ ਰਹੇ ਹਾਂ ਅਸੀਂ। ਮੇਰਾ ਸ਼ੌਕ ਸੀ ਮੇਰਾ ਤੇ ਮੇਰੇ ਹਸਬੈਂਡ ਦਾ, ਤੇ ਅਸੀਂ ਐਜ਼ ਅ ਐਂਕਰ ਵੀ ਹੁਣ ਕੰਮ ਕਰ ਰਹੇ ਹਾਂ। ਚਲੋ ਬਹੁਤ ਅੱਛੀ ਗੱਲ ਹੈ, ਅਸੀਂ ਤੁਹਾਡੇ ਵੀ ਦਰਸ਼ਨ ਕਰਾਂਗੇ, ਤੁਹਾਡੇ FM ਤੇ ਆਣ ਕੇ ਮਿਲਾਂਗੇ ਜ਼ਰੂਰ ਤੁਹਾਨੂੰ, ਕਿਉਂਕਿ ਇਹ ਅੱਛਾ ਲੱਗਦਾ ਹੈ ਕਿ ਜਦੋਂ ਔਰਤ ਨੋਰਮਲੀ ਦੇਖਿਆ ਜਾਂਦਾ ਸਮਾਜ 'ਚ, ਜਦੋਂ ਔਰਤ ਕਿਸੇ ਲੈਵਲ ਦੇ ਮੁਕਾਮ ਤੇ ਪਹੁੰਚਦੀ ਹੈ ਤਾਂ ਕੁਝ ਐਸਾ ਹੋ ਜਾਂਦਾ ਹੈ ਕਿ ਉਹਦੀਆਂ ਪਿੱਛੇ ਲੱਤਾਂ ਹੀ ਖਿੱਚੀਆਂ ਜਾਂਦੀਆਂ ਨੇ। ਸੋ ਮੈਨੂੰ ਇੰਝ ਲੱਗਦਾ ਕਿ ਜਿਹੜੇ ਇਹ ਆਪਣਾ ਜਿਹੜਾ ਮੰਚ ਹੈ, ਜਿਹੜਾ ਗੁਲਦਸਤਾ ਇੱਥੇ ਪੰਜਾਬੀ ਸੋਹਣੀ ਲਿਖਾਈ ਦਾ ਹੈਗਾ, ਇਹਦੇ ਵਿੱਚ ਪੁਰਸ਼ ਤੇ ਔਰਤ ਦੋਨੋਂ ਇੱਕ ਬਰਾਬਰ ਨੇ। ਸੋ ਗੁਰੂ ਨਾਨਕ ਦਾ ਜੋ, ਬਾਬਾ ਨਾਨਕ ਦਾ ਜੋ ਵਚਨ ਹੈ, ਸੋ ਕਿਉਂ ਮੰਦਾ ਆਖੇ ਜਿਤ ਜੰਮੇ ਰਾਜਨ, ਭਾਵ ਕਿ ਇਹਨਾਂ ਵਿੱਚੋਂ ਅਸੀਂ ਬਹੁਤ ਕੁਛ ਪੈਦਾ ਕਰ ਸਕਦੇ ਹਾਂ। ਇਕੱਠੇ ਰਲ ਮਿਲ ਕੇ ਅਸੀਂ ਇੱਕ ਸੰਸਾਰ ਦੇ ਵਿੱਚ ਇੱਕ ਬੜਾ ਵਧੀਆ ਗੁਲਦਸਤੇ ਦੀ ਅਹਿਮ ਨਾਲ ਅਸੀਂ ਸਾਰੇ ਰਹਿ ਸਕਦੇ ਹਾਂ, ਪਿਆਰ ਮਿਲਵਰਤਨ ਰੱਖ ਸਕਦੇ ਹਾਂ। ਸੋ ਬਹੁਤ ਅੱਛੀ ਗੱਲ ਹੈ ਕਿ ਜੀ ਮੈਂ ਇਹੀ ਕਹਿਣਾ ਚਾਹੂੰਗੀ, ਮੇਰੀਆਂ ਲੱਤਾਂ ਕਿਸੇ ਨੇ ਨਹੀਂ ਖਿੱਚੀਆਂ, ਮੇਰੇ ਹਸਬੈਂਡ ਨੇ ਮੇਰਾ ਪੂਰਾ ਸਾਥ ਦਿੱਤਾ ਈਵਨ, ਤੇ ਨਾਲ ਜਿਹੜੀ ਮੇਰੀ ਟੀਮ ਮੈਂਬਰ ਹੈ ਉਹ ਤਾਂ ਹੈ ਹੀ, ਤੇ ਪਰ ਮੇਰੇ ਹਸਬੈਂਡ ਨੇ ਵੀ ਪੂਰਾ ਸਾਥ ਦਿੱਤਾ। ਟੀਮ ਮੈਂਬਰਸ ਨੇ ਉਸ ਤੋਂ ਵੀ ਜ਼ਿਆਦਾ ਸਾਥ ਮੈਨੂੰ ਮੇਰੀ ਲਿਖਾਈ ਸੁਧਾਰਨ ਦੇ ਵਿੱਚ ਦਿੱਤਾ। ਹੁਣ ਐਜ਼ ਅ ਐਂਕਰ ਵੀ ਅਸੀਂ ਦੋਨੋਂ ਇਕੱਠੇ ਕੰਮ ਕਰ ਰਹੇ ਹਾਂ ਤੇ ਬੜਾ ਅੱਛਾ ਫੀਲ ਹੁੰਦਾ ਹੈ, ਕਿਉਂਕਿ ਮੈਨੂੰ ਇਸ ਚੀਜ਼ ਤੇ ਕਦੇ ਵੀ ਇਹ ਨਹੀਂ ਹੋਇਆ ਕਿ ਨਹੀਂ ਮੈਨੂੰ ਕੋਈ ਰੋਕ ਰਿਹਾ ਜਾਂ ਕੋਈ ਟੋਕ ਰਿਹਾ। ਇਹ ਬਹੁਤ, ਮੈਂ ਇਸ ਲਈ ਬਹੁਤ ਖੁਸ਼ਕਿਸਮਤ ਹਾਂ। ਨਹੀਂ, ਬਹੁਤ ਵਧੀਆ ਗੱਲ ਹੈ ਕਿ ਜੋ ਇਹੋ ਜਿਹੇ ਪਿੱਛੇ ਬੈਕ ਸਪੋਰਟਰ ਸਾਡੇ ਹੋਣ, ਐਜ਼ ਏ ਹਸਬੈਂਡ ਦੇ ਰੂਪ ਵਿੱਚ, ਐਜ਼ ਏ ਬ੍ਰਦਰ ਦੇ ਰੂਪ ਵਿੱਚ, ਐਜ਼ ਏ ਮਤਲਬ ਨਾਲ ਜਿਹੜੇ ਫਰੈਂਡ ਸਰਕਲ ਦੇ ਰੂਪ ਵਿੱਚ, ਤਾਂ ਫਿਰ ਉਹ ਜਿਹੜੀਆਂ ਉਚਾਈ ਦੀਆਂ ਬੁਲੰਦੀਆਂ ਨੂੰ ਨਾ ਸਾਡੇ ਸੇ ਛੂਣਾ ਆਸਾਨ ਹੋ ਜਾਂਦਾ ਹੈ। ਬਿਲਕੁਲ ਜੀ ਬਿਲਕੁਲ। Yeah, really appreciate for you comment. It's very good. ਥੈਂਕ ਯੂ ਤੁਹਾਡਾ। ਅਸੀਂ ਅਗਲੇ ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਤੇ ਤੁਸੀਂ ਲਿਖਦੇ ਵੀ ਹੈਗੇ ਹੋ ਨਾ ਕੁਛ ਨਾ ਕੁਛ? ਜੀ, ਮੈਂ ਆਪਣੀਆਂ ਕੁਝ ਰਚਨਾਵਾਂ ਲਿਖੀਆਂ ਵੀ ਨੇ, ਥੋੜੇ ਟਾਈਮ ਤੋਂ ਹੀ ਸ਼ੁਰੂ ਕੀਤਾ। ਐਕਚੁਅਲੀ ਮੇਰੇ ਜਿਹੜੇ ਸਹੁਰਾ ਸਾਹਿਬ ਸੀ ਉਹ ਲਿਖਦੇ ਸੀ, ਉਹਨਾਂ ਨੂੰ ਬੁੱਲੇ ਸ਼ਾਹ ਅਵਾਰਡ ਵੀ ਮਿਲਿਆ ਪਾਕਿਸਤਾਨ ਤੋਂ, ਤੇ ਬਹੁਤ ਅੱਛੇ ਪੰਜਾਬੀ ਰਾਈਟਰ ਰਹੇ ਸਟੇਟ ਤੇ, ਈਵਨ ਇੰਟਰਨੈਸ਼ਨਲ ਪੋਇਟ ਰਹੇ ਨੇ ਉਹ। ਤੇ ਉਹਨਾਂ ਤੋਂ ਹਸਬੈਂਡ ਦੇ ਵਿੱਚ ਕਹਿ ਲਓ ਗੁਣ ਆਏ, ਤੇ ਮੈਨੂੰ ਵੀ ਥੋੜਾ ਜਿਹਾ ਲਿਖਣ ਦਾ ਸ਼ੌਕ ਸੀ ਸ਼ੁਰੂ ਤੋਂ ਹੀ।
ਤੇ ਉਹਨਾਂ ਦੇ ਨਾਲ ਹੁਣ ਲੋਕਡਾਊਨ ਦੇ ਵਿੱਚ ਫਿਰ ਮੇਰਾ ਵੀ ਸ਼ੌਕ ਜ਼ਿਆਦਾ ਹੋ ਗਿਆ ਤੇ ਮੈਂ ਵੀ ਹੁਣ ਲਿਖਣਾ ਸ਼ੁਰੂ ਕਰ ਦਿੱਤਾ। ਬਹੁਤ ਬਹੁਤ ਅੱਛੀ ਗੱਲ ਹੈ। ਤੁਸੀਂ ਆਪਣੇ ਲਿਖਤਾਂ ਵੀ ਅੱਗੇ ਆਪਣੀ ਕੈਰੀ ਔਨ ਕਰੋ, ਲਿਖਦੇ ਰਹੋ ਤੇ ਜੋ ਜਜ਼ਬੇ ਮਨ ਦੇ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਪੇਪਰਾਂ ਦੇ ਉੱਪਰ, ਕਿਉਂਕਿ ਪਤਾ ਨਹੀਂ ਲੱਗਦਾ ਕਿ ਕਿਹੜਾ ਉਹ ਜਜ਼ਬਾ ਸਾਡਾ ਜੋ ਪੇਪਰ ਤੇ ਲਿਖਿਆ ਹੁੰਦਾ ਹੈ ਉਹ ਸਾਨੂੰ ਇੱਕ ਜ਼ਿੰਦਗੀ ਦਾ ਇੱਕ ਨਵਾਂ ਰੰਗ ਰੂਪ ਦੇ ਦਿੰਦਾ ਹੈ। ਭਾਵ ਕਿ ਮੈਨੂੰ ਵੀ ਅੱਜ ਤੋਂ 3 ਸਾਲ ਪਹਿਲਾਂ ਲਿਖਣਾ ਨਹੀਂ ਸੀ ਆਉਂਦਾ। ਮੇਰਾ ਇੱਕ ਮੈਂ ਕਿਤੇ ਸੀ ਤਾਂ ਉੱਥੇ ਮੇਰਾ ਆਪਰੇਸ਼ਨ ਹੋਇਆ ਸੀ ਕੈਂਸਰ ਦਾ। ਮੈਂ ਆਪਰੇਸ਼ਨ ਟੇਬਲ ਤੇ ਸੀ, ਮੇਰੀ ਮਤਲਬ ਆਪਣੀ ਹੱਡ ਬੀਤੀ ਹੈ ਕਿ ਮੇਰਾ BP ਡਾਊਨ ਹੋ ਗਿਆ ਸੀ, ਖਤਮ ਹੋਣ ਲੱਗੀ ਸੀਗੀ। ਤਾਂ ਜਦੋਂ ਵਾਪਸ ਡਾਕਟਰ ਨੇ ਮਿਹਨਤ ਮੁਸ਼ੱਕਤ ਕੀਤੀ ਤੇ ਜ਼ਿੰਦਗੀ ਵਾਪਸ ਮਿਲੀ। ਡਾਕਟਰ ਸਾਡੇ ਸਨ ਪਾਕਿਸਤਾਨ ਦੇ, ਉਹਨਾਂ ਦਾ ਨਾਮ ਮੈਨੂੰ ਚੇਤਾ ਨਹੀਂ ਹੈਗਾ, ਪਰ ਜਦੋਂ ਅੱਖਾਂ ਖੋਲੀਆਂ ਤੇ ਉਹ ਸਾਹਮਣੇ ਮੈਨੂੰ ਕਾਫੀ ਮੋਟੀਵੇਟ ਕਰਦੇ ਪਏ ਸਨ। ਤਾਂ ਮੋਟੀਵੇਟ ਕਰਨ ਤੋਂ ਬਾਅਦ ਤੇ ਮੇਰੇ ਮੂੰਹ ਚੋਂ ਜਿਹੜੇ ਅੱਖਰ ਨਿਕਲੇ ਨੇ ਕਿ ਮੈਨੂੰ ਮੇਰੀ ਜ਼ਿੰਦਗੀ ਭਰਮ ਲੱਗਦੀ ਹੈ, ਕਦੀ ਧੋਖਾ ਤੇ ਕਦੀ ਭੁਲੇਖਾ ਲੱਗਦੀ ਹੈ। ਵਾਹ ਜੀ ਵਾਹ। ਉਸ ਤੋਂ ਬਾਅਦ ਮਨ ਦੇ ਵਿੱਚ ਹੋਇਆ ਕਿ ਨਹੀਂ, ਯੈਸ ਵੀ ਕੈਨ ਡੂ ਸਮਥਿੰਗ, ਕਿ ਜਦੋਂ ਅਸੀਂ ਯੂਨੀਵਰਸ ਤੋਂ ਕੁਝ ਮੰਗਦੇ ਹਾਂ, ਕੁਝ ਹੁੰਦਾ ਤਾਂ ਫਿਰ ਉਹ ਜ਼ਰੂਰ ਝੋਲੀ 'ਚ ਪੈ ਜਾਂਦਾ ਹੈ। ਸੋ ਥੈਂਕ ਯੂ ਤੁਹਾਡਾ, ਤੁਹਾਡੇ ਇੰਨੇ ਸੁੰਦਰ ਵਿਚਾਰ ਸੁਣ ਕੇ ਬਹੁਤ ਅੱਛਾ ਲੱਗਾ। ਸੋ ਮੈਂ ਚੱਲਦੀ ਹਾਂ ਸਰਦਾਰ ਗੋਪਾਲ ਸਿੰਘ ਜੀ ਵੱਲ, ਜੋ ਕਿ ਬਲੈਕ ਬੋਰਡ ਦੇ ਉੱਪਰ ਜਾਦੂਗਰੀ ਦਿਖਾਈ ਤੇ ਕੈਲੀਗ੍ਰਾਫੀ ਦੇ ਮਾਹਰ ਹਨ, ਐਕਸਪਰਟ ਹਨ। ਬੇਨਤੀ ਕਰਾਂਗੀ ਕਿ ਤੁਸੀਂ ਆਪਣੇ ਬਾਰੇ ਥੋੜੀ ਦੱਸੋ ਕਿ ਤੁਹਾਨੂੰ ਸ਼ੌਂਕ ਕਦੋਂ ਤੋਂ ਸ਼ੁਰੂ ਹੋਇਆ ਤੇ ਤੁਸੀਂ ਖਾਸ ਕਰਕੇ ਕੈਲੀਗ੍ਰਾਫੀ ਬਲੈਕ ਬੋਰਡ ਨੂੰ ਕਿਉਂ ਚੁਣਿਆ? ਲਿਖ ਪੰਜਾਬੀ, ਪੜ੍ਹ ਪੰਜਾਬੀ, ਬੋਲ ਪੰਜਾਬੀ ਯਾਰ, ਮਾਂ ਬੋਲੀ ਦਾ ਕਰਨਾ ਸਿੱਖੀਏ ਆਪਾਂ ਵੀ ਸਤਿਕਾਰ, ਆਪਾਂ ਵੀ ਸਤਿਕਾਰ। ਮੇਰੇ ਵੱਲੋਂ ਜਾਣੀ ਕਿ ਗੋਪਾਲ ਸਿੰਘ ਟੋਲਾ ਵੱਲੋਂ ਸਮੁੱਚੀ ਪੰਜਾਬੀ ਵਿਰਾਸਤ USA ਦੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਆਪ ਸਭ ਦੇ ਤੇ ਭੈਣ ਚਰਨਜੀਤ ਕੌਰ ਦੇ ਬਹੁਤ ਰਿਣੀ ਹਾਂ ਤੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀ ਸਮੁੱਚੀ ਟੀਮ ਨੂੰ ਰੱਬ ਵਰਗੇ ਸਰੋਤਿਆਂ ਦੇ ਰਹਿਬਰ ਰੂਪੀ ਜੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਭੈਣ ਜੀ, ਤੁਹਾਡਾ ਪਹਿਲਾ ਸਵਾਲ ਆ ਕਿ ਮੈਂ ਕਦੋਂ ਸ਼ੁਰੂ ਕੀਤਾ ਇਹ ਕੰਮ, ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਮੇਰਾ ਇਹ ਕੰਮ ਆ, ਇਹ ਜਦੋਂ ਮੈਂ ਪੜ੍ਹਦਾ ਸੀਗਾ ਤਾਂ ਚੌਥੀ ਪੰਜਵੀਂ ਦੀ ਗੱਲ ਆ, ਫੱਟੀਆਂ ਤੇ ਲਿਖਦੇ ਹੁੰਦੇ ਸੀਗੇ। ਤਾਂ ਉਦੋਂ ਮੇਰੇ ਅਧਿਆਪਕ ਸੀ ਜਿਹੜੇ, ਉਹ ਮੇਰੀ ਫੱਟੀ ਦਿਖਾਇਆ ਕਰਦੇ ਸੀ ਸਾਰੇ ਬੱਚਿਆਂ ਨੂੰ ਕਿ ਇਹ ਜਿਹਾ ਲਿਖੋ। ਤਾਂ 1998 ਦੇ ਵਿੱਚ ਸਟੇਟ ਦੇ ਵਿੱਚ ਸਾਡੇ ਕੰਪੀਟੀਸ਼ਨ ਹੋਏ, ਉਹਨਾਂ ਵਿੱਚੋਂ ਮੈਂ 1998 ਦੇ ਵਿੱਚ 9ਵੀਂ ਕਲਾਸ ਵਿੱਚ ਹੁੰਦਾ ਸੀ। ਤਾਂ ਉਦੋਂ ਮੈਂ ਕੀ ਸਟੇਟ ਪੱਧਰ ਤੇ ਵਿਜੇਤਾ ਰਿਹਾ। ਸਾਰੇ ਸਟੇਟ ਦੇ ਵਿੱਚ ਮੇਰਾ ਪਹਿਲਾ ਨੰਬਰ ਆਇਆ ਸੀ ਸੁੰਦਰ ਲਿਖਾਈ ਦੇ। ਤੇ ਮੈਂ ਕਰਦਾ ਗਿਆ ਤੇ ਜਦੋਂ ਮੈਂ ਟੀਚਰ ਲੱਗ ਗਿਆ ਤਾਂ ਮੈਂ ਉਸ ਤੋਂ ਬਾਅਦ ਕੋਈ ਧਿਆਨ ਨਹੀਂ ਦਿੱਤਾ ਆਪਣੀ ਲਿਖਾਈ ਵੱਲ। ਤਾਂ ਮੈਨੂੰ ਕਹਿ ਦਿਆ ਕਰਦੇ ਤੁਹਾਡੀ ਲਿਖਾਈ ਸੁੰਦਰ ਹੈ, ਪਰ ਮੈਨੂੰ ਲੱਗਦਾ ਸੀ ਵੀ ਕੋਈ ਅਜੇ ਤੱਕ ਮੈਨੂੰ ਕੋਈ ਫਾਲਟ ਦੱਸਣ ਵਾਲਾ ਆਇਆ ਨਹੀਂ, ਮੈਨੂੰ ਜਿਹੜਾ ਟੈਕਨੀਕਲ ਤੌਰ ਤੇ ਸਾਊਂਡ ਕਰਦੇ। ਤਾਂ ਜਦੋਂ ਮੈਂ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਆਇਆ ਤਾਂ ਮੈਂ ਅਕਸਰ ਦੇਖਦਾ ਸੀ ਅਧਿਆਪਕਾਂ ਦੀ ਲਿਖਾਈ, ਤਾਂ ਮੈਨੂੰ ਇਹ ਹੁੰਦਾ ਸੀਗਾ, ਮੈਨੂੰ ਕਹਿ ਤਾਂ ਦਿੰਦੇ ਸੀ ਵੀ ਤੁਹਾਡੀ ਲਿਖਾਈ ਬਹੁਤ ਸੁੰਦਰ ਆ, ਮੈਨੂੰ ਕਿਹਾ ਜਾਂਦਾ ਸੀ ਵੀ ਤੁਹਾਡੀ ਲਿਖਾਈ ਉਹਨਾਂ ਵਰਗੀ ਆ। ਤਾਂ ਮੇਰੇ ਮਨ ਦੇ ਵਿੱਚ ਉਸ ਵੇਲੇ ਇੱਕ ਫੁਰਨਾ ਭਰਿਆ ਕਰਦਾ ਸੀ ਵੀ ਕਿਉਂ ਨਾ ਮੈਨੂੰ ਕੋਈ ਇਹ ਕਹੇ ਵੀ ਜਾਂ ਲੋਕਾਂ ਨੂੰ ਕੰਪੇਅਰ ਕਰੇ, ਉਹਨਾਂ ਨੂੰ ਕਿਹਾ ਕਰੇ ਵੀ ਤੁਹਾਡੀ ਲਿਖਾਈ ਗੋਪਾਲ ਸਿੰਘ ਵਰਗੀ ਹੈ। ਮੇਰੇ ਮਨ ਦੇ ਵਿੱਚ ਹੁੰਦਾ ਸੀ। ਤਾਂ ਉਹਨਾਂ ਦੇ ਵਿੱਚੋਂ ਸਮੇਂ ਦੇ ਵਿੱਚ ਮੈਨੂੰ ਗੁਰਪ੍ਰੀਤ ਸਿੰਘ ਜੀ ਦੀ ਮੈਂ ਕਹਿੰਦਾ YouTube ਤੇ ਦੇਖਦੇ ਰਹੇ, ਇਹਨਾਂ ਨਾਲ ਵੀ ਵਾਹ ਪਿਆ ਤੇ ਕੰਵਰਦੀਪ ਸਰ ਨੂੰ ਵੀ ਦੇਖਦੇ ਰਹੇ, SP ਸਰ ਨੂੰ ਵੀ। ਤਾਂ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਹੌਲੀ ਹੌਲੀ ਪ੍ਰਮਾਤਮਾ ਨੇ ਸਾਡੀ ਇੱਕ ਟੀਮ ਬਣਾ ਦਿੱਤੀ, ਜੋ ਅੱਜ ਅਸੀਂ ਹਰ ਇੱਕ ਇਹ ਪੋਜ਼ਿਟਿਵਿਟੀ ਨੂੰ ਲੈ ਕੇ ਚੱਲਦੇ ਹਾਂ, ਹਰ ਇੱਕ ਨੂੰ ਸਿਖਾਉਣ ਦਾ ਮਾਦਾ ਰੱਖਦੇ ਹਾਂ। ਇਸ ਤੋਂ ਇਲਾਵਾ ਤੁਸੀਂ ਇੱਕ ਸਵਾਲ ਕੀਤਾ ਵੀ ਤੁਸੀਂ ਇਹੀ ਬਲੈਕ ਬੋਰਡ ਰਾਈਟਿੰਗ ਨੂੰ ਕਿਉਂ ਚੁਣਿਆ। ਦੇਖੋ, ਮੈਨੂੰ ਵੀ ਲੱਗਦਾ ਹੁੰਦਾ ਸੀ ਕਿ ਸਭ ਤੋਂ ਪਹਿਲਾਂ ਬਲੈਕ ਬੋਰਡ ਨੂੰ ਅਸੀਂ ਇੱਕ ਅਧਿਆਪਕ ਵਰਤਦਾ ਸੀ, ਇੱਕ ਮਾਧਿਅਮ ਰਾਹੀਂ ਬੱਚਿਆਂ ਨੂੰ ਸਮਝਾਉਣ ਵਾਸਤੇ। ਤਾਂ ਮੈਨੂੰ ਲੱਗਦਾ ਸੀਗਾ ਵੀ ਕਿਉਂ ਨਾ ਆਪਾਂ ਬਲੈਕ ਬੋਰਡ ਦੇ ਮਾਧਿਅਮ ਦੇ ਰਾਹੀਂ ਅਸੀਂ ਬੱਚਿਆਂ ਨੂੰ ਚੰਗੇ ਵਿਚਾਰ, ਚੰਗੀਆਂ ਗੱਲਾਂ ਵੀ ਦੱਸੀਏ। ਇੱਕ ਹੋਰ, ਮੈਂ ਆਪ ਵੀ ਨਹੀਂ ਸੋਚਦਾ ਸੀ ਕਿ ਕੈਲੀਗ੍ਰਾਫੀ ਜਾਂ ਮੈਂ ਕੋਈ ਤਸਵੀਰਾਂ ਬਲੈਕ ਬੋਰਡ ਦੇ ਮਾਧਿਅਮ ਰਾਹੀਂ ਦਿਖਾ ਕੇ ਬੱਚਿਆਂ ਨੂੰ ਇੰਨਾ ਵਧੀਆ ਸਮਝਾ ਸਕਦਾ, ਜਾਂ ਮੇਰੇ ਨਾਂ ਦੇ ਨਾਲ ਵੀ ਇੱਕ ਸ਼ਬਦ ਜੋੜਿਆ ਸਾਡੇ ਗੁਰੂ ਜੀਆਂ ਨੇ, ਬਲੈਕ ਬੋਰਡ ਦਾ ਜਾਦੂਗਰ। ਤੇ ਮੈਨੂੰ ਲੱਗਦਾ ਵੀ ਉਹ ਮੇਰੇ ਨਾਂ ਦੇ ਨਾਲ ਤਾਂ ਜੁੜਿਆ ਜੇਕਰ ਮੈਂ ਗੁਰਬਾਣੀ ਦੀਆਂ ਲਿਖਤਾਂ ਸੀ, ਜਾਂ ਗੁਰੂ ਗੋਬਿੰਦ ਸਿੰਘ ਜਾਂ ਗੁਰੂ ਨਾਨਕ ਦੇਵ ਜੀ ਜਾਂ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਰਿਲੇਟਡ ਜੋ ਤਸਵੀਰਾਂ ਤੇ ਉਹਨਾਂ ਨਾਲ ਰਿਲੇਟਡ ਆਪਣੇ ਜਦੋਂ ਹਫ਼ਤਾ ਚੱਲਦਾ ਜੀ, ਸ਼ਹੀਦੀ ਸਪਤਾਹ ਚੱਲਦਾ, ਉਹ ਤਸਵੀਰਾਂ ਬਣਾਈਆਂ। ਤਾਂ ਮੈਨੂੰ ਲੱਗਦਾ ਉਹ ਚੀਜ਼ਾਂ ਨੇ ਮੈਨੂੰ ਬਹੁਤ ਕਾਫੀ ਮੇਰੇ ਕੰਮ ਦੇ ਵਿੱਚ ਮੈਨੂੰ ਮਦਦ ਦਿੱਤੀ। ਤੇ ਜੇਕਰ ਆਪਾਂ ਦੇਖੀਏ ਜੀ, ਇੱਕ ਬਲੈਕ ਬੋਰਡ ਦਾ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਹੁੰਦਾ ਗਾ
ਜੇਕਰ ਅਸੀਂ ਕੈਨਵਸ ਤੇ ਕੋਈ ਕੰਮ ਕਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਹੁੰਦਾ ਵੀ ਅਸੀਂ 4 ਘੰਟੇ ਜਾਂ 5 ਘੰਟੇ ਜਾਂ ਸਾਰੀ ਦਿਹਾੜੀ ਦੇ ਵਿੱਚ ਕੰਮ ਕਰਨਾ ਜੀ ਵੀ ਇਹਨਾਂ ਟਾਈਮ ਦੇ ਵਿੱਚ ਸਾਡੇ ਲਵੇ ਹੁੰਦਾ ਟਾਈਮ, ਪਰੰਤੂ ਮੇਰੇ ਕੋਲ ਜਦੋਂ ਮੈਂ ਬਲੈਕ ਬੋਰਡ ਰਾਈਟਿੰਗ ਕਰਦਾ ਜੀ ਤਾਂ ਉਹਦੇ ਵਾਸਤੇ ਅੱਧਾ ਘੰਟਾ ਜਾਂ 40 ਮਿੰਟ ਕਰੀਬ ਹੁੰਦੇ ਨੇ, ਕਿਉਂਕਿ ਮੈਂ ਸਵੇਰੇ ਹਰ ਰੋਜ਼ ਸਕੂਲ ਦੇ ਵਿੱਚ ਕਰਨਾ ਹੁੰਦਾ। 8 ਵਜੇ ਜਾਂ 9 ਵਜੇ ਸਕੂਲ ਲੱਗਦਾ ਤਾਂ ਮੈਂ ਕੀ ਹੈ 40-45 ਮਿੰਟ ਪਹਿਲਾਂ ਸਕੂਲ ਜਾਣਾ ਤੇ ਉਸ ਤੋਂ ਪਹਿਲਾਂ ਮੇਰੇ ਟਾਈਮ ਦੇ ਇੱਕ ਮੇਰੇ ਦਿਮਾਗ ਦੇ ਵਿੱਚ ਲਿਮਟ ਹੁੰਦੀ ਆ ਵੀ ਇੰਨੇ ਟਾਈਮ ਦੇ ਵਿੱਚ ਮੈਂ ਤਿਆਰ ਕਰਨਾ। ਉਹਦੇ ਵਿੱਚ ਮੈਂ ਤਸਵੀਰ ਬਣਾਉਣੀ ਹੁੰਦੀ ਆ, ਉਹਦੇ ਵਿੱਚ ਮੈਂ ਉਹ ਚੀਜ਼ ਨੂੰ ਐਕਸਪਲੇਨ ਕਰਦਾ, ਤਸਵੀਰ ਨੂੰ ਐਕਸਪਲੇਨ ਕਰਦੇ ਜੋ ਸ਼ਬਦ ਹੁੰਦੇ ਨੇ ਉਹ ਲਿਖਣੇ ਹੁੰਦੇ। ਠੀਕ ਹੈ ਜੀ। ਇਹ ਚੀਜ਼ਾਂ ਵਾਸਤੇ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਵੀ ਦੇਖੋ ਬਲੈਕ ਬੋਰਡ ਰਾਈਟਿੰਗ ਆ ਜਿਹੜੀ ਉਹਦੇ ਵਿੱਚ ਕਾਫੀ ਧਿਆਨ ਦੇ ਯੋਗ ਜਿਹੜੀਆਂ ਗੱਲਾਂ ਨੇ ਉਹ ਇਹ ਨੇ। ਮੰਨ ਲਓ ਜਦੋਂ ਅਸੀਂ ਬਲੈਕ ਬੋਰਡ ਲਿਖਦੇ ਹਾਂ, ਦੇਖੋ ਬਹੁਤ ਸਾਰੇ ਟੀਚਰ ਸਾਨੂੰ ਦੇਖ ਕੇ ਜਾਂ ਸਾਡੇ ਤੋਂ ਪਹਿਲਾਂ ਲਿਖਦੇ ਸੀਗੇ, ਤਾਂ ਇੱਕ ਐਕਸਪੀਰੀਅੰਸ ਹੋਇਆ ਲਿਖਣ ਦੇ ਨਾਲ ਵੀ ਜਦੋਂ ਅਸੀਂ ਬਲੈਕ ਬੋਰਡ ਲਿਖਦੇ ਹਾਂ ਤਾਂ ਸਭ ਤੋਂ ਪਹਿਲਾਂ ਕਹਿੰਦਾ ਲਿਖਣ ਤੋਂ ਜਿਹੜਾ ਅਸੀਂ ਗਰਾਊਂਡ ਜਿੱਥੇ ਅਸੀਂ ਆਪਣਾ ਕੋਈ ਗੇਮ ਖੇਡਣੀ ਆ ਤਾਂ ਉਹ ਗਰਾਊਂਡ ਆ ਜਿਹੜਾ ਉਹ ਪੂਰਾ ਵਧੀਆ ਤਿਆਰ ਹੋਣਾ ਚਾਹੀਦਾ। ਕਬੱਡੀ ਵਾਸਤੇ ਖੇਡਦੇ ਤਾਂ ਕਬੱਡੀ ਦਾ ਗਰਾਊਂਡ ਤੇ ਸਾਡਾ ਇੱਕ ਗਰਾਊਂਡ ਆ, ਪਲੇ ਗਰਾਊਂਡ ਆ, ਜਿੱਥੇ ਮੈਂ ਪਲੇ ਗਰਾਊਂਡ ਹੀ ਮੰਨਦਾ ਇੱਕ ਆਪਣੇ ਬਲੈਕ ਬੋਰਡ ਨੂੰ ਮੇਰੀ ਕਰਮ ਭੂਮੀ ਆ, ਉਹ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ। ਭਾਵ ਕੀ ਆ, ਜੇਕਰ ਉਹ ਬਲੈਕ ਆ ਤਾਂ ਉਹਦੇ ਵਿੱਚੋਂ ਕੀ ਆ ਕਾਲਾਪਣ ਝਲਕਣਾ ਚਾਹੀਦਾ, ਜੇਕਰ ਉਹ ਗ੍ਰੀਨ ਆ ਤਾਂ ਗ੍ਰੀਨ ਉਹਦਾ ਜਿਹੜਾ ਹਰਾ ਰੰਗ ਆ ਉਹ ਪੂਰਾ ਝਲਕਣਾ ਚਾਹੀਦਾ, ਤਾਂ ਹੀ ਉਸਦੇ ਉੱਤੇ ਚੌਕ ਨੇ ਜਿਹੜੇ ਕੀ ਉਹ ਆਪਣਾ ਰੰਗ ਫੇਰ ਸਕਦੇ ਨੇ। ਕਿਉਂਕਿ ਸਾਡੀ ਜਿਹੜੀ ਦੁਨੀਆ ਜਾਂ ਕੁਦਰਤ ਹੈ ਰੰਗ ਬਿਰੰਗੀ ਆ, ਤਾਂ ਉਹਦੇ ਵਿੱਚ ਕੀ ਹੈ ਹਰ ਇੱਕ ਨੂੰ ਰੰਗ ਬਿਰੰਗੇ ਚੌਕਾਂ ਨਾਲ ਲਿਖਿਆ ਹੋਇਆ, ਰੰਗ ਬਿਰੰਗੀਆਂ ਚੌਕਾਂ ਨਾਲ ਤਸਵੀਰਾਂ ਬਣਾਈਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ। ਮੈਨੂੰ ਅਕਸਰ ਪੁੱਛਿਆ ਜਾਂਦਾ ਕਿ ਜਦੋਂ ਅਸੀਂ ਜੀ ਕੈਲੀਗ੍ਰਾਫੀ ਜਾਂ ਅਸੀਂ ਬਲੈਕ ਬੋਰਡ ਤੇ ਲਿਖਦੇ ਹਾਂ ਤਾਂ ਉਹਦੇ ਉੱਤੇ ਕਲਰ ਕੰਟਰਾਸਟ ਉਹਨਾਂ ਨਹੀਂ ਉੱਠਦਾ, ਤਾਂ ਮੇਰਾ ਇਹੀ ਦੱਸਣਾ ਹੁੰਦਾ ਵੀ ਆਪਣੇ ਧਿਆਨ ਦਿਓ ਆਪਣੇ ਬੇਸ ਤੇ, ਆਪਣੇ ਕੀ ਗਰਾਊਂਡ ਤੇ, ਆਪਣੀ ਕਰਮ ਭੂਮੀ ਤੇ, ਉਹਨੂੰ ਚੰਗੀ ਤਰ੍ਹਾਂ ਤਿਆਰ ਕਰੋ। ਫਿਰ ਦੇਖੋ ਤੁਸੀਂ ਜਿਹੜਾ ਉਸਦੇ ਉੱਤੇ ਲਿਖੋਗੇ ਉਹ ਕਿਵੇਂ ਉੱਕਰ ਕੇ ਸਾਹਮਣੇ ਆਉਂਦਾ ਤੇ ਲੋਕਾਂ ਦੇ ਮਨਾਂ ਦੇ ਜਿਹੜਾ ਕਿਵੇਂ ਟੰਬੂਦਾ ਜੀ। ਜੀ ਮੇਰਾ ਇੱਥੇ ਇੱਕ ਸਵਾਲ ਹੈ ਕਿ ਜਿਵੇਂ ਸਾਡੇ ਕੋਲ ਕੋਈ ਵੀ ਕਾਪੀ ਹੋਵੇ ਉੱਪਰ ਹਲਕੇ ਹਲਕੇ ਲਾਈਨਾਂ ਲਿਖੇ ਹੁੰਦੇ ਨੇ, ਅਸੀਂ ਉੱਥੇ ਅੱਖਰਾਂ ਨੂੰ ਸੋਹਣਾ ਲਿਖ ਸਕਦੇ ਹਾਂ, ਪਰ ਬਲੈਕ ਬੋਰਡ ਦੇ ਉੱਪਰ ਤਾਂ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ। ਫਿਰ ਉੱਥੇ ਤੁਸੀਂ ਲਿਖਾਈ ਨੂੰ ਇੱਕ ਲਾਈਨ ਦੇ ਵਿੱਚ ਕਿਵੇਂ ਪਰੋ ਦਿੰਦੇ ਹੋ, ਕਿਉਂਕਿ ਉੱਥੇ ਤਾਂ ਅਪ ਐਂਡ ਡਾਊਨ ਹੁੰਦਾ ਰਹਿੰਦਾ ਕੁਝ ਨਾ ਕੁਝ। ਹਾਂਜੀ ਮੈਡਮ, ਇਹ ਵੀ ਦੱਸਦਾ ਜੀ। ਇੱਕ ਜਦੋਂ ਮੈਡਮ ਅਸੀਂ ਕੋਈ ਆਪਣੇ ਲਿਖਣ ਲੱਗਦੇ ਹਾਂ ਬਲੈਕ ਬੋਰਡ ਤੇ, ਜੇਕਰ ਵਾਲ ਦੇ ਉੱਤੇ ਬਲੈਕ ਬੋਰਡ ਲਟਕਾਇਆ ਹੋਇਆ ਤਾਂ ਸਾਨੂੰ ਇਹ ਦੇਖਣਾ ਪੈਂਦਾ ਵੀ ਉਹਦੀ ਜਿਹੜੀ ਉਚਾਈ ਆ ਉਹ ਸਾਡੇ ਕੱਦ ਦੇ ਮੁਤਾਬਕ ਹੋਣੀ ਚਾਹੀਦੀ ਆ। ਜੇਕਰ ਸਾਡੇ ਕੱਦ ਤੋਂ ਉੱਚੀ ਜਾਂਦੀ ਹੈ ਜੀ ਉਹ, ਤਾਂ ਸਾਡੀ ਜਿਹੜੀ ਲਾਈਨ ਆ ਜਦੋਂ ਅਸੀਂ ਸਟਾਰਟ ਕਰਦੇ ਹਾਂ ਤਾਂ ਖੱਬੇ ਹੱਥ ਤੋਂ ਜਦੋਂ ਲਿਖਦੇ ਜਾਂਦੇ ਹਾਂ ਪੰਜਾਬੀ ਨੂੰ ਤਾਂ ਸੱਜੇ ਹੱਥ ਨੂੰ ਜਾਂਦੀ ਉਹ ਕਿ ਨੀਚੇ ਨੂੰ ਹੋ ਜਾਂਦੀ ਲਾਈਨ। ਬਿਲਕੁਲ ਜੀ। ਜੇਕਰ ਉਹ ਪ੍ਰੋਪਰ ਸਾਡੀ ਇੱਕ ਆਪਣੇ ਹਾਈਟ ਦੇ ਅਕੋਰਡਿੰਗ ਹੋਵੇਗਾ ਤਾਂ ਉੱਥੇ ਬਿਲਕੁਲ ਪ੍ਰੋਬਲਮ ਨਹੀਂ ਆਵੇਗੀ। ਬਾਕੀ ਜਦੋਂ ਤੁਸੀਂ ਅਭਿਆਸ ਕਰੋਗੇ ਜੀ, ਦੇਖੋ ਪਹਿਲੇ ਦਿਨ ਕੋਈ ਕੰਮ ਨਹੀਂ ਚੰਗੀ ਤਰ੍ਹਾਂ ਹੋਣਾ, ਜਿਉਂ ਅਭਿਆਸ ਕਰਦੇ ਜਾਵੋਗੇ ਤਿਉਂ ਸਾਡਾ ਕੀ ਹੱਥ ਕੱਢਦਾ ਜਾਵੇਗਾ। ਸੋ ਇਹੀ 2-4 ਗੱਲਾਂ ਨੇ ਵੀ ਇੱਕ ਤਾਂ ਤੁਸੀਂ ਉਹਨੂੰ ਆਪਣੇ ਕੱਦ ਦੇ ਅਕੋਰਡਿੰਗ ਰੱਖੋ, ਇੱਕ ਤੁਸੀਂ ਆਪਣੇ ਜਿਹੜਾ ਚਾਕ ਜਿਹੜੇ ਹੈਗੇ ਨੇ ਕਲਰ ਕੰਟਰਾਸਟ ਵਧੀਆ ਵਰਤੋ ਤੇ ਉਹਦਾ ਬੇਸ ਨੂੰ ਵਧੀਆ ਤਿਆਰ ਕਰਕੇ ਰੱਖੋ, ਤਾਂ ਹੀ ਅਸੀਂ ਪ੍ਰਭਾਵ ਵਧੀਆ ਦੇ ਪਾਵਾਂਗੇ। ਜੀ ਠੀਕ ਹੈ ਜੀ, ਥੈਂਕ ਯੂ ਜੀ ਤੁਹਾਡੇ ਸੁੰਦਰ ਵਿਚਾਰਾਂ ਦੇ ਲਈ, ਬਹੁਤ ਬਹੁਤ ਧੰਨਵਾਦ। ਮੈਂ ਕਿਉਂਕਿ ਸਮਾਂ ਬਹੁਤ ਹੀ ਸੀਮਿਤ ਹੈਗਾ ਤਾਂ ਮੈਂ ਚੱਲਦੀ ਹਾਂ ਆਪਣੇ ਅਗਲੇ ਕੰਟੈਸਟੈਂਟ ਸਰਦਾਰ ਸਰਬਜੀਤ ਸਿੰਘ ਜੀ ਵੱਲ, ਜੋ ਕਿ ਸੁੰਦਰੀ ਲਿਖਾਈ ਦੇ ਮਾਹਰ ਹਨ, ਕੈਲੀਗ੍ਰਾਫਰ ਦੇ ਮੂਰਤ ਹਨ, ਬਹੁਤ ਅੱਛਾ ਲਿਖਦੇ ਵੀ ਹਨ ਤੇ ਕਹਿੰਦੇ ਨੇ ਕਿ ਇਹ ਨਿਮਰਤਾ ਦੇ ਵੀ ਬਹੁਤ ਜ਼ਿਆਦਾ ਮਾਹਿਰ ਨੇ, ਇਹਦੇ ਅੰਦਰ ਨਿਮਰਤਾ ਖੋਲ ਕੇ ਭਰੀ ਹੋਈ ਹੈ ਤੇ ਨਿਮਰਤਾ ਦੇ ਨਾਲ ਕਿ ਜੋ ਅੱਗੇ ਆਉਣ ਵਾਲੇ ਜੋ ਵੀ ਸਰੋਤੇ ਹੁੰਦੇ ਉਹਨਾਂ ਨੂੰ ਜੀਵਨ ਵਿੱਚ ਚੰਗੀ ਸੇਧ ਦਿੰਦੇ ਹਨ। ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਦੱਸੋ ਕਿ ਇਹੋ ਜਿਹਾ ਕੈਲੀਗ੍ਰਾਫੀ ਸੁੰਦਰ ਲਿਖਾਈ ਦੇ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਇਹ ਗੁਣ ਨੂੰ ਹੱਥਾਂ ਵਿੱਚ ਕਿਵੇਂ ਲਿਆਉਣਾ ਚਾਹੀਦਾ, ਕਿਉਂਕਿ ਕਾਫੀ ਸਰੋਤੇ ਹੈਗੇ ਨੇ ਜੋ ਸੁਣ ਰਹੇ ਨੇ, ਉਹਨਾਂ ਨੂੰ ਵੀ ਸਿੱਖਣਾ ਹੋਵੇਗਾ ਫਿਊਚਰ ਦੇ ਵਿੱਚ, ਕਿ ਸਿੱਖ ਵੀ ਰਹੇ ਨੇ ਉਹਨਾਂ ਨੂੰ ਆਪਾਂ ਕੀ ਮਸ਼ਵਰਾ ਦੇ ਸਕਦੇ ਹਾਂ ਕਿ ਉਹਨੀ ਆਪਣੀ ਸਟਾਰਟ ਕਿਵੇਂ ਕਰਨ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ ਜੀ। ਪੰਜਾਬੀ ਦਸ ਚੈਨਲ USA ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਨੇ ਵਰਗੇ ਸਰੋਤਿਆਂ ਦੇ ਸਾਹਮਣੇ ਸਾਨੂੰ ਰੂਬਰੂ ਕਰਵਾਇਆ। ਬਾਕੀ ਆਪ ਜੀ ਦਾ ਜਿਵੇਂ ਪ੍ਰਸ਼ਨ ਹੈ ਕਿ ਸੁੰਦਰ ਲਿਖਾਈ ਵਾਸਤੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉਸ ਵਾਸਤੇ ਤਾਂ ਸਭ ਤੋਂ ਜ਼ਰੂਰੀ ਹੈਗਾ, ਪਹਿਲੀ ਗੱਲ ਤਾਂ ਇਹ ਹੈ ਕਿ ਬੇਸਿਕ ਨੀਡਸ, ਕਿਉਂਕਿ ਸੁੰਦਰ ਲਿਖਾਈ ਜਿਹੜੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਕਲਾ ਤੇ ਗਿਆਨ ਦਾ ਸੁਮੇਲ ਹੈਗੀ ਜੀ। ਕਲਾ ਇਸ ਤਰ੍ਹਾਂ ਹੈ ਕਿ ਸਾਡੀ ਐਸਥੈਟਿਕ ਸੈਂਸ ਨੂੰ ਇਹ ਡਿਵੈਲਪ ਕਰਦੀ ਹੈ ਤੇ ਗਿਆਨ ਇਸ ਤਰ੍ਹਾਂ ਕਿ ਸਾਡੀ ਜੋ ਕੁਝ ਮੁੱਢਲੀਆਂ ਤਕਨੀਕਾਂ ਨੇ ਉਹ ਜੇਕਰ ਸਾਡੇ ਦਿਮਾਗ ਵਿੱਚ ਉਹਨਾਂ ਸੰਬੰਧੀ ਕਨਸੈਪਟ ਕਲੀਅਰ ਹੋਏਗਾ, ਸੰਕਲਪ ਕਲੀਅਰ ਹੋਣਗੇ, ਤਾਂ ਹੀ ਸੁੰਦਰ ਲਿਖਾਈ ਵਾਲੇ ਬੰਦੇ ਅੱਗੇ ਵੱਧ ਸਕਦੇ ਹਾਂ। ਉਹਦੇ ਵਾਸਤੇ ਮੁੱਢਲੇ ਰੂਪ ਦੇ ਵਿੱਚ ਜੋ ਇਹ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਜਿਵੇਂ ਦੱਸਿਆ ਕਿ PDF ਦੇ ਵਿੱਚ ਸਟੈਂਡਿੰਗ
ਕੁਝ ਖੜੀਆਂ ਲਾਈਨਾਂ ਤੇ ਲੇਟੀਆਂ ਲਾਈਨਾਂ ਤੇ ਅਭਿਆਸ ਤੋਂ ਲੈ ਕੇ ਅਸੀਂ ਸਟਾਰਟ ਕਰਦੇ ਹਾਂ। ਤੇ ਉਸ ਤੋਂ ਬਾਅਦ ਆ ਜਾਂਦੇ ਨੇ ਅੱਖਰ। ਅੱਖਰਾਂ ਦੇ ਕਰਮ ਅਨੁਸਾਰ ਸੌਖੇ ਤੋਂ ਔਖੇ ਕਰਮ ਦੇ ਵਿੱਚ ਉਹ PDF ਦੇ ਵਿੱਚ ਬੜੇ ਵਧੀਆ ਪੱਪੇ ਅੱਖਰ ਬਾਰੇ ਦੱਸਿਆ ਗਿਆ। ਤੇ ਪੱਪਾ ਤੋਂ ਅਸੀਂ ਸਟਾਰਟ ਕਰਦੇ ਜਦੋਂ, ਤਾਂ ਉਹ ਅੱਖਰ ਪਾਉਣਾ ਪੂਰੇ ਤੋਂ ਸਟਾਰਟ ਨਹੀਂ ਕਰਨਾ, ਪੂਰਾ ਜਿਹੜਾ ਥੋੜਾ ਜਿਹਾ ਕੰਪਲੀਕੇਟਡ ਹੈ। ਆਮ ਤੌਰ ਤੇ ਅਸੀਂ ਪੜ੍ਹਨ ਦੇ ਵਿੱਚ ਸਾਡੇ ਸਵਰ ਆਉਂਦੇ ਨੇ ਪਹਿਲਾਂ, ਤੇ ਅਸੀਂ ਲਿਖਣ ਦੇ ਵਿੱਚ ਥੋੜਾ ਅਲੱਗ ਪੈਟਰਨ ਅਪਣਾਉਣਾ। ਜੀ ਤੇ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਸੀਂ ਭਾਈ ਗੁਰਪ੍ਰੀਤ ਸਿੰਘ ਨਾਲ ਜੁੜੇ ਹੋਏ ਹੋ? ਹਾਂਜੀ ਭੈਣ ਜੀ, ਇਸ ਤਰ੍ਹਾਂ ਕਿ 18-19 ਦੇ ਵਿੱਚ ਨਾ ਇੱਕ ਵਰਕਸ਼ਾਪ ਲੱਗੀ ਸੀਗੀ, ਜਿਵੇਂ ਕਿ ਮੈਂ ਵੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਹੈਗਾ ਟੀਚਿੰਗ, ਆਪਣੇ ਪੰਜਾਬੀ ਰਾਈਟਿੰਗ ਦੇ ਵਿੱਚ ਵਿਨਰ ਸੀਗਾ। ਡਿਪਾਰਟਮੈਂਟ ਵੱਲੋਂ ਡਿਊਟੀ ਲਗਾਈ ਗਈ ਸੀ, 2 ਟੀਚਰ ਚੰਡੀਗੜ੍ਹ ਭੇਜੇ ਗਏ ਸੀਗੇ, ਤੇ ਉਦੋਂ ਮੈਂ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਮਿਲਿਆ ਸੀਗਾ। ਉੱਥੇ ਜਦੋਂ ਇਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਤਾਂ ਕਾਫੀ, ਕਿਉਂਕਿ ਭਾਵੇਂ ਕਿ ਬਚਪਨ ਤੋਂ ਫੱਟੀਆਂ ਤੇ ਲਿਖਣ ਤੋਂ ਅਭਿਆਸ ਸਟਾਰਟ ਕੀਤਾ ਸੀਗਾ, ਉਸ ਦੇ ਬਾਵਜੂਦ ਵੀ ਮੈਂ ਦੇਖਿਆ ਕਿ ਕਾਫੀ ਅਜੇ ਕਮੀਆਂ ਹੈਗੀਆਂ ਨੇ, ਅੱਖਰਾਂ ਦੇ ਵਿੱਚ ਸੋਧ ਕਰਨ ਦੀ ਲੋੜ ਹੈ। ਉਹ ਫਿਰ ਇਹਨਾਂ ਦੇ ਜੋ ਸੰਪਰਕ ਵਿੱਚ ਆ ਕੇ ਜਿਹੜੀ ਅੱਖਰਾਂ ਦੇ ਵਿੱਚ ਸੁਧਾਰ ਸੰਭਵ ਹੋਇਆ। ਲਗਭਗ 2 ਸਾਲ ਹੋ ਗਏ ਨੇ। ਸੋ ਤੇ ਇਹ ਤੁਹਾਡੀ ਮਤਲਬ ਸਿਖਲਾਈ ਅੱਗੇ ਵੀ ਚੱਲਦੀ ਰਹੇਗੀ ਜਾਂ ਤੁਹਾਨੂੰ ਉਹ ਮੁਕਾਮ ਤੁਹਾਡਾ ਪ੍ਰਾਪਤ ਹੋ ਚੁੱਕਿਆ ਹੁਣ ਤੱਕ? ਦੇਖੋ ਜੀ, ਇਹ ਤਾਂ ਲਗਾਤਾਰ ਅਭਿਆਸ ਇਹਦੇ 'ਚ ਜਾਰੀ ਜੇਕਰ ਰਹੇਗਾ, ਕਿਉਂਕਿ ਕੋਈ ਆਪਣੇ ਆਪ ਨੂੰ ਸੁੰਦਰ ਲਿਖਾਈ ਜਾਂ ਕੈਲੀਗ੍ਰਾਫੀ ਵਿੱਚ ਐਕਸਪਰਟ ਡਿਕਲੇਅਰ ਨਹੀਂ ਕਰ ਸਕਦਾ। ਜਦੋਂ ਵੀ ਅਭਿਆਸ ਛੱਡਾਂਗੇ ਤਿਉਂ ਹੀ ਸਟੈਗਰ ਕਰਨਗੇ ਅੱਖਰ। ਇਸ ਕਰਕੇ ਨਿਰੰਤਰ ਇੱਕ ਪ੍ਰਵਾਹ ਹੈਗਾ ਜੀ, ਇਹ ਤਾਂ ਚੱਲਦਾ ਰਹੇਗਾ ਜੀ। ਥੈਂਕ ਯੂ ਜੀ, ਤੁਹਾਡੇ ਸੋਹਣੇ ਵਿਚਾਰਾਂ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਸ੍ਰੀ ਸੰਦੀਪ ਕੁਮਾਰ ਜੀ ਨੂੰ ਬੇਨਤੀ ਕਰਾਂਗੀ ਕਿ ਆਪ ਜੀ ਜੋ ਸੁੰਦਰ ਲਿਖਾਈ ਲਿਖਦੇ ਹੋ ਤੇ ਕੈਲੀਗ੍ਰਾਫੀ ਕਰਦੇ ਹੋ, ਸੋ ਆਪ ਜੀ ਨੂੰ ਅੱਜ ਤੱਕ ਇਸ ਫੀਲਡ ਦੇ ਵਿੱਚ ਕੋਈ ਦਿੱਕਤਾਂ ਤਾਂ ਨਹੀਂ ਆਈਆਂ ਨੇ, ਜਾਂ ਆਪ ਜੀ ਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਤੇ ਆਪ ਜੀ ਨੇ ਸਿਖਲਾਈ ਕਿੱਥੋਂ ਲਈ ਹੈ? ਹਾਂਜੀ, ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਰਦਾਰਨੀ ਚਰਨਜੀਤ ਕੌਰ ਅਤੇ ਪੰਜਾਬੀ ਵਿਰਾਸਤ ਟੀਮ ਦੇ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਇਸ ਮੰਚ ਉੱਤੇ ਆਪਣੇ ਅੱਜ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ। ਮੈਂ ਸੰਦੀਪ ਕੁਮਾਰ ਕੰਪਿਊਟਰ ਟੀਚਰ ਹਾਂ ਜੀ। ਮੈਨੂੰ ਵੀ ਜਿਸ ਤਰ੍ਹਾਂ ਸਾਰੀ ਟੀਮ ਦੇ ਮੈਂਬਰਾਂ ਨੂੰ ਹੀ ਪਤਾ ਹੈਗਾ, ਦੱਸ ਰਹੇ ਨੇ ਵਾਰੋ ਵਾਰੀ ਵੀ ਸਾਡੀ ਸਾਰਿਆਂ ਨੂੰ ਸਿਖਾਉਣ ਵਾਲੇ ਇੱਕੋ ਹੀ ਧੁਰਾ ਨੇ, ਸਰਦਾਰ ਗੁਰਪ੍ਰੀਤ ਸਿੰਘ ਜੀ। ਪਿਛਲੇ ਸਾਲ ਜਿਸ ਤਰ੍ਹਾਂ ਲੋਕਡਾਊਨ ਲੱਗਿਆ ਸੀਗਾ, ਉਸ ਦੌਰਾਨ ਮੈਨੂੰ ਵੀ ਮਤਲਬ ਕਿ ਲਿਖਾਈ ਪੰਜਾਬੀ ਲਿਖਣ ਦਾ ਬਹੁਤ ਹੀ ਸ਼ੌਂਕ ਸੀ, ਸੁੰਦਰ ਲਿਖਣ ਦਾ ਬਹੁਤ ਹੀ ਸ਼ੌਂਕ ਸੀ, ਪਰ ਮੇਰੇ ਅੱਖਰਾਂ ਦੀ ਬਨਾਵਟ ਕੋਈ ਜ਼ਿਆਦਾ ਵਧੀਆ ਨਹੀਂ ਸੀ। ਤਾਂ ਇਸ ਸਮੇਂ ਦੌਰਾਨ ਮੈਨੇ YouTube ਉੱਪਰ ਸਰਦਾਰ ਗੁਰਪ੍ਰੀਤ ਸਿੰਘ ਜੀ ਦੀਆਂ ਵੀਡੀਓਜ਼ ਦੇਖੀਆਂ, ਉਹਨਾਂ ਦੇ ਉੱਪਰ ਲਗਾਤਾਰ 15-20 ਦਿਨ ਅਭਿਆਸ ਕੀਤਾ। ਅਭਿਆਸ ਕਰਨ ਤੋਂ ਬਾਅਦ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀ ਨਿਯਮਾਂ ਤੇ ਨੁਕਤਿਆਂ ਨੇ ਤੇ ਉਹਨਾਂ ਦੇ ਵਿਚਾਰਾਂ ਨੇ ਮੇਰੇ ਉੱਪਰ ਜਾਦੂ ਵਾਂਗ ਕੰਮ ਕੀਤਾ ਜੀ। ਤੇ ਮੈਂ ਉਹਨਾਂ ਦੇ ਵਿਚਾਰਾਂ ਦੇ ਨੂੰ ਮੁੱਖ ਰੱਖਦੇ ਹੋਏ, ਨਿਯਮਾਂ ਨੂੰ ਮੁੱਖ ਰੱਖਦੇ ਹੋਏ ਲਗਾਤਾਰ ਹੀ ਅਭਿਆਸ ਕਰਦਾ ਗਿਆ। ਇਸ ਅਭਿਆਸ ਦੇ ਨਾਲ ਹੀ ਮੈਂ ਮਤਲਬ ਕਿ ਲਿਖਾਈ ਸੁੰਦਰ ਲਿਖਣ ਲੱਗ ਪਿਆ ਸੀਗਾ ਜੀ। ਤੇ ਇਸ ਸਮੇਂ ਦੌਰਾਨ ਜੋ ਵੀ ਮੈਨੂੰ ਕੋਈ ਦਿੱਕਤਾਂ ਆਉਂਦੀਆਂ ਸੀਗੀਆਂ, ਮੈਂ ਸਰਦਾਰ ਗੁਰਪ੍ਰੀਤ ਸਿੰਘ ਜੀ ਨਾਲ ਸਾਂਝੀਆਂ ਕਰਦਾ ਸੀ, ਉਹਨਾਂ ਨਾਲ ਸ਼ੇਅਰ ਕਰਦਾ ਸੀ। ਤਾਂ ਉਹ ਮਤਲਬ ਕਿ ਹਰ ਵਕਤ ਹੀ ਇਸ ਕੰਮ ਲਈ ਤਿਆਰ ਰਹਿੰਦੇ ਸੀਗੇ, ਵੀ ਕੋਈ ਗਲਤੀ ਹੈ ਨਾਲ ਦੀ ਨਾਲ ਦੱਸਦੇ ਰਹਿੰਦੇ ਸੀਗੇ। ਜੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਮੁੱਢ ਮੇਨ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ। ਤੇ ਭਾਵ ਕਿ ਕਈ ਵਾਰੀ ਪੇਰੈਂਟਸ ਕਹਿੰਦੇ ਨੇ ਕਿ ਬੱਚੇ ਸਾਰਿਆਂ ਨੇ YouTube ਤੇ ਹੁੰਦੇ ਨੇ, YouTube ਤੇ ਕੀ ਕਰਨਾ ਹੁੰਦਾ, ਪਰ ਜਿੱਥੇ YouTube ਤੇ ਹੋਰ ਕੁਝ ਹੁੰਦਾ ਹੈ, YouTube ਤੇ ਉੱਥੇ ਗਿਆਨ ਦੀਆਂ ਗੱਲਾਂ ਵੀ ਬਹੁਤ ਹੁੰਦੀਆਂ ਨੇ। ਸੋ ਮੈਂ ਸਾਰੇ ਪੇਰੈਂਟਸ ਨੂੰ, ਸਾਰੇ ਜਣਿਆਂ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਵੀ YouTube ਤੇ ਜਦੋਂ ਜਾਂਦੇ ਹੋ, ਚੰਗੀਆਂ ਸੋਚਾਂ ਤੇ ਚੰਗੀਆਂ ਵਿਚਾਰਾਂ ਲੈ ਕੇ ਜਾਓ, ਤੇ ਚੰਗੀਆਂ ਵਿਚਾਰਾਂ ਚੋਂ ਚੰਗੇ ਖਜ਼ਾਨੇ ਲੱਭੋ। ਜਿਵੇਂ ਭਾਈ ਗੁਰਪ੍ਰੀਤ ਸਿੰਘ ਜੀ ਹੈਗੇ ਨੇ, ਦੇਖੋ ਇਹਨਾਂ ਨੇ ਪੰਜਾਬ ਦੇ ਵੱਖਰੇ ਸ਼ਹਿਰਾਂ ਵਿੱਚੋਂ ਕੁਛ ਅਨਮੋਲ ਹੀਰੇ ਇਕੱਠੇ ਕਰਕੇ, ਸਾਰੇ ਪੇਸ਼ਾਵਰ ਟੀਚਰ ਨੇ, ਗਿਆਨੀ ਗੁਰੂ ਨੇ, ਕਿ ਉਹ ਇਹਨਾਂ ਤੋਂ ਗਿਆਨ ਲੈ ਕੇ ਅੱਗੇ ਆਪ ਇਹਨਾਂ ਨੇ ਅੱਗੇ ਗਿਆਨ ਵੰਡਦੇ ਹਨ, ਸਾਰਿਆਂ ਨੂੰ ਸਿਖਾਉਂਦੇ ਨੇ ਪੰਜਾਬੀ ਲਿਖਾਈਆਂ, ਕੈਲੋਗ੍ਰਾਫੀ। ਤੇ ਮੈਂ ਹੁਣ ਸਰਦਾਰ ਗੁਰਪ੍ਰੀਤ ਸਿੰਘ ਜੀ ਕੋਲ ਮੁੜ ਕੇ ਜਾਵਾਂਗੀ, ਮੈਂ ਇਹਨਾਂ ਨੂੰ ਪੁੱਛਾਂਗੀ, ਕਿਉਂਕਿ ਮੇਰਾ ਸਵਾਲ ਦਾ ਉਹ ਜਵਾਬ ਮੈਨੂੰ ਮਿਲਿਆ ਨਹੀਂ ਹੈ ਕਿ ਜਦੋਂ ਅਸੀਂ ਸੋਹਣੀ ਲਿਖਾਈ ਲਿਖਦੇ ਹਾਂ, ਇਹਦੇ ਵਾਸਤੇ ਸਾਨੂੰ ਕਿਹੜੇ ਪੇਪਰ ਦੀ, ਕਿਹੜੀ ਇੰਕ, ਕਿਹੜੀ ਦਵਾ ਤੇ ਕਿਹੜੀ ਪੈਨ, ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਦੀ, ਕੁਝ ਖਾਸ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਕੋਈ ਸਪੈਸ਼ਲ ਚੀਜ਼ਾਂ ਸਾਨੂੰ ਲੈ ਕੇ ਲਿਆ ਕੇ ਰੱਖਣੀਆਂ ਪੈਂਦੀਆਂ ਉੱਪਰ ਪ੍ਰੈਕਟਿਸ ਕਰਨ ਵਾਸਤੇ, ਜਾਂ ਅਸੀਂ ਕਿਸੇ ਵੀ ਪੈਨ ਜਾਂ ਪੇਪਰ ਦਾ ਇਸਤੇਮਾਲ ਕਰ ਸਕਦੇ ਹਾਂ?
ਹਾਂਜੀ, ਫਸਟ ਆਫ ਆਲ ਤਾਂ ਜੀ ਸਾਨੂੰ ਜਦੋਂ ਅਸੀਂ ਸਟਾਰਟ ਕਰਨਾ ਉਦੋਂ ਪੈਨਸਲ ਨਾਲ ਸਾਨੂੰ ਅਭਿਆਸ ਕਰਨਾ ਚਾਹੀਦਾ ਹੈ। ਤਾਂ ਜਦੋਂ ਐਕਚੁਅਲੀ ਕੀ ਹੁੰਦਾ ਵੀ ਪੈਨ ਪੈਨਸਲ ਦਾ ਹਾਂ ਠੀਕ ਆ, ਵਧੀਆ ਰੂਲ ਹੁੰਦਾ ਹੈ, ਪਰ ਸਭ ਤੋਂ ਜ਼ਿਆਦਾ ਰੂਲ ਸਾਡੇ ਹੱਥਾਂ ਦਾ ਹੁੰਦਾ ਇਹਦੇ ਵਿੱਚ। ਤਾਂ ਜਦੋਂ ਅਸੀਂ ਪੈਨਸਲ ਨਾਲ ਜਾਂ ਕੁਝ ਵਧੀਆ ਪੈਨ ਦੇ ਨਾਲ ਅਭਿਆਸ ਸ਼ੁਰੂ ਕਰਦੇ ਹਾਂ, ਜਦੋਂ ਸਾਡੀ ਅੱਖਰਾਂ ਦੇ ਉੱਤੇ ਪਕੜ ਬਣ ਜਾਂਦੀ ਹੈ, ਉਹਦੇ ਤੋਂ ਅੱਗੇ ਫਿਰ ਕਾਫੀ ਕੁਝ ਜਿਹੜੀਆਂ ਗੱਲਾਂ ਇਹਦੇ ਵਿੱਚ ਆ ਜਾਂਦੀਆਂ, ਪੇਪਰ ਆ ਜਾਂਦੇ ਆ, ਸਪੈਸ਼ਲ ਪੈਨ ਵਗੈਰਾ ਆ ਜਾਂਦੇ ਆ। ਤੇ ਉਹ ਕਿਉਂਕਿ ਸਾਡੇ ਗਰੁੱਪ ਦੇ ਵਿੱਚ ਸਰਦਾਰ ਕੰਵਰਦੀਪ ਸਿੰਘ ਜੀ ਹੈਗੇ ਆ, ਇਹਦੇ ਉੱਤੇ ਉਹਨਾਂ ਦੀ ਮਾਸਟਰੀ ਕੀਤੀ ਹੋਈ ਹੈ, ਤਾਂ ਉਹ ਜ਼ਿਆਦਾ ਸੁਚੱਜੇ ਢੰਗ ਨਾਲ ਪੈਨ ਦੇ ਬਾਰੇ, ਪੈਨ ਸ਼ਾਹੀਆਂ ਦੇ ਬਾਰੇ, ਕਲਮਾਂ ਦੇ ਬਾਰੇ ਉਹ ਤੁਹਾਨੂੰ ਦੱਸ ਦੇਣਗੇ ਡਿਟੇਲ ਦੇ ਵਿੱਚ। ਤੇ ਮੈਂ ਸਰਦਾਰ ਕੰਵਰਦੀਪ ਸਿੰਘ ਜੀ ਨੂੰ ਬੇਨਤੀ ਕਰੂੰਗਾ, ਸਰ ਇਹਨਾਂ ਨੂੰ ਸ਼ਾਹੀਆਂ ਦੇ ਬਾਰੇ, ਪੈਨ ਦੇ ਬਾਰੇ ਤੇ ਜਾਂ ਹੋਰ ਪੇਪਰ ਦੇ ਬਾਰੇ ਜਿਹੜੀ ਉਹ ਜ਼ਰੂਰੀ ਜਾਣਕਾਰੀ ਸਾਂਝੀ ਕਰੋ। ਦੇਖੋ ਜੀ, ਹਰ ਇੱਕ ਚੀਜ਼ ਦਾ ਰੋਲ ਹੈਗਾ। ਆਪਾਂ ਜਦੋਂ ਕੈਲੀਗ੍ਰਾਫੀ ਕਰਦੇ ਹੈਗੇ ਆ, ਉਹਦੇ ਵਿੱਚ ਜਦੋਂ ਸਟਾਰਟਿੰਗ ਕਰਨੀ ਆ ਤੇ ਅਸੀਂ ਨਾਰਮਲੀ ਪੈਨਸਲ ਦੇ ਨਾਲ ਕਰਦੇ ਹਾਂ, ਕਿਉਂਕਿ ਉਹਦੇ ਉੱਤੇ ਸਾਡੀ ਪਕੜ ਬਹੁਤ ਮਜ਼ਬੂਤ ਹੁੰਦੀ ਆ, ਸਾਡੇ ਜਿਹੜੇ ਮਸਲਸ ਨੇ ਉਸੇ ਤਰ੍ਹਾਂ ਡਿਵੈਲਪ ਹੋ ਜਾਂਦੇ ਨੇ। ਲੇਕਿਨ ਅਗਰ ਜਦੋਂ ਅਸੀਂ ਥੋੜਾ ਪ੍ਰੋਫੈਸ਼ਨਲੀ ਕੰਮ ਕਰਨਾ ਹੈਗਾ ਤਾਂ ਕਿ ਲੋਕ ਸਾਨੂੰ ਨੋਟਿਸ ਕਰਨ, ਤੇ ਉਹਦੇ ਵਾਸਤੇ ਸਾਨੂੰ ਅਲੱਗ-ਅਲੱਗ ਕੰਪਨੀਜ਼ ਹੈਗੀਆਂ ਨੇ, ਜਿਸ ਤਰ੍ਹਾਂ ਕੈਂਸਨ ਹੈ, ਡੈਲਰ ਰਾਉਨੀ ਹੈ, ਜਾਂ ਹੈਂਡਮੇਡ ਪੇਪਰਸ ਮਿਲ ਜਾਂਦੇ ਨੇ ਜਿਹੜੇ ਅੱਛੀ ਕੁਆਲਿਟੀਜ਼ ਦੇ ਵਿੱਚ ਨੇ। ਠੀਕ ਹੈ ਜੀ। ਇੰਕਸ ਦੇ ਵਿੱਚ ਆ ਜਾਂਦੇ ਨੇ ਵਿੰਸਰ ਐਂਡ ਨਿਊਟਨ, ਡੈਲਰ ਰਾਉਨੀ, ਡਾਕਟਰ PH ਮਾਰਟਿਨ। ਇਹ ਇੰਕਸ ਜਿਹੜੀਆਂ ਨੇ ਬਹੁਤ ਫਾਇਦੇਮੰਦ ਨੇ, ਬਹੁਤ ਨੋਟਿਸੇਬਲ ਨੇ। ਹੈ ਤੁਸੀਂ ਜਦੋਂ ਲਿਖੋਗੇ ਤੇ ਬਿਲਕੁਲ ਤੁਹਾਨੂੰ ਖੁਸ਼ੀ ਦਿੰਦੀਆਂ ਨੇ। ਨਾਰਮਲੀ ਇੰਕਸ ਜਿਹੜੀਆਂ ਨੇ ਉਹ ਤੇ ਸਿਰਫ ਜਸਟ ਆਪਣਾ ਪ੍ਰੈਕਟਿਸ ਵਰਕ ਵਾਸਤੇ ਠੀਕ ਰਹਿੰਦੀਆਂ ਨੇ। ਕਲਮਾਂ ਵੀ ਮਿਲ ਜਾਂਦੀਆਂ ਨੇ, ਹੈਂਡਮੇਡ ਕਲਮਾਂ ਨੇ ਜਿਹੜੀਆਂ ਆਪਾਂ ਬਾਂਸ ਤੋਂ ਬਣਾਉਂਦੇ ਆ, ਜਾਂ ਉਸ ਤੋਂ ਇਲਾਵਾ ਮੈਟਲ ਨਿਬਸ ਆ ਜਾਂਦੀਆਂ ਨੇ ਅਲੱਗ-ਅਲੱਗ ਸਾਈਜ਼ ਦੇ ਵਿੱਚ, ਜਿਨ੍ਹਾਂ ਦੇ ਨਾਲ ਅਸੀਂ, ਬਟ ਉਹ ਹੈ ਕਿ ਸਾਡਾ ਹੱਥ ਜਿਹੜਾ ਹੈਗਾ ਹੈਬਚੁਅਲ ਹੋ ਜਾਵੇ ਕਲਮਾਂ ਦੇ, ਫਿਰ ਹੀ ਅਸੀਂ ਜਿਹੜੀਆਂ ਮੈਟਲ ਨਿਬਸ ਨੇ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ ਪ੍ਰੋਪਰਲੀ। ਮੇਰਾ ਸਵਾਲ ਇਹ ਹੈਗਾ ਤੁਹਾਡੇ ਕੋਲ ਕਿ ਜਦੋਂ ਅਸੀਂ ਹੁਣ ਸ਼ੁਰੂ ਕਰਦੇ ਹਾਂ ਲਿਖਣ ਵਾਸਤੇ ਸੋਹਣੀ ਲਿਖਾਈ, ਤੇ ਜਿਹੜੀਆਂ ਤੁਸੀਂ ਦੱਸ ਰਹੇ ਸੀ ਜਿਹੜੀਆਂ ਬੈਂਸ ਦੀਆਂ ਕਲਮਾਂ ਨੇ, ਉਹਦੇ ਨਾਲ ਲਿਖਾਈ ਜ਼ਿਆਦਾ ਵਧੀਆ ਆਉਂਦੀ ਹੈ ਜਾਂ ਨਿਬ ਵਾਲੇ ਪੈਨ ਦੇ ਨਾਲ? ਮਤਲਬ ਕਿ ਕਿਉਂਕਿ ਉਹ ਚੀਜ਼ਾਂ ਤਾਂ ਆਮ ਮਿਲਦੀਆਂ ਨਹੀਂ ਹੋਣਗੀਆਂ, ਜਿਵੇਂ ਕਿ ਫੱਟੀ, ਕਲਮ, ਦਵਾਤ, ਇਹ ਚੀਜ਼ਾਂ ਆਮ ਅੱਜ ਦੇ ਸਮੇਂ ਵਿੱਚ ਨਹੀਂ ਉਪਲਬਧ ਹੈਗੀਆਂ ਨੇ। ਜੀ ਜਿਸ ਤਰ੍ਹਾਂ ਨਿਬਸ ਵਾਲੇ ਮਤਲਬ ਕੈਲੀਗ੍ਰਾਫੀ ਪੈਨ ਆ ਜਾਂਦੇ ਨੇ, ਐਕਚੁਅਲੀ ਉਹ ਇਸ ਕਰਕੇ ਕੰਫਰਟੇਬਲ ਲੱਗਦੇ ਨੇ ਕਿਉਂਕਿ ਉਹਨਾਂ 'ਚ ਇੰਕ ਫਿਲਡ ਹੁੰਦੀ ਹੈ, ਕਾਟਰੇਜ ਵਗੈਰਾ ਲੱਗ ਜਾਂਦੀ ਹੈ, ਤੇ ਸਾਨੂੰ ਬਾਰ-ਬਾਰ ਡਿਪ ਨਹੀਂ ਕਰਨਾ ਪੈਂਦੀ ਇੰਕ। ਠੀਕ ਹੈ ਜੀ। ਜਦਕਿ ਜਿਹੜੀਆਂ ਕਲਮਾਂ ਨੇ ਉਹਦੇ ਵਿੱਚ ਸਾਨੂੰ ਬਾਰ-ਬਾਰ ਕਲਮ ਡਿਪ ਕਰਨੀ ਪੈਂਦੀ ਹੈ। ਤੇ ਉਹ ਜਿਹੜੇ ਸਟਾਰਟਿੰਗ ਦੇ ਵਿੱਚ ਕੋਈ ਸਿੱਖਣਾ ਚਾਹੁੰਦੇ ਨੇ ਉਹਨਾਂ ਵਾਸਤੇ ਥੋੜਾ ਕੰਫਰਟੇਬਲ ਨਹੀਂ ਹੋਏਗਾ, ਤੇ ਉਹਨਾਂ ਵਾਸਤੇ ਕੈਲੀਗ੍ਰਾਫੀ ਪੈਨਸ ਨੇ, ਅਲੱਗ-ਅਲੱਗ ਸਾਈਜ਼ਸ ਦੇ ਵਿੱਚ ਨਿਬਸ ਮਿਲ ਜਾਂਦੀਆਂ ਨੇ, ਅਲੱਗ-ਅਲੱਗ ਕਲਰ ਦੀ ਕਾਟਰੇਜ ਨੇ, ਜੋ ਯੂਜ਼ ਕਰ ਸਕਦੇ ਨੇ। ਬਾਕੀ ਬ੍ਰਸ਼ ਪੈਨਸ ਮਿਲ ਜਾਂਦੇ ਨੇ, ਜਿਨ੍ਹਾਂ ਦੇ ਨਾਲ ਤੁਸੀਂ ਅਗਰ ਤੁਹਾਡੀ ਮਹਾਰਤ ਹੈ ਤੇ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਕੈਲੀਗ੍ਰਾਫੀ ਦੇ ਵਿੱਚ। ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਮੈਂ ਦਿਲੋਂ ਧੰਨਵਾਦ ਕਰਦੀ ਹਾਂ, ਦਿਲੋਂ ਰੇਡਿੰਗ ਕਰਦੀ ਹਾਂ ਆਪ ਜੀ ਦਾ, ਸਭ ਦਾ ਰੇੜੀਆਂ। ਸੋ ਆਪ ਜੀ ਨੇ ਆਪਣਾ ਸਾਰਿਆਂ ਨੇ ਕੀਮਤੀ ਸਮਾਂ ਦਿੱਤਾ ਸਾਨੂੰ। ਸੋ ਡਾਕਟਰ ਆਪਣੇ ਸਰਦਾਰ ਗੁਰਪ੍ਰੀਤ ਸਿੰਘ ਜੀ, ਤੁਸੀਂ ਇਸ ਗੁਲਦਸਤੇ ਦੇ ਮੇਨ ਫੁੱਲ ਹੈਗੇ ਹੋ, ਜੋ ਇਹਨਾਂ ਸਾਰਿਆਂ ਨੂੰ ਇਕੱਠਾ ਇੱਕ ਗੁਲਦਸਤਾ ਬਣਾ ਕੇ ਇਹਨਾਂ ਨੂੰ ਲੈ ਕੇ ਚੱਲ ਰਹੇ ਹੋ। ਤੇ ਮੈਂ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਤੇ ਜੋ ਆਪ ਜੀ ਨੇ ਇਹੋ ਜਿਹੀਆਂ ਕੁਝ ਸ਼ਖਸੀਅਤਾਂ ਨੂੰ ਨਾਲ ਲੈ ਕੇ, ਜਿਸ ਤਰ੍ਹਾਂ ਸਾਡੇ ਸਰਦਾਰ SP ਸਿੰਘ ਹੈਗੇ ਨੇ, ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪ ਜੀ ਦੇ ਰੂਬਰੂ ਕਰਵਾਇਆ। ਮੈਂ ਮਾਫ ਚਾਹੁੰਦੀ ਹਾਂ ਤੁਹਾਡਾ ਨਾਮ ਮੁਨੱਜਾ। ਹਾਂਜੀ, ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਆਪ ਜੀ ਦੇ ਬਾਰੇ ਦੱਸਣਾ ਕੀਤਾ ਹੈਗਾ। ਸੋ ਬਹੁਤ-ਬਹੁਤ ਧੰਨਵਾਦ ਸਾਰੀ ਟੀਮ ਦਾ। ਤੇ ਆਪਣੇ ਭਾਈ ਗੁਰਪ੍ਰੀਤ ਸਿੰਘ ਜੀ, ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਸੋ ਆਪ ਜੀ ਕੁਛ ਆਖਰੀ ਅਲਫ ਆਪਣੇ ਦਰਸ਼ਕਾਂ ਦੇ ਰੂਬਰੂ ਰੱਖਣਾ ਚਾਹੋ ਤਾਂ ਬੇਸ਼ੱਕ ਆਪ ਜੀ ਕਹਿ ਸਕਦੇ ਹੋ। ਹਾਂਜੀ ਬਿਲਕੁਲ ਜੀ, ਮੈਂ ਅਖੀਰ ਦੇ ਉੱਤੇ ਫਿਰ ਆਪਣੇ ਵੱਲੋਂ ਤੇ ਆਪਣੀ ਸਮੁੱਚੀ ਟੀਮ ਵੱਲੋਂ ਤੁਹਾਡਾ ਤੇ ਤੁਹਾਡੇ ਜਿਹੜਾ ਚੈਨਲ ਹੈਗਾ ਆ ਵਿਰਾਸਤ ਮੰਚ USA ਜਿਹੜਾ ਹੈਗਾ ਨਾ, ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਾਨੂੰ ਇਸ ਚੈਨਲ ਦੇ ਜ਼ਰੀਏ ਬਹੁਤ ਸਾਰੇ ਪੰਜਾਬੀਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਤੇ ਅਖੀਰ ਦੇ ਉੱਤੇ ਮੈਂ ਉਸ ਯੂਨੀਵਰਸ ਦਾ, ਉਸ ਅਕਾਲ ਪੁਰਖ ਦਾ, ਨਿਰੰਕਾਰ ਦਾ
ਫਿਰ ਤਹਿ ਦਿਲ ਤੋਂ ਧੰਨਵਾਦ ਕਰਦਾ ਵੀ ਸਾਨੂੰ, ਮੈਨੂੰ ਤੇ ਮੇਰੀ ਸਮੁੱਚੀ ਟੀਮ ਨੂੰ ਕੁਝ ਕਾਬਲ ਬਣਾਇਆ ਵੀ ਅਸੀਂ ਕਿਸੇ ਦੇ ਕੰਮ ਆ ਸਕਦੇ ਹਾਂ ਤੇ ਭਵਿੱਖ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਇਹ ਆਪਣੀਆਂ ਐਫਰਟ ਨਿਸ਼ਕਾਮ ਸੇਵਾ ਦੀਆਂ ਜਾਰੀ ਰੱਖਾਂਗੇ। ਸੋ ਮੈਂ ਬਹੁਤ ਬਹੁਤ ਧੰਨਵਾਦ ਜੀ। ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਆਖਦੀ ਹਾਂ, ਸਭ ਦਾ ਤਹਿ ਦਿਲੋਂ ਧੰਨਵਾਦ ਤੇ ਆਸ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਵਾਰ ਫਿਰ ਆਪ ਜੀ ਦੇ ਨਾਲ ਰੂਬਰੂ ਹੋਈਏ, ਆਪ ਜੀ ਦੇ ਦਰਸ਼ਨ ਕਰੀਏ। ਸੋ ਸਾਡੇ ਸਰੋਤੇ ਦਰਸ਼ਕ ਆਪ ਜੀ ਵੀ ਇਸ ਪ੍ਰੋਗਰਾਮ ਨੂੰ ਦੇਖ ਕੇ ਮੈਂ ਸੋਚਦੀ ਹਾਂ ਕਿ ਇੱਥੋਂ ਤੁਸੀਂ ਬਹੁਤ ਜ਼ਰੂਰੀ ਲਾਭ ਉਠਾਉਣਾ, ਕਿਉਂਕਿ ਇਹ ਲਾਭਦਾਇਕ ਚੀਜ਼ਾਂ ਹਨ। ਇਹ ਜਦੋਂ ਗੁਣ ਹੱਥਾਂ ਵਿੱਚ ਉਂਗਲੀਆਂ ਵਿੱਚ ਆ ਜਾਂਦੇ ਤਾਂ ਅਸੀਂ ਗੁਣਵੰਤੀ ਬਣ ਜਾਂਦੇ ਹਾਂ। ਤੇ ਸਿੱਖ ਦਾ ਮਤਲਬ ਇਹ ਹੁੰਦਾ ਕਿ ਸਿੱਖਣਾ, ਚਾਹੇ ਅਸੀਂ ਕਿਸੇ ਵੀ ਫੀਲਡ ਵਿੱਚ ਕਿਸੇ ਵੀ ਧਰਮ ਵਿੱਚ ਹੋਈਏ, ਜੋ ਇਨਸਾਨ ਸੰਸਾਰ ਵਿੱਚ ਪੈਦਾ ਹੋਇਆ ਤਾਂ ਉਹਨੂੰ ਆਪਣੀ 10 ਉਂਗਲਾਂ ਨੂੰ ਦੇਖ ਕੇ ਕਿ ਜਿਵੇਂ ਇਹ 10 ਉਂਗਲਾਂ ਮੇਰੇ ਕੋਲ ਹੈਗੀਆਂ ਤਾਂ ਇਹਨਾਂ 10 ਉਂਗਲਾਂ ਵਿੱਚ 10 ਗੁਣ ਦਾ ਧਾਰਨੀ ਹੋਣਾ ਚਾਹੀਦਾ ਹੈਗਾ ਵਾ। ਜਿੱਥੇ ਕਿ ਮੈਂ ਲੈਂਗੁਏਜ ਸਿੱਖਦਾ ਵਾਂ, ਦੂਜੇ ਦੇਸ਼ਾਂ ਵਿੱਚ ਰਹਿ ਕੇ ਉਹਨਾਂ ਦੀ ਜ਼ੁਬਾਨ ਸਿੱਖ ਰਿਹਾ ਵਾਂ, ਉੱਥੇ ਮੈਨੂੰ ਜਿਹੜੀ ਹੈ ਕਿ ਇਹ ਕਲਾ ਦਾ ਵੀ ਧਾਰਨੀ ਹੋਣਾ ਪੈਣਾ, ਇਹ ਕਲਾਵਾਂ ਨੂੰ ਵੀ ਸਿੱਖਣਾ ਪੈਣਾ। ਮੈਂ ਖਾਸ ਕਰਕੇ ਯੂਥ ਨੂੰ ਜ਼ਰੂਰ ਕਹਾਂਗੀ ਕਿ ਤੁਸੀਂ ਆਹ ਵੀਡੀਓ ਜ਼ਰੂਰ ਦੇਖਿਓ ਤੇ ਆਪਣੇ ਕਮੈਂਟ ਦਿਓ। ਤੇ ਆਪਣੇ ਕਮੈਂਟਾਂ ਦੇ ਵਿੱਚ ਜੇ ਤੁਸੀਂ ਕਿਸੇ ਵੀ ਟੀਚਰ ਕੋਲੋਂ ਕੋਈ ਵੀ ਗੁਣ ਸਿੱਖਣਾ ਹੈਗਾ ਤਾਂ ਤੁਸੀਂ ਕਿਰਪਾ ਕਰਕੇ ਪੰਜਾਬੀ ਵਿਰਾਸਤ ਚੈਨਲ ਦੇ ਨਾਲ ਸੰਪਰਕ ਕਰ ਲੈਣਾ। ਅਸੀਂ ਤੁਹਾਨੂੰ ਇਹਨਾਂ ਟੀਚਰਾਂ ਦੇ ਨੰਬਰ ਵੀ ਦੇ ਦੇਵਾਂਗੇ। ਆਪ ਜੀ ਇਹਨਾਂ ਦੇ ਨਾਲ ਸੰਪਰਕ ਕਰਕੇ ਜ਼ੂਮ ਦੇ ਉੱਤੇ, WhatsApp ਪਰ ਕਾਲਿੰਗ ਦੇ ਉੱਪਰ ਇਹਨਾਂ ਕੋਲ ਕਾਫੀ ਹੋਰ ਵੀ ਟੈਕਨੀਕਲ ਜੋ ਅੱਜ ਐਡਵਾਂਸ ਚੱਲ ਰਹੀ ਹੈ ਉਹਦੇ ਉੱਪਰ ਤੁਹਾਨੂੰ ਸਿਖਾ ਸਕਦੇ ਨੇ, ਦੱਸ ਸਕਦੇ ਨੇ, ਫੋਟੋ ਭੇਜ ਸਕਦੇ ਨੇ, ਸੈਂਪਲਸ ਵਗੈਰਾ। ਸੋ ਆਪ ਜੀ ਨੇ ਜ਼ਰੂਰ ਸਿੱਖਣਾ। ਯੋਗ ਲੋਕਡਾਊਨ ਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ। ਜਿੱਥੇ ਲੋਕੀ ਇੱਥੇ ਬਿਮਾਰ ਹੋ ਰਹੇ ਨੇ, ਆਪਾਂ ਬਿਮਾਰ ਨਹੀਂ ਹੋਣਾ, ਅਸੀਂ ਹੋਰ ਤਕੜੇ ਹੋ ਕੇ ਜੱਗ ਵਿੱਚ ਵਿਚਰਨਾ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ, ਸਭ ਨੂੰ ਪਿਆਰ ਸਤਿਕਾਰ। ਮਿਲਾਂਗੇ ਅਗਲੇ ਪ੍ਰੋਗਰਾਮ ਤੱਕ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।